हाँ जी, पंजाब PCS ਦੇ ਸਾਰੇ ਐਸਪੀਰੈਂਟਸ ਨੂੰ ਮੇਰਾ ਸਤਿ ਸ੍ਰੀ ਅਕਾਲ, ਆਦਾਬ, ਪ੍ਰਣਾਮ। ਹੁਣ ਤੁਸੀਂ ਸਾਰਿਆਂ ਨੇ ਬਹੁਤ ਮਿਹਨਤ ਕਰ ਲਈ ਹੈ ਬੱਚੇ। ਕਾफ़ी ਟਾਈਮ ਤੋਂ ਅਸੀਂ ਵੀ ਤੁਹਾਡੇ ਨਾਲ ਲੱਗੇ ਹੋਏ ਹਾਂ, ਤੁਸੀਂ ਵੀ ਆਪਣੇ ਲੈਵਲ 'ਤੇ ਲੱਗੇ ਹੋਏ ਹੋ। ਆਪਾਂ ਕਾफ़ੀ ਟਾਈਮ ਤੋਂ ਹੁਣ ਪੰਜਾਬ PCS ਦੀ ਤਿਆਰੀ ਕਰ ਰਹੇ ਹਾਂ। ਜਿਸ ਦਿਨ ਲਈ ਆਪਾਂ ਉਹ ਤਿਆਰੀ ਕਰ ਰਹੇ ਸੀਗੇ, ਕੱਲ੍ਹ ਉਹ ਦਿਨ ਆ ਗਿਆ। ਹੁਣ ਜਸਟ 6 ਤਾਂ ਵੱਜ ਹੀ ਗਏ ਹੈ ਜਿੰਨੇ ਵਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ। ਤਾਂ ਬਹੁਤ ਘੱਟ ਟਾਈਮ ਬਚਿਆ ਅਤੇ ਕੱਲ੍ਹ ਚੇਤਨ ਸਰ ਨੇ ਤੁਹਾਡੇ ਨਾਲ ਗੱਲ ਕੀਤੀ। ਉਸ ਤੋਂ ਪਹਿਲਾਂ ਵੀ ਚੇਤਨ ਸਰ ਨੇ ਤੁਹਾਡੇ ਨਾਲ ਡਿਸਕਸ ਕੀਤਾ ਕਿ ਕੀ ਆਪਣੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਇਸ ਐਗਜ਼ਾਮ ਦੇ ਕੰਟੈਕਸਟ 'ਚ। ਕਿੰਨਾ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਜਦੋਂ ਆਪਾਂ ਐਗਜ਼ਾਮ ਦੇਣਾ ਹੈ। ਪਰਸਨੈਲਿਟੀ 'ਤੇ ਆਪਾਂ ਫੋਲ ਬੈਕ ਕਰਨਾ ਹੈ ਕਿ ਜਦੋਂ ਆਪਾਂ ਨੂੰ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ, ਆਪਾਂ ਮੈਮਰੀ 'ਤੇ ਨਹੀਂ ਫੋਲ ਬੈਕ ਕਰਨਾ, ਆਪਾਂ ਆਪਣੀ ਪਰਸਨੈਲਿਟੀ 'ਤੇ ਫੋਲ ਬੈਕ ਕਰਨਾ ਹੈ ਕਿ ਭਾਈ ਹੁਣ ਮੈਂ ਬਹੁਤ ਪੜ੍ਹ ਲਿਆ ਹੋਇਆ ਅਤੇ ਮੈਂ ਬਹੁਤ ਕੁਝ ਸਿੱਖ ਲਿਆ ਹੋਇਆ। ਇਹ ਜੋ ਮੈਨੂੰ ਕੁਐਸਚਨ ਪੁੱਛਿਆ ਗਿਆ ਹੈ ਕਿ ਇਹਦਾ ਆਨਸਰ ਮੇਰੇ ਹਿਸਾਬ ਨਾਲ ਕੀ ਹੋਣਾ ਚਾਹੀਦਾ, ਟੂ ਦੀ ਬੈਸਟ ਆਫ ਆਰ ਐਬਿਲਿਟੀ ਆਪਾਂ ਉਹ ਆਨਸਰਸ ਮਾਰਕ ਕਰਨੇ ਹੈ। ਤੁਹਾਡੇ ਜ਼ਿੰਦਗੀ ਦੇ ਬੈਸਟ 2 ਘੰਟੇ ਤੁਸੀਂ ਦੇਣੇ ਹੈ। ਮਤਲਬ ਜਦੋਂ ਵੀ ਆਪਾਂ ਪੇਪਰ ਦੇਣ ਜਾਈਦਾ, ਇਹੀ ਆਪਣੇ ਆਪ ਨੂੰ ਕਹਿ ਕੇ ਜਾਈਦਾ ਕਿ ਮੈਂ ਆਪਣੇ ਜ਼ਿੰਦਗੀ ਦੇ ਬੈਸਟ 2 ਘੰਟੇ ਆਹ ਪੇਪਰ 'ਚ ਦੇ ਕੇ ਆਉਣੇ ਹੈ। ਫਿਰ ਤੁਸੀਂ GS ਦਾ ਪੇਪਰ ਦੇ ਕੇ ਬਾਹਰ ਆਓਗੇ, CSAT ਦਾ ਪੇਪਰ ਦੇਣ ਜਾਓਗੇ, ਦੈਨ ਅਗੇਨ ਤੁਸੀਂ ਆਪਣੀ ਜ਼ਿੰਦਗੀ ਦੇ ਬੈਸਟ 2 ਘੰਟੇ ਫਿਰ ਉਹ CSAT ਦੇ ਪੇਪਰ 'ਚ ਦੇਣੇ ਹੈ। ਹੋਲਡ ਯੋਰ ਨਰਵਸ ਬੱਚੇ। ਹੁਣ ਜਿਹੜਾ ਬੱਚਾ ਮਤਲਬ ਪੂਰਾ ਰਿਕਾਲ ਪ੍ਰੋਪਰ ਕਰ ਪਾਊਗਾ, ਪੂਰੇ ਆਪਣੇ ਪੋਜ਼ੀਟਿਵ ਐਟੀਟਿਊਡ ਨਾਲ ਪੇਪਰ ਦੇਣ ਜਾਊਗਾ, ਉਹਦੀ ਸਿਲੈਕਸ਼ਨ ਡੈਫੀਨੇਟਲੀ ਹੋਊਗੀ। ਕਿਸੇ ਨੇ ਤਿਆਰੀ ਥੋੜ੍ਹੀ ਜਿਹੀ ਵੱਧ ਕੀਤੀ ਹੈ, ਕਿਸੇ ਨੇ ਤਿਆਰੀ ਥੋੜ੍ਹੀ ਜਿਹੀ ਘੱਟ ਕੀਤੀ ਹੈ, ਕਿਸੇ ਦਾ ਪੋਲਿਟੀ ਸਟਰੋਂਗ ਹੈ, ਕਿਸੇ ਦਾ ਜੋਗਰਾਫੀ ਸਟਰੋਂਗ ਹੈ, ਕਿਸੇ ਦਾ ਆਹ ਪੋਰਸ਼ਨ ਥੋੜ੍ਹਾ ਜਿਹਾ ਵੀਕ ਹੈ, ਮੈਨੂੰ ਆਹ ਨਹੀਂ ਆਉਂਦਾ। ਹੁਣ ਫੈਕਟਸ ਨਾਲ ਕੋਈ ਥੋੜ੍ਹਾ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ, ਠੀਕ ਹੈ। ਜਿੰਨੀਆਂ ਆਪਾਂ ਨੂੰ ਚੀਜ਼ਾਂ ਆਉਂਦੀਆਂ ਉਨੀਆਂ ਉਸੇ ਬੇਸਿਸ 'ਤੇ ਆਪਾਂ ਐਗਜ਼ਾਮੀਨੇਸ਼ਨ ਹਾਲ 'ਚ ਜਾਣਾ ਹੈ ਐਂਡ ਟੂ ਦੀ ਬੈਸਟ ਆਫ ਆਰ ਐਬਿਲਿਟੀ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਆਪਾਂ ਅਟੈਂਪਟ ਦੇ ਕੇ ਆਉਣਾ ਹੈ, ਠੀਕ ਹੈ। ਕੁਛ ਗੱਲਾਂ ਜਿਹੜੀਆਂ ਲਾਈਕ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਸੀਗਾ ਵਿਦ ਰਿਗਾਰਡ ਟੂ ਦੀ ਅਟੈਂਪਟ, ਉਹ ਮੈਂ ਕੁਛ ਕੁਐਸਚਨਸ ਤੁਹਾਡੇ ਨਾਲ ਡਿਸਕਸ ਕਰੂੰਗਾ। ਇਹਨਾਂ ਕੁਐਸਚਨਸ ਨੂੰ ਕਰਦੇ ਹੋਏ ਹੀ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਕੇ ਦੱਸੂੰਗਾ ਕਿ ਵੀ ਕਿਸ ਤਰ੍ਹਾਂ ਲਾਈਕ ਆਪਾਂ ਗਲਤੀਆਂ ਕਰਦੇ ਹਾਂ ਐਂਡ ਆਪਾਂ ਕੀ ਗਲਤੀਆਂ ਨਾ ਕਰੀਏ, ਕਿਸ ਤਰ੍ਹਾਂ ਆਪਣਾ ਅਟੈਂਪਟ ਬੈਟਰ ਕਰੀਏ ਤਾਂ ਜੋ ਲਾਈਕ ਆਪਾਂ ਨੂੰ ਰਿਜ਼ਲਟ ਵੀ ਪੋਜ਼ੀਟਿਵ ਆਏ। ਆਪਾਂ ਕੰਪੀਟੀਸ਼ਨ ਦੀ ਰਿਸਪੈਕਟ ਕਰਨੀ ਹੈ। ਕੰਪੀਟੀਟਿਵ ਐਗਜ਼ਾਮ ਹੈ। ਕੰਪੀਟੀਟਿਵ ਐਗਜ਼ਾਮ 'ਚ ਬੱਚੇ ਮੈਂ ਹਮੇਸ਼ਾ ਹੀ ਇੱਕ ਗੱਲ ਲਾਈਕ ਸ਼ੁਰੂ ਤੋਂ ਹੀ, ਜੇ ਤੁਸੀਂ ਮੇਰੀਆਂ ਵੀਡੀਓਜ਼ ਫੋਲੋ ਕਰ ਰਹੇ ਹੋ ਤਾਂ ਮੈਂ ਇੱਕ ਗੱਲ ਕਹਿਣਾ ਕਿ ਈਜ਼ੀ ਕੁਐਸਚਨ ਅਟੈਂਪਟ ਕਰਨ ਨਾਲ ਤੁਹਾਡੀ ਸਿਲੈਕਸ਼ਨ ਦੀ ਕੋਈ ਮਤਲਬ ਤੁਹਾਡੀ ਸਿਲੈਕਸ਼ਨ ਅਸ਼ੋਰ ਨਹੀਂ ਹੁੰਦੀ। ਡਿਫਿਕਲਟ ਕੁਐਸਚਨ ਤੁਹਾਨੂੰ ਨਹੀਂ ਆਉਂਦਾ, ਇੱਕ ਬਹੁਤ ਅਬਸਕਿਓਰ ਦਾ ਕੁਐਸਚਨ ਆ ਗਿਆ, ਤੁਹਾਨੂੰ ਨਹੀਂ ਪਤਾ ਉਹਦਾ ਆਨਸਰ, ਇਟਸ ਫਾਈਨ। ਨਾ ਤੁਹਾਡੀ ਲਾਈਕ ਫੇਲੀਅਰ ਡਿਸਾਈਡ ਹੁੰਦਾ ਕਿ ਤੁਹਾਨੂੰ ਇੱਕ ਬਹੁਤ ਔਖਾ ਕੁਐਸਚਨ ਨਹੀਂ ਆਉਂਦਾ ਸੀ ਵੀ ਹੁਣ ਤਾਂ ਤੁਹਾਡੀ ਸਿਲੈਕਸ਼ਨ ਹੋ ਹੀ ਨਹੀਂ ਸਕਦੀ। ਇੱਕ ਈਜ਼ੀ ਕੁਐਸਚਨ ਆਪਾਂ ਸੋਲਵ ਕਰਤਾ, ਉਹਦੇ ਨਾਲ ਗਰੰਟੀ ਨਹੀਂ ਹੁੰਦੀ ਸਿਲੈਕਸ਼ਨ ਦੀ ਕਿ ਹੁਣ ਤਾਂ ਮੇਰੀ ਸਿਲੈਕਸ਼ਨ ਹੋ ਹੀ ਜਾਊਗੀ, ਸਾਰੇ ਮੈਂ ਈਜ਼ੀ ਕੁਐਸਚਨ ਕਰਤੇ। ਜਿਹੜੇ ਮੀਡੀਅਮ ਡਿਫਿਕਲਟੀ ਲੈਵਲ ਦੇ ਕੁਐਸਚਨਸ ਹੁੰਦੇ ਹੈ, ਉਹਨਾਂ ਕੁਐਸਚਨਸ ਨੂੰ ਆਪਾਂ ਬਹੁਤ ਧਿਆਨ ਨਾਲ ਕਰਨਾ ਹੈ, ਕਿਉਂਕਿ ਉਹੀ ਕੁਐਸਚਨਸ ਹੁੰਦੇ ਆ ਜਿਹੜੇ ਮੇਕ ਔਰ ਬ੍ਰੇਕ ਕੁਐਸਚਨਸ ਹੁੰਦੇ ਆ। ਉਹੀ ਕੁਐਸਚਨਸ ਹੁੰਦੇ ਆ ਜਿਹੜੇ ਮੇਕ ਔਰ ਬ੍ਰੇਕ ਕੁਐਸਚਨਸ ਹੁੰਦੇ ਆ, ਕਿਉਂਕਿ ਕੁਝ ਬੱਚਿਆਂ ਨੂੰ ਉਹ ਕੁਐਸਚਨਸ ਆਉਂਦੇ ਹੁੰਦੇ ਆ, ਕੁਝ ਬੱਚਿਆਂ ਨੂੰ ਉਹ ਕੁਐਸਚਨਸ ਨਹੀਂ ਆਉਂਦੇ ਹੁੰਦੇ। ਕੁਝ ਕਨਫਿਊਜ਼ਿੰਗ ਜਿਹੇ ਕੁਐਸਚਨਸ ਹੁੰਦੇ ਆ ਕਿ ਲਾਈਕ ਪੁੱਛਿਆ ਆਪਾਂ ਨੂੰ ਕੁਝ ਹੋਰ ਆਪਣਾ ਲਾਈਕ ਬਟ ਦੀ ਆਪਸ਼ਨਸ ਇਸ ਤਰ੍ਹਾਂ ਪ੍ਰੈਜ਼ੈਂਟ ਕੀਤੀਆਂ ਹੁੰਦੀਆਂ ਕਿ ਆਪਾਂ ਨੂੰ ਲੱਗਦਾ ਕਿ ਆਹ ਪੁੱਛਿਆ ਹੋਇਆ ਅਤੇ ਆਪਾਂ ਗਲਤ ਆਪਸ਼ਨ ਮਾਰਕ ਕਰ ਦਿੰਦੇ ਈਵਨ ਦੋ ਆਪਾਂ ਨੂੰ ਆਉਂਦਾ ਹੁੰਦਾ। ਤਾਂ ਇਹ ਜਿਹੜੀਆਂ ਛੋਟੀਆਂ ਗਲਤੀਆਂ ਇਹ ਆਪਾਂ ਅਵੋਇਡ ਕਰਨੀਆਂ ਪੇਪਰ 'ਚ। ਇਹਨਾਂ ਗਲਤੀਆਂ ਦਾ ਕੰਪੀਟੀਟਿਵ ਐਗਜ਼ਾਮ 'ਚ ਕੋਈ ਹਰਜਾਨਾ ਨਹੀਂ ਹੁੰਦਾ। ਬਹੁਤ ਬਰੂਟਲ ਐਗਜ਼ਾਮਸ ਹੁੰਦੇ ਆ ਇਹ। ਮੰਨ ਲਓ ਇੱਕ ਈਜ਼ੀ ਕੁਐਸਚਨ ਆ ਗਿਆ ਜਿਹੜਾ ਅਦਰਵਾਈਜ਼ ਤੁਹਾਨੂੰ ਆਉਂਦਾ ਸੀਗਾ, ਬਟ ਤੁਸੀਂ ਪੇਪਰ 'ਚ ਉਹਦਾ OMR 'ਚ ਗਲਤ ਆਪਸ਼ਨ ਮਾਰਕ ਕਰਤਾ। ਹੁਣ ਇਹ ਗਲਤੀ ਇੱਕ ਇੰਡੀਵਿਜੂਅਲ ਦੀ ਗਲਤੀ ਹੈ। ਉਹ ਆਉਣ ਵਾਲਾ ਕੁਐਸਚਨ ਸੀ, ਐਸਾ ਕੁਐਸਚਨ ਸੀ ਜਿਹੜਾ ਤੁਹਾਨੂੰ ਆਉਂਦਾ ਹੋਣਾ ਚਾਹੀਦਾ ਸੀਗਾ, ਉਹ ਤੁਹਾਨੂੰ ਆਉਂਦਾ ਵੀ ਸੀਗਾ। ਕਾਫੀ ਪ੍ਰੋਬੇਬਿਲਿਟੀ ਹੈ ਕਿ ਤੁਹਾਡੇ ਕੰਪੀਟੀਟਰ ਨੂੰ ਵੀ ਉਹ ਕੁਐਸਚਨ ਆਉਂਦਾ ਹੋਊਗਾ। ਤੁਸੀਂ ਉਹ ਕੁਐਸਚਨ ਗਲਤ ਮਾਰਕ ਕਰਤਾ, ਤੁਹਾਡੇ ਕੰਪੀਟੀਟਰ ਨੇ ਤਾਂ ਉਹ ਕੁਐਸਚਨ ਗਲਤ ਮਾਰਕ ਨਹੀਂ ਕੀਤਾ, ਉਹ ਤਾਂ ਸਹੀ ਮਾਰਕ ਕਰਕੇ ਆਇਆ, ਉਹਨੂੰ +2 ਮਿਲਣਗੇ, ਆਪਣਾ ਉਸ ਕੁਐਸਚਨ 'ਚ ਆਪਾਂ ਨੂੰ 0 ਮਾਰਕਸ ਮਿਲੂਗਾ। ਤਾਂ ਇਹ ਵਾਲੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਕਿ ਮੈਨੂੰ ਆਉਂਦਾ ਸੀਗਾ, ਮੈਂ ਪੜ੍ਹਿਆ ਨਹੀਂ, ਮੈਂ OMR 'ਤੇ ਗਲਤ ਮਾਰਕ ਕਰਤਾ, ਮੈਂ ਨੰਬਰ ਸਕਿਪ ਕਰਤਾ, 35 ਦਾ ਆਨਸਰ ਲਾਣਾ ਸੀ ਮੈਂ 36 'ਤੇ ਲਾਤਾ। ਇਹ ਵਾਲੀਆਂ ਗਲਤੀਆਂ ਨੂੰ ਲਾਈਕ ਅਵੋਇਡ ਕਰਨਾ ਐਟ ਆਲ ਕੋਸਟ, ਕਿਉਂਕਿ ਇਹਨਾਂ ਨਾਲ ਆਪਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ।
ਆਪਾਂ ਪੇਪਰ 'ਚ ਲਾਈਕ ਸਾਡਾ ਇੰਨਾ ਐਕਸਪੀਰੀਅੰਸ ਹੈ ਐਗਜ਼ਾਮ 'ਚ, ਅਕਸਰ ਲਾਈਕ ਬੱਚੇ ਪੇਪਰ ਤੋਂ ਬਾਅਦ ਕਹਿੰਦੇ ਆ ਕਿ ਯਾਰ ਮੈਨੂੰ ਉਹ ਕੁਐਸਚਨ ਨਹੀਂ ਆਉਂਦਾ ਸੀ, ਉਹਦੇ ਕਰਕੇ ਸ਼ਾਇਦ ਮੇਰੇ ਲਾਈਕ ਜਦੋਂ ਕੱਟ ਆਫ 'ਚ ਜਿੰਨਾ ਬਾਅਦ ਕਈ ਵਾਰੀ ਇੱਦਾਂ ਹੁੰਦਾ ਥੋੜ੍ਹੇ ਮਾਰਕਸ ਤੋਂ ਕੱਟ ਆਫ ਰਹਿ ਜਾਂਦੀ ਹੈ, ਉਸ ਕੁਐਸਚਨ ਕਰਕੇ ਮੇਰੀ ਕੱਟ ਆਫ ਨਹੀਂ ਕਲੀਅਰ ਹੋਈ। ਬਈ 4 ਕੁਐਸਚਨ ਇਹੋ ਜਿਹੇ ਵੀ ਸੀਗੇ ਜਿਹੜੇ ਤੁਹਾਨੂੰ ਆਉਂਦੇ ਸੀਗੇ ਪਰ ਤੁਸੀਂ ਉੱਥੇ ਗਲਤੀਆਂ ਕਰਕੇ ਆਏ ਸੀਗੇ, ਇਸ ਕਰਕੇ ਵੀ ਹੋ ਸਕਦਾ ਤੁਹਾਡੀ ਸਿਲੈਕਸ਼ਨ ਨਾ ਹੋਈ ਹੋਵੇ। ਕਿਉਂਕਿ ਮਤਲਬ ਜਿਵੇਂ ਮੈਂ ਸਟਾਰਟ ਹੀ ਇਸ ਗੱਲ ਤੋਂ ਆਪਣੀ ਡਿਸਕਸ਼ਨ ਕੀਤੀ ਹੈ ਕਿ ਈਜ਼ੀ ਕੁਐਸਚਨ ਅਤੇ ਡਿਫੀਕਲਟ ਕੁਐਸਚਨ ਨੂੰ ਤਾਂ ਤੁਸੀਂ ਸਿਲੇਬਸ ਤੋਂ ਬਾਹਰ ਕਰ ਦਿਓ। ਈਜ਼ੀ ਕੁਐਸਚਨ ਆਪਾਂ ਠੀਕ ਕਰਕੇ ਆਉਣਾ ਹੀ ਆਉਣਾ ਹੈ, ਡਿਫੀਕਲਟ ਕੁਐਸਚਨ ਜੋ ਬਹੁਤ ਔਖਾ ਕੁਐਸਚਨ ਹੈ, ਓਬਸਕਿਓਰ ਕੁਐਸਚਨ ਹੈ, ਆਪਾਂ ਨਹੀਂ ਪੜ੍ਹਿਆ ਹੋਇਆ, ਐਂਡ ਹੈਵ ਕੌਨਫੀਡੈਂਸ ਇਨ ਯੋਰਸੈਲਫ। ਤੁਸੀਂ 6 ਮਹੀਨੇ ਤਿਆਰੀ ਕੀਤੀ ਹੈ ਸਾਰਾ, ਜੇ ਤੁਸੀਂ ਸਾਡੇ ਨਾਲ ਤਿਆਰੀ ਕੀਤੀ ਹੈ, ਅਦਰਵਾਈਜ਼ ਤੁਸੀਂ ਮਿਹਨਤ ਕੀਤੀ ਹੈ 6 ਮਹੀਨੇ, ਜਿਹਨੇ ਜੀ ਜਾਨ ਨਾਲ ਦਿਲ ਲਾ ਕੇ ਪੜ੍ਹਾਈ ਕੀਤੀ ਹੈ, ਉਹਨੂੰ ਲਾਈਕ ਜਿੰਨੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਬਈ ਉਹਨੇ ਪਤਾ ਕਰ ਲਈਆਂ, ਉਹਦੇ ਕੰਪੀਟੀਟਰ ਨੂੰ ਵੀ ਉਨੀਆਂ ਹੀ ਗੱਲਾਂ ਪਤਾ ਹੈ। ਇੱਦਾਂ ਨਹੀਂ ਕਿ ਉਹਦਾ ਕੰਪੀਟੀਟਰ ਕੋਈ ਹੋਰ ਹੀ ਲਾਈਕ ਗਿਆਨ ਹਾਸਿਲ ਕਰਕੇ ਆਇਆ, ਉਹਨੂੰ ਤਾਂ ਸਭ ਕੁਝ ਆਉਂਦਾ ਹੈ ਪਰ ਸਾਨੂੰ ਕੁਝ ਨਹੀਂ ਆਉਂਦਾ ਹੈਗਾ। ਇੱਕ ਸੀਰੀਅਸ ਕੰਪੀਟੀਸ਼ਨ ਜਿੰਨੀ ਮਤਲਬ ਪੜ੍ਹਾਈ ਕਰ ਰਿਹਾ ਉਨੀ ਪੜ੍ਹਾਈ ਤੁਸੀਂ ਪਿਛਲੇ 6 ਮਹੀਨੇ 'ਚ ਸਾਡੇ ਨਾਲ ਕੀਤੀ ਹੋਈ ਹੈ। ਇੱਦਾਂ ਨਹੀਂ ਹੈਗਾ ਕਿ ਉਹਨੂੰ ਕੁਐਸਚਨ ਆਉਂਦਾ ਹੋਊਗਾ ਤੁਹਾਨੂੰ ਕੁਐਸਚਨ ਨਹੀਂ ਆਉਂਦਾ ਹੋਊਗਾ। ਇੱਦਾਂ ਹੋ ਸਕਦਾ ਕਿ ਉਹਦਾ ਕਿਸੇ ਇੱਕ ਸਬਜੈਕਟ 'ਚ ਤੁਹਾਡੇ ਤੋਂ ਐਜ ਹੋਵੇ, ਆਪਣਾ ਕਿਸੇ ਹੋਰ ਸਬਜੈਕਟ 'ਚ ਐਜ ਹੋਊਗਾ। ਜੇ ਉਹਨੂੰ ਹਿਸਟਰੀ ਜ਼ਿਆਦਾ ਵਧੀਆ ਆਉਂਦੀ ਹੈ, ਸਾਨੂੰ ਜੋਗ੍ਰਾਫੀ ਜ਼ਿਆਦਾ ਵਧੀਆ ਆਉਂਦੀ ਹੈ, ਉਹਨੂੰ ਪੋਲਿਟੀ ਜ਼ਿਆਦਾ ਵਧੀਆ ਆਉਂਦੀ ਹੈ ਤਾਂ ਸਾਨੂੰ ਇਕੋਨਮੀ ਜ਼ਿਆਦਾ ਵਧੀਆ ਆਉਂਦੀ ਹੈ, ਤਾਂ ਲੈਵਲ ਪਲੇਇੰਗ ਫੀਲਡ ਜੀ ਰਹਿੰਦੀ ਹੈ। ਬਟ ਜੇ ਉਹ ਗਲਤੀਆਂ ਨਹੀਂ ਕਰ ਰਿਹਾ ਐਂਡ ਆਪਾਂ ਸਿਲੀ ਮਿਸਟੇਕਸ ਕਰ ਰਹੇ ਹਾਂ ਪੇਪਰ 'ਚ, ਲਾਈਕ ਆਈ ਕਾਲ ਦੀ ਸਿਲੀ ਮਿਸਟੇਕਸ ਉਹ ਮੂਮੈਂਟਸ ਜਦੋਂ ਆਪਾਂ ਨੂੰ ਪੇਪਰ 'ਚ ਬਾਹਰ ਆ ਕੇ ਪਤਾ ਚੱਲਦਾ ਕਿ ਕੁਐਸਚਨ ਤਾਂ ਇਨਕਰੈਕਟ ਪੁੱਛਿਆ ਹੋਇਆ ਸੀਗਾ, ਫਿਰ ਆਪਾਂ ਕੀ ਕਰਦੇ ਹਾਂ, ਉਹ ਮੈਂ ਤਾਂ ਪੜ੍ਹਿਆ ਹੀ ਨਹੀਂ, ਇਹ ਤਾਂ ਮੈਨੂੰ ਕੁਐਸਚਨ ਆਂਦਾ ਸੀ। ਜਿੰਨੇ ਉਹ ਮੂਮੈਂਟਸ ਆਪਣੇ ਪੇਪਰ 'ਚ ਘੱਟ ਹੋਣਗੇ ਓਨਾ ਹੀ ਆਪਣੀ ਸਿਲੈਕਸ਼ਨ ਦੇ ਚਾਂਸਿਸ ਜ਼ਿਆਦਾ ਹੋਣਗੇ। ਗਲਤੀਆਂ ਨਹੀਂ ਕਰਨੀਆਂ, ਸਿਲੀ ਮਿਸਟੇਕਸ ਨਹੀਂ ਕਰਨੀਆਂ, ਸਿਲੀ ਮਿਸਟੇਕਸ ਦਾ ਕੋਈ ਇਲਾਜ ਨਹੀਂ ਹੈ, ਠੀਕ ਹੈ। ਫਿਰ ਅਕਸਰ ਮਤਲਬ ਅਟੈਂਪਟ, ਹਾਊ ਟੂ ਗੋ ਅਬਾਊਟ ਅਟੈਂਪਟ, ਮੇਰੀ ਐਡਵਾਈਸ ਹਮੇਸ਼ਾ ਇਹੀ ਰਹਿੰਦੀ ਹੈ ਕਿ ਬੱਚੇ ਜਿਹੜਾ ਪੋਰਸ਼ਨ ਤੁਹਾਡਾ ਸਟਰੋਂਗ ਹੈ, ਜਿਹੜੇ ਪੋਰਸ਼ਨ 'ਚ ਤੁਸੀਂ ਜ਼ਿਆਦਾ ਕੌਨਫੀਡੈਂਟ ਹੋ, ਉਹ ਪੋਰਸ਼ਨ ਤੁਹਾਨੂੰ ਪਹਿਲਾਂ ਕਰਨਾ ਚਾਹੀਦਾ। ਭਾਵੇਂ ਇਹ GS ਦੇ ਪੇਪਰ ਦੀ ਗੱਲ ਕਰ ਲਾਂ ਮੈਂ, ਭਾਵੇਂ CSAT ਦੇ ਪੇਪਰ ਦੀ ਗੱਲ ਕਰ ਲਾਂ, ਮੋਰ ਟਰੂ ਫॉर CSAT ਬਟ ਆਲਸੋ ਟਰੂ ਫॉर GS। ਜਿਹੜਾ ਪੋਰਸ਼ਨ ਆਪਣਾ ਸਟਰੋਂਗ ਹੈ ਉਹ ਪੋਰਸ਼ਨ ਆਪਾਂ ਪਹਿਲਾਂ ਅਟੈਂਪਟ ਕਰੀਏ, ਕਿਉਂਕਿ ਦਿਲ ਤੋਂ ਬੱਚਾ ਹੈ ਜੀ। ਆਪਾਂ ਪੇਪਰ 'ਚ ਪਹਿਲਾਂ ਹੀ ਇੰਨੇ ਨਰਵਸ ਜਾਈਦੇ, ਪਹਿਲਾਂ ਹੀ ਲਾਈਕ ਬਾਬਾ ਜੀ ਦਾ ਨਾਮ ਲੈ ਕੇ ਪ੍ਰਸ਼ਾਦ ਲੈ ਕੇ ਜਾਈਦਾ ਕਿ ਯਾਰ ਗਲਤੀ ਨਾ ਹੋ ਜਾਏ, ਠੀਕ ਹੋ ਜਾਏ, ਸਭ ਵਧੀਆ ਹੋਣਾ ਚਾਹੀਦਾ ਹੈ। ਡਰੇ ਜੇ ਆਪਾਂ ਐਗਜ਼ਾਮੀਨੇਸ਼ਨ ਹਾਲ 'ਚ ਜਾਂਦੇ ਹਾਂ ਐਂਡ ਉਸ ਪੋਜੀਸ਼ਨ 'ਚ ਆਪਾਂ ਕੁਐਸਚਨ ਪੇਪਰ ਖੋਲ੍ਹਿਆ, ਕੋਇਨਸੀਡੈਂਟਲੀ ਜਿਹੜਾ ਆਪਣਾ ਸੈੱਟ ਸੀਗਾ ਉਸ ਸੈੱਟ 'ਚ ਉਹ ਕੁਐਸਚਨ ਸਭ ਤੋਂ ਪਹਿਲਾਂ ਲਿਖੇ ਹੋਏ ਸੀਗੇ, ਜਿਹੜਾ ਇਨ ਜਨਰਲੀ ਆਪਾਂ ਨੂੰ ਪਤਾ ਹੈ, ਮੈਨੂੰ ਪਤਾ ਕਿ ਯਾਰ ਮੇਰਾ ਹਿਸਟਰੀ ਪੋਰਸ਼ਨ ਥੋੜ੍ਹਾ ਜਿਹਾ ਵੀਕ ਪੋਰਸ਼ਨ ਹੈ, ਮੈਂ ਪੋਲਿਟੀ 'ਚ ਮਾਰਕਸ ਖਿੱਚ ਜੂੰਗਾ। ਬਟ ਜਦੋਂ ਮੈਂ ਕੁਐਸਚਨ ਪੇਪਰ ਖੋਲ੍ਹਿਆ ਪਹਿਲੇ ਸਾਰੇ ਕੁਐਸਚਨਸ ਲਿਖੇ ਹੋਏ ਸੀਗੇ ਹਿਸਟਰੀ ਦੇ, ਉਹੀ ਮੈਂ ਅਟੈਂਪਟ ਕਰਨ ਲੱਗ ਪਿਆ। ਅਤੇ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਸੀ ਮੇਰਾ ਹਿਸਟਰੀ ਥੋੜ੍ਹਾ ਜਿਹਾ ਵੀਕ ਪੋਰਸ਼ਨ ਹੈ, ਮੈਨੂੰ 1-2 ਕੁਐਸਚਨਸ ਨਹੀਂ ਵੀ ਆਉਂਦੇ ਸੀਗੇ। ਪੇਪਰ ਹਜੇ ਸਟਾਰਟ ਹੋਇਆ, ਪਹਿਲੇ 10 ਮਿੰਟ ਹੈ ਐਂਡ ਕੌਨਫੀਡੈਂਸ ਮੇਰਾ ਨੀਚੇ ਚਲਾ ਗਿਆ। ਫਿਰ ਉਹਦਾ ਇਫੈਕਟ ਕੀ ਹੁੰਦਾ ਕਿ ਜਦੋਂ ਮੈਂ ਪੋਲਿਟੀ ਵਾਲੇ ਸੈਕਸ਼ਨ 'ਤੇ ਆਊਂਗਾ, ਜਿਹਦੇ ਬਾਰੇ ਮੈਂ ਇਹ ਸੋਚ ਕੇ ਗਿਆ ਸੀਗਾ ਕਿ ਯਾਰ ਪੋਲਿਟੀ 'ਚ ਤਾਂ ਮੈਂ ਮਾਰਕਸ ਖਿੱਚਣੇ ਹੈ, ਉਦੋਂ ਨੂੰ ਮੇਰਾ ਕੌਨਫੀਡੈਂਸ ਇੰਨਾ ਲੋ ਹੋ ਜਾਂਦਾ ਹੈ, ਮੇਰੀ એનર્ਜੀ ਲੈਵਲ ਥੋੜ੍ਹਾ ਜਿਹਾ ਡਾਊਨ ਹੋ ਜਾਂਦਾ, ਅਤੇ 2-4 ਕੁਐਸਚਨ ਜਿਹੜੇ ਉੱਥੇ ਵੀ ਆਉਂਦੇ ਹੁੰਦੇ ਆ ਮੇਰੇ ਐਵੇਂ ਨਜਾਇਜ਼ ਹੀ ਗਲਤ ਹੋ ਜਾਂਦੇ ਆ। ਇਸ ਕਰਕੇ ਮੇਰੀ ਐਡਵਾਈਸ ਹਮੇਸ਼ਾ ਤੋਂ ਇਹ ਰਹਿੰਦੀ ਹੈ ਕਿ ਜਿਹੜਾ ਪੋਰਸ਼ਨ ਤੁਹਾਡਾ ਸਟਰੋਂਗ ਹੈ ਉਹ ਪੋਰਸ਼ਨ ਤੁਸੀਂ ਪਹਿਲਾਂ ਅਟੈਂਪਟ ਕਰੋ। ਇੱਕ ਤਾਂ ਇਸ ਗੱਲ ਦਾ ਤੁਸੀਂ ਦੇਣਾ ਧਿਆਨ। ਬਾਕੀ ਤੁਸੀਂ ਹਜੇ ਤੱਕ ਆਈ ਹੋਪ ਸਟ੍ਰੈਟਜੀ ਬਣਾਈ ਹੋਊਗੀ, ਜਿਹਨੇ ਪਹਿਲਾਂ ਤੋਂ ਸਟ੍ਰੈਟਜੀ ਬਣਾ ਕੇ ਰੱਖੀ ਹੋਈ ਹੈ ਉਹਨੂੰ ਲਾਸਟ ਮੂਮੈਂਟ 'ਤੇ ਸਟ੍ਰੈਟਜੀ ਚੇਂਜ ਕਰਨ ਦੀ ਲੋੜ ਨਹੀਂ ਹੈਗੀ। ਇਹ ਜਸਟ ਕੁਝ ਜਨਰਲ ਐਡਵਾਈਸ ਦੀਆਂ ਗੱਲਾਂ ਉਹਨਾਂ ਲਈ ਹੈ ਜਿਹੜੇ ਲਾਈਕ ਜਿਨ੍ਹਾਂ ਨੂੰ ਲੱਗ ਰਿਹਾ ਕਿ ਸਾਨੂੰ ਥੋੜ੍ਹਾ ਜਿਹਾ ਕੁਝ ਗਾਈਡੈਂਸ ਮਿਲ ਜਾਏ ਲਾਸਟ ਮੂਮੈਂਟ 'ਤੇ ਰਿਗਾਰਡਿੰਗ ਹਾਊ ਟੂ ਟੇਕ ਅਟੈਂਪਟ, ਉਹ ਇਹ ਗੱਲਾਂ ਨੂੰ ਥੋੜ੍ਹਾ ਜ਼ਿਆਦਾ ਸੀਰੀਅਸਲੀ ਲੈ ਲੈਣ। ਬਾਕੀ ਜਿਨ੍ਹਾਂ ਬੱਚਿਆਂ ਨੇ ਆਲਰੇਡੀ ਆਪਣੀ ਸਟ੍ਰੈਟਜੀ ਬਣਾਈ ਹੋਈ ਹੈ ਕਿ ਪਹਿਲੇ ਅੱਧੇ ਘੰਟੇ 'ਚ ਮੈਂ ਆਹ ਕਰੂੰਗਾ, ਪਹਿਲੇ ਅੱਧੇ ਘੰਟੇ 'ਚ ਮੈਂ ਆਹ ਕਰੂੰਗਾ, ਆਹ ਵਾਲੇ ਕੁਐਸਚਨਸ ਕਰੂੰਗਾ, ਮੈਂ ਨਾਲ OMR 'ਤੇ ਲਾਊਂਗਾ, ਉਹ ਜਿਵੇਂ ਉਹਨਾਂ ਨੇ ਸਟ੍ਰੈਟਜੀ ਬਣਾਈ ਹੈ ਉੱਦਾਂ ਦੀ ਸਟ੍ਰੈਟਜੀ ਠੀਕ ਹੈ। ਹੁਣ ਲਾਸਟ ਮੂਮੈਂਟ 'ਤੇ ਕੋਈ ਚੇਂਜਿਸ ਨਹੀਂ ਕਰਨੇ ਹੁੰਦੇ। ਜਿਸ ਤਰ੍ਹਾਂ ਆਪਾਂ ਆਪਣੇ ਮਾਈਂਡ ਨੂੰ ਟ੍ਰੇਨ ਕੀਤਾ, ਆਪਾਂ ਉਸੇ ਹੀ ਗਰੂਵ 'ਚ ਜਾਣਾ ਐਂਡ ਜਾ ਕੇ ਪੇਪਰ ਦੇਣਾ। ਬਾਕੀ ਜੇ ਇਨ ਜਨਰਲ ਜੇ ਤੁਸੀਂ ਐਡਵਾਈਸ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਕੁਐਸਚਨ ਆਪਾਂ ਨੂੰ, ਜਿਹੜਾ ਪੋਰਸ਼ਨ ਆਪਾਂ ਨੂੰ ਈਜ਼ੀ ਲੱਗਦਾ, ਆਪਾਂ ਨੂੰ ਉਹ ਵਾਲਾ ਪੋਰਸ਼ਨ ਪਹਿਲਾਂ ਅਟੈਂਪਟ ਕਰਨਾ ਚਾਹੀਦਾ। ਇਟ ਇਜ਼ ਈਵਨ ਮੋਰ ਟਰੂ ਇਨ ਦੀ CSAT ਵਾਲਾ ਪੋਰਸ਼ਨ। ਨਾਓ
CSAT 'ਚ ਆਪਾਂ ਨੂੰ ਪਤਾ ਕਿ ਕਾਫੀ ਜ਼ਿਆਦਾ ਮਾਰਕਸ ਆਉਂਦੇ ਆ ਬੱਚਿਆਂ ਦੇ 150 160 ਕੋਈ ਵੱਡੀ ਗੱਲ ਨਹੀਂ ਹੈਗੀ PCS ਪੇਪਰ 'ਚ CSAT ਦੇ ਮਾਰਕਸ 'ਚ। ਐਂਡ ਗੋਜ਼ ਵਿਦਾਊਟ ਸੇਇੰਗ ਕਿ ਉਹਨਾਂ ਬੱਚਿਆਂ ਦਾ ਮੈਥਸ ਵਧੀਆ ਹੋਊਗਾ, ਕੁਆਂਟ ਵਧੀਆ ਹੋਊਗਾ, ਰੀਜ਼ਨਿੰਗ ਵਧੀਆ ਹੋਊਗਾ, ਤਾਂ ਹੀ ਇੰਨੇ ਮਾਰਕਸ ਆ ਰਹੇ ਆ। ਹੁਣ ਓਵਰ ਹੇਅਰ ਆਲਸੋ ਲਾਈਕ ਆਈ ਵੁੱਡ ਲਾਈਕ ਟੂ ਸੇ ਲਾਈਕ ਆਈ ਪਰਸਨਲੀ ਆਈ ਕੈਨ ਸ਼ੇਅਰ ਮਾਈ ਸਟ੍ਰੈਟਜੀ ਵਿਦ ਯੂ ਪੀਪਲ। ਤੁਹਾਨੂੰ ਚੰਗੀ ਲੱਗਦੀ ਹੈ ਨਹੀਂ ਲੱਗਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣਾ, ਜਿੱਦਾਂ ਤੁਸੀਂ ਲਾਈਕ ਆਪਣੀ ਸਟ੍ਰੈਟਜੀ ਬਣਾਈ ਹੋਈ ਹੈ ਜੋ ਉਸ 'ਚ ਫਿਟ ਇਨ ਹੁੰਦੀ ਹੈ। ਤਾਂ ਆਈ ਪਰਸਨਲੀ ਡੂ ਨਾਟ ਪ੍ਰੈਫਰ ਕਿ ਮੈਂ ਮੈਥਸ ਦੇ ਕੁਐਸਚਨ ਜਾਂ ਰੀਜ਼ਨਿੰਗ ਦੇ ਕੁਐਸਚਨਸ ਪਹਿਲਾਂ ਕਰਾਂ। ਆਈ ਟਰਾਈ ਕਿ ਮੈਂ ਪਹਿਲਾਂ ਇੰਗਲਿਸ਼ ਦੇ ਕੁਐਸਚਨ ਕਰਾਂ ਜਾਂ ਪੰਜਾਬੀ ਦੇ ਕੁਐਸਚਨਸ ਕਰਾਂ, ਕਿਉਂਕਿ ਇਹਨਾਂ ਕੁਐਸਚਨਸ 'ਚ ਇੱਦਾਂ ਨਹੀਂ ਹੈ ਕਿ ਮੈਂ ਕਿਤੇ ਅਟਕ ਜਾਊਂਗਾ। ਜਾਂ ਤਾਂ ਮੈਨੂੰ ਆਉਂਦੇ ਆ ਜਾਂ ਮੈਨੂੰ ਨਹੀਂ ਆਉਂਦੇ ਆ, ਪੈਰਾਗ੍ਰਾਫ ਪੜ੍ਹੂੰਗਾ 4 ਕੁਐਸਚਨ ਮੇਰੇ ਹੋ ਜਾਣਗੇ। ਕੋਈ ਐਂਟੋਨਿਮ ਸਿਨੋਨਿਮ ਦੱਸਣਾ ਹੈ, ਜਾਂ ਤਾਂ ਮੈਨੂੰ ਪਤਾ ਹੋਊਗਾ ਯਾਰ ਇਹਦਾ ਮੀਨਿੰਗ ਆਹ ਹੈ, ਜਾਂ ਮੈਨੂੰ ਨਹੀਂ ਪਤਾ ਹੋਊਗਾ ਇਹਦਾ ਮੀਨਿੰਗ ਕੀ ਹੈ। ਇਸ 'ਚ ਮਤਲਬ ਮੇਰੇ ਸਟਕ ਹੋਣ ਦੀ ਪ੍ਰੋਬੇਬਿਲਿਟੀ ਬਹੁਤ ਘੱਟ ਹੁੰਦੀ ਹੈ। ਐਂਡ ਵਿਦਇਨ ਅ ਵੈਰੀ ਸ਼ਾਰਟ ਸਪੈਨ ਆਫ ਟਾਈਮ ਮੈਂ 15-20 ਮਿੰਟ 'ਚ ਇਹ ਵਾਲੇ ਪੋਰਸ਼ਨ ਕਰ ਸਕਦਾ ਬਹੁਤ ਈਜ਼ੀਲੀ। ਅੱਧੇ ਘੰਟੇ 'ਚ ਇਹ ਸਾਰਾ ਪੋਰਸ਼ਨ ਕਰ ਸਕਦਾ। ਫਿਰ ਮੇਰੇ ਕੋਲ ਇਹ ਮੈਥਸ ਵਾਲਾ ਪੋਰਸ਼ਨ ਰੀਜ਼ਨਿੰਗ ਵਾਲਾ ਪੋਰਸ਼ਨ ਕਰਨ ਲਈ ਪਿਆ ਮੇਰੇ ਕੋਲ ਟਾਈਮ ਹੀ ਟਾਈਮ ਹੈ। 1.5 ਘੰਟਾ ਮੇਰੇ ਕੋਲ ਪਿਆ, ਉਹ ਕੁਐਸਚਨਸ ਮੈਂ ਟੈਕਲ ਕਰ ਸਕਦਾ। ਕਈ ਵਾਰੀ ਕੀ ਹੁੰਦਾ ਕਿ ਲਾਈਕ ਅਦਰਵਾਈਜ਼ ਜਿਵੇਂ ਹੁਣ ਲਾਈਕ ਮੈਂ ਮੰਨਦਾ ਕਿ ਮੇਰਾ ਮੈਥ ਥੋੜ੍ਹਾ ਜਿਹਾ ਠੀਕ ਠਾਕ ਜਿਹਾ ਹੈਗਾ, ਬਟ ਈਵਨ ਦੈਨ ਆਈ ਕੈਨ ਇਨਕਾਊਂਟਰ ਲਾਈਕ ਵਨ ਸੱਚ ਔਡ ਕੁਐਸਚਨ ਕਿ ਜਿਸ 'ਚ ਮੈਂ ਅਟਕ ਗਿਆ। ਮੇਰਾ ਮੈਥ ਸਟਰੋਂਗ ਹੈ ਬਟ ਉਹ ਕੁਐਸਚਨ ਹੀ ਇੱਦਾਂ ਦਾ ਸੀਗਾ ਕੈਲਕੂਲੇਸ਼ਨ 'ਚ ਮੈਂ ਅਟਕ ਗਿਆ। ਪਹਿਲੀ ਗੱਲ ਤਾਂ ਅਟਕਣਾ ਵੈਸੇ ਹੀ ਆਊਟ ਆਫ ਸਿਲੇਬਸ ਕਰੋ। ਟਾਈਮ ਬੰਨ ਲਓ ਵੀ ਇਸ ਤੋਂ ਜ਼ਿਆਦਾ ਟਾਈਮ ਤਾਂ ਮੈਂ ਇੱਕ ਕੁਐਸਚਨ 'ਤੇ ਦੇਣਾ ਨਹੀਂ ਹੈਗਾ। ਹੁਣ ਇੱਕ ਚੀਜ਼ ਜਿਹੜੀ ਹੈਗੀ ਹੈ ਕਿ ਟਾਈਮ ਬੰਨ ਲਓ, ਇਸ ਤੋਂ ਜ਼ਿਆਦਾ ਟਾਈਮ ਮੈਂ ਇੱਕ ਕੁਐਸਚਨ 'ਤੇ ਦੇਣਾ ਨਹੀਂ ਹੈਗਾ। ਇਹਦਾ ਈਜ਼ੀਅਰ ਸੈਡ ਦੈਨ ਡਨ ਹੈ, ਕਿਉਂਕਿ ਜਦੋਂ ਆਪਾਂ 5 ਮਿੰਟ ਲਾਤੇ ਹੁੰਦੇ ਆ ਇੱਕ ਕੁਐਸਚਨ 'ਤੇ ਐਂਡ ਆਪਣਾ ਆਨਸਰ ਨਹੀਂ ਆਇਆ ਹੁੰਦਾ, ਆਪਾਂ ਹਜੇ ਕੈਲਕੂਲੇਸ਼ਨ 'ਚ ਫਸੇ ਹੁੰਦੇ ਆ, ਉਦੋਂ ਲੱਗਦਾ ਹੈ ਕਿ ਯਾਰ ਬਸ 30 ਸੈਕਿੰਡ ਹੋਰ ਅਤੇ ਇਹਦਾ ਆਨਸਰ ਆ ਜਾਊਗਾ। ਮੇਰੇ 5 ਮਿੰਟ ਲੱਗੇ ਕਿਸੇ ਅਰਥ ਲੱਗ ਜਾਣਗੇ। ਨਹੀਂ ਤਾਂ ਮਤਲਬ ਮੈਂ ਅਗਲੇ ਕੁਐਸਚਨ 'ਤੇ ਜੇ ਮੂਵ ਕਰ ਗਿਆ ਤਾਂ ਮੈਨੂੰ ਫਿਰ ਕੈਲਕੂਲੇਸ਼ਨ ਦੁਬਾਰਾ ਕਰਨੀ ਪੈਣੀ ਹੈ। 30 ਸੈਕਿੰਡ ਬੀਤ ਜਾਂਦੇ ਆ, ਫਿਰ ਮੈਨੂੰ ਲੱਗਦਾ ਕਿ ਯਾਰ 30 ਸੈਕਿੰਡ ਹੋਰ। ਉਹਦੇ ਨਾਲ ਕੀ ਹੁੰਦਾ 30 ਸੈਕਿੰਡ ਕਰਦੇ ਕਰਦੇ ਆਪਾਂ 10 ਮਿੰਟ ਇੱਕ ਹੀ ਕੁਐਸਚਨ 'ਤੇ ਲਾਤੇ, ਆਨਸਰ ਉਹਦਾ ਫਿਰ ਪਤਾ ਨਹੀਂ ਆਇਆ ਕਿ ਨਹੀਂ ਆਇਆ। ਚਲੋ ਆ ਗਿਆ ਤਾਂ ਬਹੁਤ ਵਧੀਆ ਗੱਲ ਹੈ, ਬਟ ਯੂ ਸੀ ਕਿ ਆਪਾਂ 10 ਮਿੰਟ ਲਾਤੇ ਇੱਕ ਕੁਐਸਚਨ 'ਤੇ, ਬਹੁਤ ਜ਼ਿਆਦਾ ਡਿਸਪ੍ਰੋਪੋਰਸ਼ਨੇਟਲੀ ਆਪਾਂ ਜ਼ਿਆਦਾ ਟਾਈਮ ਲਾਤਾ ਇੱਕ ਕੁਐਸਚਨ 'ਤੇ। ਇੰਨਾ ਟਾਈਮ ਥੋੜ੍ਹੀ ਮਿਲਦਾ ਆਪਾਂ ਨੂੰ ਪੇਪਰ 'ਚ। ਤਾਂ ਸਟਕ ਨਹੀਂ ਹੋਣਾ ਇੱਕ ਕੁਐਸਚਨ 'ਤੇ। ਆਪਾਂ ਤੁਸੀਂ ਟਾਈਮ ਬੰਨ ਲਓ ਵੀ ਇੰਨਾ ਟਾਈਮ ਵੱਧ ਤੋਂ ਵੱਧ ਮੈਂ ਇੱਕ ਕੁਐਸਚਨ 'ਤੇ ਲਾਊਂਗਾ ਹਰ ਕੁਐਸਚਨ 'ਤੇ। ਨਾਓ ਇਹ ਵੀ ਇੱਕ ਐਗਜ਼ਾਮ ਉਹ ਹੈਗਾ, ਕੁਝ ਬੱਚੇ ਕੀ ਕਰਦੇ ਆ ਕਿ ਜ਼ਿਆਦਾ ਇਸ ਐਡਵਾਈਸ ਨੂੰ ਬਹੁਤ ਜ਼ਿਆਦਾ ਰਿਲੀਜੀਅਸਲੀ ਲੈ ਲੈਂਦੇ, ਬਹੁਤ ਜ਼ਿਆਦਾ ਸੀਰੀਅਸਲੀ ਲੈ ਲੈਂਦੇ ਆ ਕਿ ਇੱਕ ਇੱਕ ਕੁਐਸਚਨ 'ਤੇ ਉਹ ਘੜੀ ਦਾ ਟਾਈਮ ਸੈੱਟ ਕਰਕੇ ਬੈਠੇ ਰਹਿੰਦੇ ਆ। ਉਹ ਕੰਮ ਵੀ ਨਹੀਂ ਕਰਨਾ ਹੈਗਾ, ਉਹਦੇ ਨਾਲ ਟਾਈਮ ਵੇਸਟ ਜ਼ਿਆਦਾ ਹੁੰਦਾ। ਮਤਲਬ ਉਹ ਟਾਈਮ ਬੰਨਣਾ ਇੱਕ ਕੁਐਸਚਨ ਦੇ ਹਿਸਾਬ ਨਾਲ ਕਿ 6 ਮਿੰਟ ਹੋ ਗਏ 6 ਮਿੰਟ ਹੋ ਗਏ 4 ਮਿੰਟ ਹੋ ਗਏ 4 ਮਿੰਟ ਹੋ ਗਏ, ਉਹ ਆਪਣੇ ਆਪ 'ਚ CSAT ਦਾ ਕੁਐਸਚਨ ਬਣ ਜਾਂਦਾ ਹੈ। ਤੁਸੀਂ ਸੈਕਸ਼ਨ ਵਾਈਜ਼ ਚੱਲੋ, ਆਹ ਸੈਕਸ਼ਨ ਮੈਂ ਅੱਧੇ ਘੰਟੇ 'ਚ ਕਰ ਲੈਣਾ, ਆਹ 10 ਕੁਐਸਚਨ ਮੈਂ 15 ਮਿੰਟ 'ਚ ਕਰ ਲੈਣੇ ਆ। ਇਸ ਤਰ੍ਹਾਂ ਕਰਕੇ ਮਤਲਬ ਤੁਸੀਂ ਥੋੜ੍ਹਾ ਚੰਕ ਆਫ ਕੁਐਸਚਨਸ ਦਾ ਤੁਸੀਂ ਟਾਈਮ ਮੰਨ ਕੇ ਚੱਲੋ ਵੀ ਜੇ ਮੇਰੇ ਇੰਨੇ ਕੁਐਸਚਨ ਨਹੀਂ ਹੋਏ ਤਾਂ ਮੈਂ ਅਗਲੇ ਸੈਕਸ਼ਨ 'ਤੇ ਮੂਵ ਕਰ ਜਾਊਂਗਾ, ਜੇ ਮੇਰੇ ਇੰਨੇ ਕੁਐਸਚਨ ਅੱਧੇ ਘੰਟੇ 'ਚ ਨਹੀਂ ਹੋਏ ਤਾਂ ਮੈਂ ਅਗਲੇ ਸੈਕਸ਼ਨ 'ਤੇ ਮੂਵ ਕਰ ਜਾਊਂਗਾ। ਟਰੈਕ ਰੱਖੋ ਹਰ 15 ਮਿੰਟ ਬਾਅਦ, ਹਰ ਅੱਧੇ ਘੰਟੇ ਬਾਅਦ, ਨਾਟ ਆਫਟਰ ਐਵਰੀ ਕੁਐਸਚਨ। ਉਹ ਥੋੜ੍ਹਾ ਜਿਹਾ ਕੰਬਲਸਮ ਜਿਹਾ ਹੋ ਜਾਂਦਾ ਹੈ ਪੇਪਰ ਵਾਲਾ, ਪਹਿਲਾਂ ਹੀ ਇੰਨੀ ਟੈਨਸ਼ਨ ਹੁੰਦੀ ਹੈ ਉੱਤੋਂ ਦੀ ਲਈ ਹਰ ਕੁਐਸਚਨ ਤੋਂ ਬਾਅਦ ਘੜੀ ਜੀ ਮਿਲਾਈ ਜਾਓ, ਉਹ ਵੀ ਥੋੜ੍ਹਾ ਜਿਹਾ ਸੈੱਟ ਨਹੀਂ ਰਹਿੰਦਾ ਕੰਮ। ਬਟ ਸੋ ਇੱਥੋਂ ਤੁਸੀਂ 2 ਗੱਲਾਂ ਕੀ ਸਿੱਖੀਆਂ ਇੱਥੇ। ਇੱਕ ਤਾਂ ਉਹ ਵਾਲਾ ਪੋਰਸ਼ਨ ਤੁਸੀਂ ਪਹਿਲਾਂ ਕਰੋ ਜਿਹੜਾ ਤੁਹਾਨੂੰ ਆਉਂਦਾ ਹੈ, ਜਿਸ 'ਚ ਤੁਸੀਂ ਕੌਨਫੀਡੈਂਟ ਹੋ, ਤੁਹਾਡੇ 4 ਕੁਐਸਚਨ ਠੀਕ ਹੋਣਗੇ, ਦਿਲ ਨੂੰ ਕੌਨਫੀਡੈਂਸ ਮਿਲਦਾ। ਅਗਲਾ ਕੁਐਸਚਨ ਬੰਦਾ ਜਿਗਰਾ ਖੋਲ ਕੇ ਕਰਦਾ ਕਿ ਆ ਜਾਓ ਹੁਣ ਮੈਂ ਦੱਸਦਾ, ਠੀਕ ਹੈ। ਅਤੇ ਸਟਕ ਨਹੀਂ ਹੋਣਾ। ਜੇ ਇੱਕ ਅੱਧਾ ਕੁਐਸਚਨ ਨਹੀਂ ਸੋਲਵ ਹੋ ਰਿਹਾ ਕੋਈ ਗੱਲ ਨਹੀਂ, ਲੀਵ ਇਟ, ਮੂਵ ਟੂ ਦੀ ਨੈਕਸਟ ਕੁਐਸਚਨ। ਉਹ ਕੁਐਸਚਨ ਸੋਲਵ ਕਰੋ, ਫਰੈਸ਼ ਮਾਈਂਡ ਨਾਲ ਸੋਲਵ ਕਰੋ ਐਂਡ ਅੱਗੇ ਇਸੇ ਤਰ੍ਹਾਂ ਮੂਵ ਕਰਦੇ ਰਹੋ। ਤਾਂ ਇਹ ਕੁਝ ਗੱਲਾਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਤੁਸੀਂ ਧਿਆਨ 'ਚ ਦੇਣੀ ਹੈ। ਬਾਕੀ ਮੈਂ GS ਦੇ ਕੁਐਸਚਨਸ ਤੁਹਾਡੇ ਨਾਲ ਡਿਸਕਸ ਕਰੂੰਗਾ ਹੀ, ਅਤੇ ਉਹਨਾਂ ਕੁਐਸਚਨਸ ਨੂੰ ਡਿਸਕਸ ਕਰਦੇ ਹੋਏ ਵੀ ਆਪਾਂ ਕੁਝ ਪੁਆਇੰਟਸ ਦੇਖਾਂਗੇ, ਠੀਕ ਹੈ ਜੀ। ਤਾਂ ਹੁਣ ਆਪਾਂ GS ਵਾਲੇ ਕੁਐਸਚਨਸ ਦੀ ਡਿਸਕਸ਼ਨ ਸਟਾਰਟ ਕਰਦੇ ਹਾਂ। ਇਸ ਡਿਸਕਸ਼ਨ ਨੂੰ ਬੱਚੇ ਕੋਈ ਇੱਦਾਂ ਲਾਈਕ ਲਰਨਿੰਗ ਐਕਸਪੀਰੀਅੰਸ ਜਿੰਨਾ ਹੋ ਜਾਏ ਆਪਾਂ ਨੂੰ ਡਿਊਰਿੰਗ ਦੀ ਕੋਰਸ ਆਫ ਵੀਡੀਓਜ਼, ਜਿਹੜੀ ਤੁਹਾਨੂੰ ਇਨਫੋਰਮੇਸ਼ਨ ਪਤਾ ਲੱਗ ਗਈ, ਜਿੰਨੀ ਰਿਟੇਨ ਹੋ ਗਈ। ਹੁਣ ਇਹਨੂੰ ਰੱਟਾ ਨਹੀਂ ਮਾਰਨ ਲੱਗ ਪੈਣਾ। ਇਹ ਵੀਡੀਓ ਖਤਮ ਹੋਣ ਤੋਂ ਬਾਅਦ ਕੀ ਕਰਨਾ ਹੈ, ਜੇ ਤੁਸੀਂ ਕੁਝ ਲਾਸਟ ਮੂਮੈਂਟ ਰਿਵੀਜ਼ਨ ਵਾਸਤੇ ਰੱਖਿਆ ਹੋਇਆ ਉਹਨੂੰ ਲਾਈਕ ਆਪਣੇ ਨਜ਼ਰਾਂ ਦੇ ਸਾਹਮਣੇ ਰੱਖੋ ਐਂਡ ਉਹ ਪੇਜਿਸ ਸਕਿਮ ਕਰੋ। Have a good night sleep. That is very important for a good agla attempt.
2 + 2 4 ਘੰਟੇ ਪੂਰੇ ਦਿਨ ਦੀ ਮਿਹਨਤ ਹੈ, ਪਲੱਸ ਮੈਂਟਲ ਐਗਜ਼ਰਸ਼ਨ ਜਿਹੜੀ ਹੋ ਰਹੀ ਹੈ ਪੇਪਰ ਦਿੰਦੇ ਹੋਏ। ਬਹੁਤ ਜ਼ਰੂਰੀ ਹੈ ਕਿ ਤੁਸੀਂ ਤੁਹਾਡਾ એનર્ਜੀ ਲੈਵਲ ਚੰਗਾ ਹੈ, ਤੁਸੀਂ ਕੀਪ ਯੋਰਸੈਲਫ ਹਾਈਡਰੇਟਡ। ਪਾਣੀ ਦੀ ਬੋਟਲ ਨਾਲ ਲੈ ਕੇ ਜਾਣਾ, ਵੈਸੇ ਐਗਜ਼ਾਮੀਨੇਸ਼ਨ ਸੈਂਟਰ 'ਚ ਵੀ ਹੁੰਦਾ, ਬਟ ਤੁਸੀਂ ਪਾਣੀ ਦੀ ਬੋਟਲ ਆਪਣੇ ਨਾਲ ਲੈ ਕੇ ਜਾਓ। ਕੀਪ ਯੋਰਸੈਲਫ ਹਾਈਡਰੇਟਡ। ਇੱਕ ਲਾਈਕ ਪ੍ਰੋਪਰ ਤੁਹਾਡਾ ਜੇ ਮੈਂਟਲ ਮੇਕਅਪ ਹੋਊਗਾ ਤਾਂ ਹੀ ਤੁਸੀਂ ਅੱਛਾ ਅਟੈਂਪਟ ਦੇ ਪਾਓਗੇ, ਤਾਂ ਹੀ ਦ ਬੈਸਟ ਵਿਲ ਕਮ ਆਊਟ ਆਫ ਯੂ। ਉਹਦੇ ਲਈ ਜ਼ਰੂਰੀ ਹੈ ਕਿ ਯੂ ਹੈਵ ਅ ਗੁੱਡ ਨਾਈਟ ਸਲੀਪ, ਚੰਗੇ ਟਾਈਮ ਨਾਲ ਸੌ ਜਾਣਾ 10-11 ਵਜੇ, ਐਂਡ ਆਰਾਮ ਨਾਲ ਮਤਲਬ ਉੱਠਣਾ 6-7 ਘੰਟੇ ਦੀ ਮਿਨੀਮਮ ਨੀਂਦ ਤੁਸੀਂ ਪੂਰੀ ਕਰਕੇ ਜਾਣਾ। ਲਾਈਕ ਆਈ ਐਮ ਨਾਟ ਫੇਵਰ ਆਫ ਦੋਜ਼ ਐਕਟੀਵਿਟੀਜ਼ ਕਿ ਪੇਪਰ ਤੋਂ ਇੱਕ ਦਿਨ ਪਹਿਲਾਂ ਸਾਰੀ ਰਾਤ ਬਹਿ ਕੇ ਪੜ੍ਹੀ ਗਏ। ਬਈ ਜੇ ਪਿਛਲੇ 6 ਮਹੀਨੇ ਨਹੀਂ ਪੜ੍ਹੇ ਤਾਂ ਸਾਰੀ ਰਾਤ ਬਹਿ ਕੇ ਵੀ ਕੁਛ ਨਹੀਂ ਹੋ ਜਾਊਗਾ, ਅਤੇ ਪਿਛਲੇ ਜੇ 6 ਮਹੀਨੇ ਪੜ੍ਹੇ ਤਾਂ ਆਪਾਂ ਨੂੰ ਸਾਰੀ ਰਾਤ ਬਹਿ ਕੇ ਪੜ੍ਹਨ ਦੀ ਲੋੜ ਨਹੀਂ ਪੇਪਰ ਤੋਂ ਇੱਕ ਦਿਨ ਪਹਿਲਾਂ। ਸਿਲੇਬਸ ਹੀ ਇੰਨਾ ਵਾਸਟ ਹੈ, ਲਾਸਟ ਦੀ ਇੱਕ ਰਾਤ 'ਚ ਕਿੰਨੀ ਰਿਵੀਜ਼ਨ ਹੋ ਜਾਊਗੀ। ਠੀਕ ਹੈ, ਤਾਂ ਇਹ ਕੁਛ ਗੱਲਾਂ ਤੁਸੀਂ ਧਿਆਨ 'ਚ ਦੇਣੀਆਂ। ਅਤੇ ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਆਹ ਤੁਸੀਂ 100 ਕੁਐਸਚਨ ਬਸ ਮੇਰੇ ਨਾਲ ਕਰ ਲਓ, ਜਿੰਨੇ ਯਾਦ ਰਹਿ ਜਾਣ ਰੱਬ ਦੀ ਕਿਰਪਾ ਹੈ। ਮਤਲਬ ਪਤਾ ਹੀ ਹੈ ਆਪਾਂ ਨੂੰ, ਮੋਸਟ ਆਫ ਦੀ ਕੁਐਸਚਨਸ ਆਈ ਹੋਪ ਤੁਹਾਨੂੰ ਆਉਂਦੇ ਹੀ ਹੋਣੇ ਹੈ। ਜੇ ਕੋਈ ਐਡੀਸ਼ਨਲ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਸੀਂ ਲਾਈਕ ਉੱਦਾਂ ਹੀ ਜਿੰਨੀ ਯਾਦ ਰਹਿ ਜਾਏ, ਠੀਕ ਹੈ। ਸੋ ਵਿਦ ਦਿਸ ਲਾਈਕ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਆਲ ਦੀ ਬੈਸਟ, ਐਂਡ ਆਈ ਜਸਟ ਸਟਾਰਟ ਡਿਸਕਸਿੰਗ ਦੀ ਕੁਐਸਚਨਸ ਵਿਦ ਯੂ ਪੀਪਲ। ਸੋ the first question, the movie The Accidental Prime Minister was based on a book with the same title. Who authored the book Accidental Prime Minister? Accidental Prime Minister मूवी आई ਸੀਗੀ, ਇਹ ਬੁੱਕ ਦੇ ਉੱਪਰ ਬੇਸ ਸੀਗੀ। ਆਪਾਂ ਨੂੰ ਬੁੱਕ ਦਾ ਆਥਰ ਪੁੱਛਿਆ, ਹਾਰਡਕੋਰ ਇਨਫੋਰਮੇਸ਼ਨ, ਹਾਰਡਕੋਰ ਫੈਕਚੁਅਲ ਕੁਐਸਚਨ ਹੈ। ਇਹਦਾ ਆਪਾਂ ਨੂੰ ਦੱਸਣਾ ਕਿ ਆਨਸਰ ਕੀ ਹੈ। ਨ੍ਰਿਪੇਂਦਰ ਮਿਸ਼ਰਾ, ਸੰਜੇ ਬਰੂ, ਅਜੀਤ ਡੋਵਲ ਜਾਂ ਸੁਜਾਤਾ ਮਹਿਤਾ? ਆਨਸਰ ਹੈ ਇਹਦਾ ਸੰਜੇ ਬਰੂ। ਨੈਕਸਟ ਕੁਐਸਚਨ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ ਅਬਾਊਟ ਦੀ ਅਰਥਕੁਏਕਸ। ਹੁਣ ਆਹ ਜਿਹੜੇ ਕੁਐਸਚਨ ਹੁੰਦੇ ਆ ਇਹ ਬੱਚਿਆਂ ਨੂੰ ਲੱਗਦੇ ਆ ਡਿਫੀਕਲਟ ਕੁਐਸਚਨ, ਬਟ ਮੈਂ ਮੰਨਦਾ ਹਾਂ ਕਿ ਇਹ ਥੋੜ੍ਹੇ ਜਿਹੇ ਈਜ਼ੀ ਕੁਐਸਚਨ ਹੁੰਦੇ ਆ, ਕਿਉਂਕਿ ਆਪਾਂ ਨੂੰ 3 ਸਟੇਟਮੈਂਟਸ ਦਿੱਤੀਆਂ। 3 ਸਟੇਟਮੈਂਟਸ ਦੇ ਬੇਸਿਸ 'ਤੇ ਆਪਾਂ ਨੂੰ ਕੁਝ ਆਪਸ਼ਨਸ ਦਿੱਤੀਆਂ ਹੋਈਆਂ, ਐਂਡ ਆਪਸ਼ਨਸ 'ਚ ਵੀ ਉਹਨਾਂ ਸਟੇਟਮੈਂਟਸ ਦਾ ਕੋਈ ਕੰਬੀਨੇਸ਼ਨ ਦਿੱਤਾ ਹੋਇਆ। ਕਿਸੇ ਸਟੇਟਮੈਂਟ ਬਾਰੇ ਤਾਂ ਆਪਾਂ ਨੂੰ ਕੁਝ ਪਤਾ ਹੋਊਗਾ, ਜੇ ਆਪਾਂ ਤਿਆਰੀ ਕੀਤੀ ਹੈ ਥੋੜ੍ਹੀ ਜਿਹੀ ਸੀਰੀਅਸਲੀ, ਕਿਸੇ ਸਟੇਟਮੈਂਟ ਬਾਰੇ ਤਾਂ ਕੁਝ ਪਤਾ ਹੋਊਗਾ। ਜੇ ਆਪਾਂ ਨੂੰ ਤਿੰਨਾਂ ਸਟੇਟਮੈਂਟਸ ਬਾਰੇ ਐਗਜ਼ੈਕਟ ਜਾਣਕਾਰੀ ਨਹੀਂ ਵੀ ਹੈਗੀ, ਕੁਛ ਨਾ ਕੁਛ ਕਿਸੇ ਨਾ ਕਿਸੇ ਸਟੇਟਮੈਂਟ ਬਾਰੇ ਪਤਾ ਹੋਊਗਾ, ਉਹਦੇ ਬੇਸਿਸ 'ਤੇ ਆਪਾਂ ਕੁਝ ਆਪਸ਼ਨਸ ਐਲੀਮੀਨੇਟ ਕਰ ਦਿੰਦੇ ਹਾਂ। ਫਿਰ ਮੰਨ ਲਓ 2 ਆਪਸ਼ਨਸ ਐਲੀਮੀਨੇਟ ਹੋ ਗਈਆਂ ਅਤੇ ਪਿੱਛੇ ਬਚੀਆਂ 2 ਆਪਸ਼ਨਸ। ਹੁਣ ਉਹਨਾਂ 2 ਆਪਸ਼ਨਸ 'ਚ ਆਪਾਂ ਇੱਕ ਰਫ ਗੈਸ ਵੀ ਮਾਰਨਾ ਹੈ, ਤਾਂ ਆਪਣੇ ਲਈ ਇੱਕ ਈਜ਼ੀ ਟਾਸਕ ਹੈ ਐਜ਼ ਕੰਪੇਅਰ ਟੂ ਕਿ ਆਪਾਂ 4 ਆਪਸ਼ਨਸ 'ਚ ਇੱਕ ਰੈਂਡਮ ਗੈਸ ਮਾਰਨਾ ਹੈ। ਦੇਖਦੇ ਹਾਂ। The earthquake is measured by an apparatus seismograph. The point where energy is released during the earthquake is known as epicenter. The earthquake magnitude is measured on the Richter scale. ਹੁਣ ਇਹਨਾਂ 'ਚ ਘੱਟੋ ਘੱਟ ਆਪਾਂ ਰਿਕਟਰ ਸਕੇਲ ਦਾ ਨਾਮ ਤਾਂ ਸਾਰਿਆਂ ਨੇ ਹੀ ਸੁਣਿਆ। ਲਾਈਕ ਆਈ ਹੋਪ ਤੁਹਾਨੂੰ ਕੁਐਸਚਨ ਅਦਰਵਾਈਜ਼ ਆਉਂਦਾ ਹੀ ਹੋਣਾ ਹੈ, ਬਟ ਲਾਈਕ ਇਫ ਆਈ ਟਾਕ ਫਰੋਮ ਦੀ ਪੁਆਇੰਟ ਆਫ ਵਿਊ ਆਫ ਲੇਮੈਨ, ਰਿਕਟਰ ਸਕੇਲ ਤਾਂ ਸਭ ਨੇ ਸੁਣਿਆ ਹੀ ਹੋਣਾ ਕਿ 7.8 ਮੈਗਨੀਟਿਊਡ ਔਨ ਰਿਕਟਰ ਸਕੇਲ ਦਾ ਅਰਥਕੁਏਕ ਆਇਆ XYZ ਜਗ੍ਹਾ 'ਤੇ। ਤਾਂ ਇਹ ਸਟੇਟਮੈਂਟ ਤਾਂ ਆਪਣੀ ਠੀਕ ਹੈ। ਅਰਥਕੁਏਕ ਨੂੰ ਸਾਈਜ਼ਮੋਗ੍ਰਾਫ ਨਾਲ ਮੈਜਰ ਕੀਤਾ ਜਾਂਦਾ ਹੈ। ਸਾਈਜ਼ਮਿਕ ਵੇਵਸ ਅਰਥਕੁਏਕਸ ਨੂੰ ਕਹਿੰਦੇ ਹੈ। ਸਾਈਜ਼ਮੋਲੋਜੀ ਅਰਥਕੁਏਕਸ ਦੀ ਸਟੱਡੀ ਨੂੰ ਕਹਿੰਦੇ ਹੈ। ਸਾਈਜ਼ਮੋਗ੍ਰਾਫ ਉਹ ਇੰਸਟਰੂਮੈਂਟ ਜਿਹਦੇ ਨਾਲ ਅਰਥਕੁਏਕਸ ਨੂੰ ਮੇਜਰ ਕਰੀਦਾ, ਸਾਈਜ਼ਮਿਕ ਵੇਵਸ ਨੂੰ ਮੇਜਰ ਕਰੀਦਾ। ਇਹ ਸਟੇਟਮੈਂਟ ਵੀ ਠੀਕ ਹੈ। ਦੀ ਪੁਆਇੰਟ ਵੇਅਰ ਦੀ ਐਨਰਜੀ ਇਜ਼ ਰਿਲੀਜ਼ਡ, 2 ਪੁਆਇੰਟਸ ਇੱਥੇ ਇੰਪੋਰਟੈਂਟ ਆਪਾਂ ਧਿਆਨ 'ਚ ਰੱਖਣੇ ਹੈ। ਤੁਸੀਂ ਅਦਰਵਾਈਜ਼ ਤੁਹਾਨੂੰ ਆਉਂਦੇ ਹੋਣੇ ਆਈ ਹੋਪ, ਕਿ ਜਿੱਥੇ ਐਨਰਜੀ ਰਿਲੀਜ਼ ਹੁੰਦੀ ਹੈ ਐਂਡ ਜਿੱਥੇ ਮਤਲਬ ਉਹ ਪੁਆਇੰਟ ਔਨ ਅਰਥ ਜਿੱਥੇ ਉਹ ਐਨਰਜੀ ਆਪਾਂ ਨੂੰ ਪਹਿਲੀ ਵਾਰੀ ਫੀਲ ਹੁੰਦੀ ਹੈ ਅਰਥ ਦੀ ਸਰਫੇਸ 'ਤੇ, ਜਿੱਥੇ ਰਿਲੀਜ਼ ਹੁੰਦੀ ਹੈ ਉਹਨੂੰ ਕਹੀਦਾ ਆਪਾਂ ਫੋਕਸ, ਐਂਡ ਜਿਹੜੇ ਪੁਆਇੰਟ ਔਨ ਅਰਥ 'ਤੇ ਪਹਿਲੀ ਵਾਰ ਐਕਸਪੀਰੀਅੰਸ ਕੀਤੀ ਜਾਂਦੀ ਹੈ ਉਹਨੂੰ ਕਹਿੰਦੇ ਆ ਐਪੀਸੈਂਟਰ। ਤਾਂ ਇਸ ਨੌਲੇਜ ਦੇ ਬੇਸਿਸ 'ਤੇ ਇਹ ਵਾਲਾ ਪੁਆਇੰਟ ਤਾਂ ਗਲਤ ਹੋ ਗਿਆ, ਇੱਥੇ ਆਉਣਾ ਚਾਹੀਦਾ ਸੀਗਾ ਫੋਕਸ। ਤਾਂ ਸੈਕਿੰਡ ਸਟੇਟਮੈਂਟ ਗਲਤ ਹੈ। 1 and 3 are correct. C is the right answer. Next question. Which of the following statements about the solar system are correct? ਇਹ ਜਿਹੜੇ ਸਟੇਟਮੈਂਟ ਬੇਸਡ ਕੁਐਸਚਨ 'ਚ ਇੱਕ ਚੀਜ਼ ਤੁਸੀਂ ਹੋਰ ਧਿਆਨ 'ਚ ਰੱਖਣੀ ਹੈ, ਆ ਕਰੈਕਟ ਹੈ ਜਾਂ ਇਨਕਰੈਕਟ ਹੈ, ਹਰ ਕੁਐਸਚਨ 'ਚ ਤੁਸੀਂ ਅੰਡਰਲਾਈਨ ਕਰਨਾ ਹੈ। ਜੇ 80 ਦੇ 80 ਕੁਐਸਚਨ ਸਟੇਟਮੈਂਟ ਬੇਸਡ ਕੁਐਸਚਨ ਆਉਂਦੇ ਆ ਨਾ ਤੁਹਾਡੇ ਕੁਐਸਚਨ ਪੇਪਰ 'ਚ, 80 ਵਾਰ ਇੱਥੇ ਗੋਲਾ ਵੱਜਿਆ ਹੋਣਾ ਚਾਹੀਦਾ ਕਿ ਕਰੈਕਟ ਦੱਸਣਾ ਹੈ ਕਿ ਇਨਕਰੈਕਟ ਦੱਸਣਾ ਹੈ। ਐਂਡ ਆਪਸ਼ਨ ਮਾਰਕ ਕਰਨ ਤੋਂ ਪਹਿਲਾਂ ਇੱਕ ਵਾਰੀ ਉੱਪਰ ਗੋਲੇ 'ਤੇ ਨਜ਼ਰ ਮਾਰ ਲੈਣੀ ਹੈ, ਜਿਵੇਂ ਮੈਂ ਕਰੈਕਟ ਹੀ ਮਾਰਕ ਕਰਦਾ ਪਿਆ ਨਾ। ਕਈ ਵਾਰੀ ਕੀ ਹੁੰਦਾ, ਅੱਛਾ ਸਟੇਟਮੈਂਟ ਠੀਕ ਹੈ, ਸਟੇਟਮੈਂਟ ਠੀਕ ਹੈ, ਤਾਂ ਆਨਸਰ ਹੋ ਗਿਆ 1 and 2।
ਪੁੱਛਿਆ ਸੀਗਾ ਇਨਕਰੈਕਟ, ਆਂਸਰ ਹੋਣਾ ਚਾਹੀਦਾ ਸੀਗਾ 3 ਓਨਲੀ, ਆਂਸਰ ਮੈਂ ਕਰਤਾ 1 ਐਂਡ 2 ਕਿਉਂਕਿ ਮੈਂ ਇੱਥੇ ਗੋਲਾ ਨਹੀਂ ਮਾਰਿਆ। मतलब गोला नहीं मारिया इज जस्ट अ वर्ड कि मैं ध्यान नहीं दिता कि करैक्ट मार्क करना है कि इनकरैक्ट मार्क करना है। तो मेरे हिसाब नाल लाइक आई परसनली आइदर अंडरलाइन या फिर मैं लाइक इनसर्कल कर लेना कि करैक्ट मार्क करना है कि इनकरैक्ट मार्क करना है। द सोलर सिस्टम कंसिस्ट ऑफ 9 प्लैनेट्स। ये तो पहले हुआ करता था जब प्लूटो वॉज ऑल्सो कंसिडर्ड अ प्लैनेट। प्लूटो ਨੂੰ ਹੁਣ ਆਪਾਂ ਪਲੈਨਟਸ ਦੀ ਕੈਟੇਗਰੀ ਚੋਂ ਬਾਹਰ ਕੱਢਤਾ ਤੇ ਹੁਣ ਬਚੇ ਆ 8 ਪਲੈਨਟਸ। ਵੀਨਸ ਇਜ਼ ਦੀ ਹੌਟੈਸਟ ਪਲੈਨਟ ਆਫ ਦੀ ਸੋਲਰ ਸਿਸਟਮ, ਬਿਲਕੁਲ ਸਹੀ ਬਾਤ ਹੈ। ਕਾਰਬਨ ਡਾਈਆਕਸਾਈਡ ਦਾ ਐਕਸਟੈਂਸਿਵ ਇਹਦਾ ਐਟਮੋਸਫੇਅਰ ਹੈ, ਬਹੁਤ ਜ਼ਿਆਦਾ ਗ੍ਰੀਨ ਹਾਊਸ ਇਫੈਕਟ ਹੈ, ਹੌਟੈਸਟ ਪਲੈਨਟ ਹੈ। Venus and Uranus are the only 2 planets of the solar system that do not rotate west to east। बाकी सारे planets west to east rotate करते हैं, Venus ते Uranus west to east नहीं rotate करते। तो ये स्टेटमेंट भी बिल्कुल सही है। तो 2 and 3 आर करैक्ट। ਆਪਾਂ ਨੂੰ ਕਰੈक्ट ਪੁੱਛਿਆ ਸੀਗਾ, ਆਨਸਰ ਮਾਰਕ ਕੀਤਾ ਆਪਾਂ ਡੀ। ਨੈਕਸਟ, who is known as father of green revolution in India? father of green revolution, MS ਰੰਧਾਵਾ, MS स्वामीनाथन, नॉर्मन बोरलॉग या N सत्यमूर्ति? MS स्वामीनाथन is known as father of green revolution in India। ਤੁਹਾਨੂੰ ਕੁਐਸਚਨ ਆਂਦਾ who is known as father of green revolution in Punjab? MS रंधावा is known as father of green revolution in Punjab। इंडिया का आंसर है MS स्वामीनाथन। नेक्स्ट, जोग्राफिकल स्प्रेड ऑफ इंडिया के कंटेक्स्ट च क्वेश्चन है, आप दसना है विच ऑफ द फॉलोइंग स्टेटमेंट्स आर करेक्ट। नॉर्थ साउथ स्प्रेड ऑफ द कंट्री इज मोर दैन द ईस्ट वेस्ट स्प्रेड। ठीक है, नॉर्थ साउथ है अराउंड 3200 किलोमीटर्स, ईस्ट वेस्ट है अराउंड 2900 किलोमीटर्स, बिल्कुल ठीक बात है। ईस्टर्न मोस्ट पॉइंट ऑफ इंडिया इज किबिथू इन अरुणाचल प्रदेश। मान लेते हैं कि मेरे को ना पता ये स्टेटमेंट ठीक है या गलत है। पहली स्टेटमेंट करेक्ट है, 1 तो ऑप्शन से होना ही होना चाहिए, एटलीस्ट डी ऑप्शन तो मैं रिजेक्ट करती है, डी ऑप्शन में रिजेक्ट करती है। या तो आंसर 1 ओनली है, या 1 and 2 ओनली है, 2 and 3 ओनली है। The easternmost point of India is Kibithu in Arunachal Pradesh। Westernmost point of India is Kala Patthar in Gujarat। ਹੁਣ ਮੰਨ ਲੈਂਦੇ ਕਿ ਜੀ ਮੈਨੂੰ ਇਹ ਦੋਨੋਂ ਸਟੇਟਮੈਂਟ ਚੀਜ਼ਾਂ ਨਹੀਂ ਪਤਾ, ਤਾਂ ਕੀ ਮੈਂ ਆਪਸ਼ਨਸ 'ਚ ਕੁਝ ਹੋਰ ਐਲੀਮੀਨੇਸ਼ਨ ਕਰ ਸਕਦਾ? ਇਸ ਪਰਟੀਕੂਲਰ ਕੇਸ 'ਚ ਮੈਂ ਕੋਈ ਹੋਰ ਐਲੀਮੀਨੇਸ਼ਨ ਨਹੀਂ ਕਰ ਸਕਦਾ। ਮੈਨੂੰ ਇਹਨਾਂ ਦੋਨਾਂ ਸਟੇਟਮੈਂਟਸ ਬਾਰੇ ਕੁਝ ਤਾਂ ਪਤਾ ਹੋਣਾ ਚਾਹੀਦਾ ਹੀ ਹੈ, ਸੋ ਦੈਟ ਆਈ ਕੈਨ ਰੀਚ ਐਟ ਦੀ ਰਾਈਟ ਆਂਸਰ। ਸੋ ਇੱਥੇ ਜੇ ਮੈਨੂੰ ਨਹੀਂ ਪਤਾ ਤਾਂ ਓਨਲੀ ਆਪਸ਼ਨ ਦੈਟ ਆਈ ਹੈਵ ਗੋਟ ਇਜ਼ ਕਿ ਮੈਂ ਇੱਥੇ A B ਤੇ C ਚੋਂ ਐਟਲੀਸਟ D ਤਾਂ ਮੈਂ ਨਾ ਹੀ ਮਾਰਕ ਕਰਾਂ, A B ਤੇ C ਚੋਂ ਅੱਕੜ ਬੱਕੜ ਬੰਬੇ ਬੋ ਕਰ ਲਾਂ। ਚੇਤਨ ਸਰ ਕਹਿੰਦੇ ਇਨੀ ਮਿਨੀ ਮਾਈਨੋ ਮੂੰਹ ਆਪਣੇ ਅੱਕੜ ਬੱਕੜ ਚੱਲਦਾ। ਤਾਂ ਐਟ 1 ਪੁਆਇੰਟ ਆਫ ਟਾਈਮ ਕਿਉਂਕਿ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਤਾਂ ਤੁਹਾਨੂੰ ਮਤਲਬ ਕਿਸੇ ਨਾ ਕਿਸੇ ਕੁਐਸਚਨ 'ਚ ਇੱਦਾਂ ਵੀ ਰੈਂਡਮ ਗੈਸ ਵੀ ਮਾਰਨਾ ਪੈ ਸਕਦਾ। ਬਟ ਅਗੇਨ ਹੁਣ ਰੈਂਡਮ ਗੈਸ 4 'ਚੋਂ ਮਾਰਨ ਦੀ ਬਜਾਏ ਬੈਟਰ ਹੈ ਕਿ ਮੈਂ 3 'ਚ ਮਾਰਾਂ। ਸਹੀ ਹੋਣ ਦੀ ਪ੍ਰੋਬੇਬਿਲਿਟੀ ਇਨਕਰੀਜ਼ ਹੋ ਗਈ। ਪਹਿਲਾਂ 1/4 ਪ੍ਰੋਬੇਬਿਲਿਟੀ 'ਤੇ ਮਾਰਨਾ ਸੀਗਾ, ਹੁਣ 1/3 ਪ੍ਰੋਬੇਬਿਲਿਟੀ 'ਤੇ ਮਾਰ ਰਹੇ ਹਾਂ। ਬਟ ਲਾਈਕ in any case वापस आइए आप फैक्ट्स थे। ईस्टर्न मोस्ट पॉइंट्स के बिथू है अरुणाचल प्रदेश च, बिल्कुल ठीक बात है। वैसटर्न मोस्ट पॉइंट गुजरात च है, ये भी आप लाइक अपन स्टेट वाइज तो आप श्योर है कि यार अरुणाचल प्रदेश च तो है, गुजरात च तो है, बट एग्जैक्टली नहीं पता। गौहर मथ है, ये इनकरैक्ट स्टेटमेंट है, काला पत्थर नहीं हैगा। 1 and 2 आर करेक्ट, बी इज द राइट आंसर। नेक्स्ट क्वेश्चन, which of the following cities lie closest to the longitude that passes through the city of Delhi? India ਦਾ ਮੈਪ ਆਪਣੀਆਂ ਨਜ਼ਰਾਂ 'ਚ ਲਾਈਕ ਤੁਹਾਡੀਆਂ ਨਜ਼ਰਾਂ ਦੇ ਅੱਗੇ ਹੋਣਾ ਚਾਹੀਦਾ। ਇੰਡੀਆ ਦਾ ਮੈਪ, ਪੋਲੀਟੀਕਲ ਮੈਪ ਵੀ, ਫਿਜ਼ੀਕਲ ਮੈਪ ਵੀ, ਬਿਨਾਂ ਮੈਪ ਖੋਲ੍ਹੇ ਐਂਡ ਯੂ ਹੈਵ ਟੂ ਟੈਲ ਕਿ ਕਿਹੜਾ ਸਿਟੀ, ਜੇ ਦਿੱਲੀ ਤੋਂ ਆਪਾਂ ਵਰਟੀਕਲ ਲਾਈਨ ਖਿੱਚੀਏ, ਕਿਹੜਾ ਸਿਟੀ ਕਲੋਜ਼ੈਸਟ ਟੂ ਦੈਟ ਲਾਈਨ ਹੋਊਗਾ, ਕਲੋਜ਼ੈਸਟ ਟੂ ਦੈਟ ਲੌਂਗੀਟਿਊਡ ਹੋਊਗਾ। ਬੈਂਗਲੌਰ, ਵਿਸ਼ਾਖਾਪਟਨਮ, ਨਾਸਿਕ ਜਾਂ ਬੈਂਗਲੌਰ? आंसर है दा बैंगलोर। Which of the following are the forms of precipitation? दो टर्म्स है, precipitation ते condensation, दोनों का डिफरेंस आपां नूं पता होना चाहिए। जे डिफरेंस पता है तो क्वेश्चन च कुछ भी नहीं रखा होया। वाटर इवैपोरेट होंदा है, वाटर वेपर्स बन के इवैपोरेट हो गया। वाटर वेपर्स जदों हुंदे है एयर च तो उन्होंने आपां कहीदा मॉइस्चर। वाटर वेपर्स जदों कंडेंस करते हैं उस प्रोसैस नूं आपां कहीदा कंडेंसेशन।
ਨਾਮ ਤੋਂ ਹੀ ਕਲੀਅਰ ਹੈ, ਕੰਡੈਂਸੇਸ਼ਨ, ਵਾਟਰ ਵੇਪਰਸ ਕੰਡੈਂਸ ਕਰਕੇ। ਲੇਕਿਨ ਕੰਡੈਂਸ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਬਾਰਿਸ਼ ਹੋਣ ਲੱਗ ਪਈ। ਕੰਡੈਂਸ ਹੋ ਕੇ ਵਾਟਰ ਵੇਪਰ ਉੱਦਾਂ ਹੀ ਹਵਾ 'ਚ ਵੀ ਸਸਪੈਂਡਡ ਰਹਿ ਸਕਦੇ ਆ। ਦੈਟ ਪ੍ਰੋਸੈਸ ਇਜ਼ ਕੰਡੈਂਸੇਸ਼ਨ। ਜਦੋਂ ਉਹ ਵਾਟਰ ਵੇਪਰ ਜਿਹੜੇ ਕੰਡੈਂਸ ਕਰ ਗਏ ਹੁਣ ਵਾਟਰ ਡ੍ਰੌਪਲੇਟਸ ਦੀ ਫਾਰਮ 'ਚ, ਉਹ ਇੰਨੇ ਹੈਵੀ ਹੋ ਗਏ ਕਿ ਐਟਮੋਸਫੇਅਰ 'ਚ ਉਹ ਲਟਕੇ ਨਹੀਂ ਰਹਿ ਸਕਦੇ, ਉਹ ਹੁਣ ਨੀਚੇ ਆਉਣਗੇ, ਗਰਾਊਂਡ 'ਤੇ ਫਾਲ ਕਰਨਗੇ। ਗਰਾਊਂਡ 'ਤੇ ਫਾਲ ਕਰਨ ਵਾਲਾ ਪ੍ਰੋਸੈਸ ਇਜ਼ ਪ੍ਰੈਸੀਪੀਟੇਸ਼ਨ। ਤਾਂ ਭਾਵੇਂ ਸਨੋਫਾਲ ਹੋ ਗਈ, ਰੇਨਫਾਲ ਹੋ ਗਈ, ਜਦੋਂ ਗਰਾਊਂਡ 'ਤੇ ਫਾਲ ਕਰਨਾ ਹੈ ਉਦੋਂ ਪ੍ਰੈਸੀਪੀਟੇਸ਼ਨ ਹੋ ਰਹੀ ਹੈ। ਜਦੋਂ ਸਿੰਪਲੀ ਵਾਟਰ ਵੇਪਰ ਦੀ ਕੰਡੈਂਸੇਸ਼ਨ ਹੋਈ ਹੈ ਇਨਟੂ ਵਾਟਰ, ਦੈਟ ਇਜ਼ ਕੰਡੈਂਸੇਸ਼ਨ। ਹੁਣ ਇਹਨਾਂ 'ਚ ਫਾਰਮਸ ਆਫ ਪ੍ਰੈਸੀਪੀਟੇਸ਼ਨ ਆਪਾਂ ਨੂੰ ਪੁੱਛਿਆ, ਕਲਾਊਡਸ ਨਹੀਂ, ਉਹ ਤਾਂ ਉੱਪਰ ਹੀ ਰਹਿੰਦੇ ਆ। ਰੇਨਫਾਲ ਬਿਲਕੁਲ ਹਾਂ। ਹੇਲ ਸਟੋਰਮ, ਗੜੇ ਨੀਚੇ ਗਿਰਦੇ ਆ, ਬਿਲਕੁਲ ਸਹੀ ਬਾਤ। ਫੌਗ, ਸਰਫੇਸ ਦੇ ਨੇੜੇ ਕੰਡੈਂਸੇਸ਼ਨ ਹੋਈ, ਉੱਥੇ ਹੀ ਮਤਲਬ ਸਿੰਪਲ ਇਟ ਇਜ਼ ਅ ਪ੍ਰੋਸੈਸ ਆਫ ਕੰਡੈਂਸੇਸ਼ਨ। ਫੌਗ ਤੇ ਮਿਸਟ ਦੋਨੋਂ ਹੀ ਪ੍ਰੋਸੈਸ ਆਫ ਕੰਡੈਂਸੇਸ਼ਨ ਹੈ, ਫਾਰਮਸ ਆਫ ਕੰਡੈਂਸੇਸ਼ਨ ਹੈ। ਆਂਸਰ ਇਹਦਾ ਰਹੂਗਾ 2 and 3 ਓਨਲੀ। ਨੈਕਸਟ, ਇੰਡੀਆ ਰਿਸੀਵਸ ਮੈਕਸਿਮਮ ਰੇਨਫਾਲ ਫਰੋਮ ਵਿਚ ਆਫ ਦੀ ਫੋਲੋਇੰਗ ਸੋਰਸਿਸ। ਬਹੁਤ ਈਜ਼ੀ ਕੁਐਸਚਨ। ਲੇਕਿਨ ਹੁਣ ਇੱਦਾਂ ਦੇ ਕੁਐਸਚਨ ਆਪਾਂ ਬਿਲਕੁਲ ਕਿਸੇ ਵੀ ਹਾਲਤ 'ਚ ਗਲਤ ਨਹੀਂ ਕਰਨੇ। ਹੁਣ ਨੋਟ ਦੈਟ ਕਿ ਆਪਾਂ ਨੂੰ ਇਹ ਕੁਐਸਚਨ ਆਉਂਦਾ ਨਹੀਂ ਹੈ, ਡੈਫੀਨੇਟਲੀ ਆਪਾਂ ਨੂੰ ਪਤਾ ਇਹਦਾ ਆਂਸਰ ਹੈ ਸਾਊਥ ਵੈਸਟ ਮੌਨਸੂਨ। ਲੇਕਿਨ ਪੇਪਰ 'ਚ ਆਪਾਂ OMR 'ਚ ਸਹੀ ਮਾਰਕ ਕਰਨੇ ਹੈ। OMR 'ਚ ਮਾਰਕ ਕਰਦੇ ਵਕਤ ਕੋਈ ਗਲਤੀ ਨਹੀਂ ਕਰਨੀ। OMR ਦੇ ਕੰਟੈਕਸਟ 'ਚ ਵੀ ਜੇ ਪਹਿਲਾਂ ਮੈਂ ਡਿਸਕਸ ਕਰਨਾ ਰਹਿ ਗਿਆ, ਇਹ ਆਪਣਾ 2 ਤਰੀਕੇ ਹੁੰਦੇ ਆ ਬੱਚੇ। ਜਾਂ ਤਾਂ ਮੈਂ ਪਹਿਲਾ ਕੁਐਸਚਨ ਸੋਲਵ ਕੀਤਾ, ਉੱਥੇ OMR 'ਚ ਪਹਿਲੇ ਕੁਐਸਚਨ ਦਾ ਮੈਂ C ਮਾਰਕ ਕਰਤਾ। ਮੈਂ ਦੂਜਾ ਕੁਐਸਚਨ ਸੋਲਵ ਕੀਤਾ, ਕੁਐਸਚਨ ਪੇਪਰ 'ਚ ਦੂਜੇ ਕੁਐਸਚਨ ਦਾ ਮੇਰਾ B ਆਂਸਰ ਆਇਆ ਸੀਗਾ, ਮੈਂ B ਮਾਰਕ ਕਰਤਾ। ਤੀਜਾ ਕੁਐਸਚਨ ਸੋਲਵ ਕੀਤਾ, ਮੇਰਾ D ਆਂਸਰ ਆਇਆ ਸੀਗਾ, OMR 'ਚ ਮੈਂ D ਮਾਰਕ ਕਰਤਾ। ਜਿਵੇਂ ਮੈਂ ਕੁਐਸਚਨ ਸੋਲਵ ਕਰ ਰਿਹਾ ਉਵੇਂ ਮੈਂ OMR ਭਰ ਰਿਹਾ। ਇੱਕ ਤਾਂ ਇਹ ਸਟ੍ਰੈਟਜੀ ਹੋ ਸਕਦੀ ਹੈ, ਇਹ ਫੂਲ ਪ੍ਰੂਫ ਸਟ੍ਰੈਟਜੀ ਹੈ। ਇਸ 'ਚ ਗਲਤੀ ਹੋਣ ਦੇ ਚਾਂਸਿਸ ਬਹੁਤ ਘੱਟ ਹੁੰਦੇ ਹੈ ਐਂਡ ਗਲਤੀ ਅਕਿਊਮੂਲੇਟ ਹੋਣ ਦੇ ਚਾਂਸਿਸ ਤਾਂ ਹੋਰ ਵੀ ਘੱਟ ਹੈ। ਮਤਲਬ ਮੈਂ ਜ਼ਿਆਦਾ ਤੋਂ ਜ਼ਿਆਦਾ ਇਹ ਹੋਊਗਾ ਕਿ ਮੈਂ ਕੁਐਸਚਨ ਨੰਬਰ 3 ਸੋਲਵ ਕੀਤਾ, ਮੈਂ 4 ਦੇ ਅੱਗੇ ਮਾਰਕ ਕਰਤਾ, ਮੇਰੀ ਇੱਕ ਗਲਤੀ ਹੋ ਗਈ। ਇੱਕ ਜਿਹੜਾ ਦੂਜਾ ਪ੍ਰੋਸੈਸ ਹੈ ਕਿ ਮੈਂ ਸਾਰੇ ਪਹਿਲਾਂ 100 ਕੁਐਸਚਨ ਸੋਲਵ ਕਰ ਲਏ, 100 ਕੁਐਸਚਨ ਸੋਲਵ ਕਰ ਲਏ, ਹੁਣ ਮੈਂ ਫੜੀ OMR ਐਂਡ ਸਾਰੇ ਕੁਐਸਚਨ ਮਾਰਕ ਕਰਨੇ ਸਟਾਰਟ ਕੀਤੇ। ਮਾਰਕ ਕਰਦੇ ਕੀ ਹੋਇਆ, 36 ਕੁਐਸਚਨ ਨੂੰ ਮੈਂ ਗਲਤੀ ਨਾਲ 37 ਤੇ ਮਾਰਕ ਕਰਤਾ, ਜਾਂ 37 ਨੂੰ ਗਲਤੀ ਨਾਲ 36 ਤੇ ਮਾਰਕ ਕਰਤਾ। ਐਂਡ ਉਦੋਂ ਬਾਅਦ ਮੈਂ ਨੰਬਰਿੰਗ 'ਤੇ ਧਿਆਨ ਨਹੀਂ ਦਿੱਤਾ, ਸਾਰੇ 36, 39, 40 ਸਾਰੇ ਮੈਂ ਇੱਦਾਂ ਅੱਗੇ ਸੋਲਵ ਕਰਦਾ ਗਿਆ। ਬਟ ਉਹਦੇ ਨਾਲ ਕੀ ਹੋਇਆ, ਇੱਕ ਗਲਤੀ ਮੇਰੀ ਹੋਈ 36 ਨੰਬਰ ਕੁਐਸਚਨ 'ਤੇ 100 ਕੁਐਸਚਨ ਤੱਕ। ਮਤਲਬ ਜਦੋਂ 90 ਕੁਐਸਚਨ 'ਤੇ ਮੈਂ ਪਹੁੰਚ ਗਿਆ, ਅਰੇ ਮੇਰੇ ਤਾਂ 10 ਹੀ ਕੁਐਸਚਨ ਰਹਿ ਗਏ, ਪਰ ਇੱਥੇ OMR ਦੇ ਹਿਸਾਬ ਨਾਲ ਤਾਂ ਮੇਰੇ 11 ਪਏ ਹੈ। ਇਹ ਕਿਵੇਂ ਹੋ ਸਕਦਾ ਹੈ? ਓਹੋ, ਮੇਰੀ ਤਾਂ ਯਾਰ ਇੱਕ ਗਲਤੀ ਹੋ ਗਈ। ਹੁਣ ਮੈਂ ਕੀ ਕਰਾਂ? ਹੁਣ ਕਰਨ ਨੂੰ ਬਹੁਤ ਘੱਟ ਬਚਦਾ ਹੈ। OMR 'ਚ ਜੇ ਤੁਸੀਂ ਗਲਤ ਮਾਰਕ ਕਰਤੇ, ਤੁਸੀਂ ਕਹੋ ਵੀ ਮੈਨੂੰ ਨਵੀਂ OMR ਮਿਲ ਜੇ, ਮੈਨੂੰ ਵਾਈਟਨਰ ਮਿਲ ਜੇ, ਮੈਨੂੰ ਆਹ ਮਿਲ ਜੇ, ਮੈਂ ਕਾਂਟਾ ਮਾਰਦਾ, ਇਹ ਜਾਂ ਬਲੇਡ ਨਾਲ ਮਿਟਾ ਦਾਂ, ਇਹ ਕੋਈ ਐਵੇਂ ਤਰਕੀਬਾਂ ਅਪਣਾਉਣ ਦੀ ਲੋੜ ਨਹੀਂ। ਯੂ ਹੈਵ ਟੂ ਬੀ ਵੈਰੀ 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 ਕੇਅਰਫੁਲ ਜਦੋਂ ਤੁਸੀਂ OMR ਫਿਲ ਕਰਨੀ ਹੈ। ਜਾਂ ਤਾਂ ਉਹ ਫੂਲ ਪ੍ਰੂਫ ਮੈਥਡ ਤੁਸੀਂ ਅਡੋਪਟ ਕਰੋ ਕਿ ਪਹਿਲਾਂ ਸੋਲਵ ਕੀਤਾ, ਪਹਿਲੇ ਦਾ ਮਾਰਕ ਕਰਤਾ, ਦੂਜਾ ਸੋਲਵ ਕੀਤਾ, ਦੂਜੇ ਦਾ ਮਾਰਕ ਕਰਤਾ। ਜਾਂ ਤੁਸੀਂ ਮਿਡਲ ਪਾਥ ਫੋਲੋ ਕਰ ਸਕਦੇ ਹੋ, ਬੁੱਧਾਸ ਮਿਡਲ ਪਾਥ, ਕਿ ਦੋਨਾਂ ਦਾ ਤੁਸੀਂ ਗੋਲਡਨ ਮੀਨ ਲੈ ਲਿਆ। ਇੰਸਟੈਡ ਆਫ ਉਹਦੇ ਨਾਲ ਕੀ ਹੈ ਕਿ ਜੇ ਤੁਸੀਂ ਹਰ ਇੱਕ ਕੁਐਸਚਨ ਤੋਂ ਬਾਅਦ ਕਰਦੇ ਹੋ ਤਾਂ ਕਈ ਬੱਚਿਆਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਰਿਹਾ, ਅਟੈਂਸ਼ਨ ਵੀ ਇੱਧਰ ਮੈਨੂੰ 2 ਥਾਵਾਂ 'ਤੇ ਅਟੈਂਸ਼ਨ ਦੇਣੀ ਪੈ ਰਹੀ ਹੈ। ਤਾਂ ਵਾਟ ਯੂ ਕੈਨ ਡੂ ਇਜ਼ ਕਿ ਤੁਸੀਂ 10 ਕੁਐਸਚਨ ਸੋਲਵ ਕੀਤੇ, 10 ਆਪਣੀ OMR 'ਚ ਭਰੇ, 10 ਕੁਐਸਚਨ ਸੋਲਵ ਕੀਤੇ, 10 ਆਪਣੀ OMR 'ਚ ਭਰੇ। ਉਹਦੇ ਨਾਲ ਟਰੈਕ ਵੀ ਰਹਿੰਦਾ ਹੈ। ਮੈਂ 1 ਤੋਂ ਸਟਾਰਟ ਕੀਤਾ ਸੀਗਾ, 10 ਤੇ ਖਤਮ ਹੋਣਾ, 11 ਤੋਂ ਸਟਾਰਟ ਕੀਤਾ ਸੀਗਾ, 20 ਤੇ ਖਤਮ ਹੋਣਾ, 10-10 ਦੇ ਬੈਚ 'ਤੇ ਤੁਸੀਂ ਸੋਲਵ ਕਰ ਲਏ। ਬਟ ਇਨ ਐਨੀ ਕੇਸ ਜਦੋਂ ਤੁਸੀਂ OMR ਭਰ ਰਹੇ ਹੋ, ਇੱਕ ਗੱਲ ਦਾ ਤੁਸੀਂ ਹਮੇਸ਼ਾ ਧਿਆਨ ਦੇਣਾ, ਨੰਬਰਿੰਗ ਨੂੰ ਹਰ ਵਾਰ ਮੈਚ ਕਰਨਾ ਹੈ। 100 ਕੁਐਸਚਨ ਹੈ ਜਾਂ 80 ਕੁਐਸਚਨ ਹੈ, ਜਿੰਨੇ ਵੀ ਕੁਐਸਚਨ ਹੈ, ਹਰ ਵਾਰ ਤੀਜੇ ਦਾ C, ਤੀਜੇ ਦਾ C, ਚੌਥੇ ਦਾ D, ਚੌਥੇ ਦਾ ਇੱਥੇ ਮੈਂ D ਮਾਰਕ ਕੀਤਾ। ਹਰ ਵਾਰੀ ਬੋਲਣਾ ਹੈ ਆਪਣੇ ਮੂੰਹ 'ਚ। ਉਹਦੇ ਨਾਲ ਕੀ ਹੈ ਕਿ ਫੁੱਲ ਪ੍ਰੂਫ ਜਿਹਾ ਰਹਿੰਦਾ ਹੈ, ਗਲਤੀ ਹੋਣ ਦੇ ਚਾਂਸਿਸ ਘੱਟ ਜਾਂਦੇ ਹੈ। ਨਹੀਂ ਤਾਂ ਐਵੇਂ ਅਨਨੈਸੈਸਰੀ ਗਲਤੀਆਂ, ਔਰ ਇਹ ਗਲਤੀਆਂ ਨਹੀਂ ਹੈਗੀਆਂ, ਇਹ ਬਲੰਡਰ ਹੈ ਪੇਪਰ 'ਚ।
ਜਿਨ੍ਹਾਂ ਦਾ ਅਗੇਨ ਲਾਈਕ ਕੋਈ ਸੋਲਿਊਸ਼ਨ ਨਹੀਂ ਹੈਗਾ। ਆਪਣੀ ਇੰਨੀ ਮਿਹਨਤ ਇਹਨਾਂ ਚੀਜ਼ ਲਾਈਕ ਅਲਟੀਮੇਟਲੀ ਜੋ ਚੀਜ਼ ਮੈਟਰ ਕਰਦੀ ਹੈ ਉਹ ਤਾਂ OMR ਐਗਜ਼ਾਮੀਨਰ ਨੂੰ ਨਹੀਂ ਪਤਾ ਲਾਈਕ ਐਂਡ ਐਗਜ਼ਾਮੀਨਰ ਵੀ ਤੁਹਾਡਾ OMR ਤਾਂ ਮਸ਼ੀਨ ਹੀ ਚੈੱਕ ਕਰੂਗੀ। ਉਸ ਮਸ਼ੀਨ ਨੂੰ ਕੀ ਪਤਾ ਕਿ ਤੁਸੀਂ ਕੌਣ ਹੋ, ਤੁਸੀਂ ਕਿੰਨੇ ਟਾਈਮ ਦੀ ਤਿਆਰੀ ਕਰ ਰਹੇ ਹੋ, ਤੁਸੀਂ ਕਿੰਨੀਆਂ ਰਾਤਾਂ ਸੁੱਤੇ ਨਹੀਂ ਗਏ ਇਸ ਪੇਪਰ ਦੀ ਤਿਆਰੀ ਕਰਦੇ ਹੋਏ, ਤੁਸੀਂ ਲਾਈਕ ਕਿੰਨਾ ਕੁਝ ਛੱਡਿਆ ਵੀ ਮੈਂ ਕਿੰਨਾ ਕੁਝ ਛੱਡਿਆ ਤੈਨੂੰ ਪਾਉਣ ਲਈ। ਤਾਂ ਉਹ ਮਸ਼ੀਨ ਨੂੰ ਨਹੀਂ ਪਤਾ ਤੁਹਾਡੇ ਸੈਂਟੀਮੈਂਟਸ, ਤੁਹਾਡੀ ਇਮੋਸ਼ਨਸ, ਤੁਹਾਡੀਆਂ ਮਿਹਨਤ, ਤੁਹਾਡਾ ਬੈਕਗਰਾਊਂਡ ਕਿੰਨੇ ਤੁਸੀਂ ਲਾਈਕ ਕਦੋਂ ਦੇ ਲੱਗੇ ਹੋਏ ਹੋ ਇਸ 'ਚ। ਉਹਨੇ ਦੇਖਣਾ ਕਿ ਤੁਸੀਂ 3rd ਕੁਐਸਚਨ ਦਾ C ਮਾਰਕ ਕੀਤਾ ਕਿ D ਮਾਰਕ ਕੀਤਾ, ਬਸ ਇੰਨੀ ਕੁ ਕਹਾਣੀ ਹੈ। ਜੇ ਤੁਸੀਂ ਇੱਥੇ ਗਲਤ ਮਾਰਕ ਕਰਤਾ ਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਉਹ ਮਸ਼ੀਨ ਨੂੰ ਤਾਂ ਐਟਲੀਸਟ OMR ਚੈਕਿੰਗ ਮਸ਼ੀਨ ਨੂੰ ਨਹੀਂ ਸਮਝ ਆਉਣਗੀਆਂ, ਉਹ ਫਿਰ ਆਪਣਾ ਹੀ ਬਾਅਦ 'ਚੋਂ ਰੋਣਾ ਰਹਿ ਜਾਊਗਾ। ਇਸ ਕਰਕੇ 4th ਦਾ D ਇੱਥੇ ਹਾਂ ਮੈਂ ਬੋਲ ਕੇ 4th ਦਾ D ਆਪਣੇ ਮੂੰਹ 'ਚ ਆਇਆ ਨਹੀਂ, ਰੌਲਾ ਪਾਉਣਾ ਸ਼ੁਰੂ ਕਰ ਦੇਣਾ 4th ਦਾ D ਹੈ ਮੇਰਾ, 5th ਦਾ C, 5th ਦਾ C। ਇੱਥੋਂ ਵੇਖ ਕੇ ਜੇ ਤੁਸੀਂ ਗਰੁੱਪਸ 'ਚ ਵੀ ਲਗਾ ਰਹੇ ਹੋ 1 to 10 ਦੇ ਗਰੁੱਪ 'ਚ ਲਗਾਇਆ, 2nd ਦਾ D, 4th ਦਾ C, 5th ਦਾ D, ਇਸ ਤਰ੍ਹਾਂ ਕਰਕੇ ਹਰ ਵਾਰੀ ਮਤਲਬ ਕੋਰਿਲੇਟ ਕਰਕੇ ਕਰਨਾ। ਇਹ ਗਲਤੀ ਨਹੀਂ ਕਰਨੀ। ਮਤਲਬ ਬਹੁਤ ਤੁਸੀਂ ਕਹੋਗੇ ਯਾਰ ਇਹ ਤਾਂ ਓਬਵੀਅਸ ਜੀ ਗੱਲ ਹੈ, ਇਹ ਗਲਤੀ ਨਹੀਂ ਕਰਨੀ, ਬਟ ਬਿਲਕੁਲ ਓਬਵੀਅਸ ਜੀ ਗੱਲ ਹੈ। ਲੇਕਿਨ ਹਰ ਵਾਰ ਤੁਸੀਂ ਆਪਣੇ ਸੈਂਟਰ 'ਚ ਆਪਣੇ ਫਰੈਂਡ ਸਰਕਲ 'ਚ ਵੀ ਤੁਹਾਨੂੰ ਇੱਦਾਂ ਦੇ ਡਿਸਪਾਈਟ ਆਲ ਦੀ ਕੌਸ਼ਨਸ, ਡਿਸਪਾਈਟ ਆਲ ਦੀ ਵਾਰਨਿੰਗਸ, ਫਿਰ ਤੁਹਾਨੂੰ ਇੱਦਾਂ ਦੇ ਐਗਜ਼ਾਮਪਲਸ ਮਿਲ ਜਾਣਗੇ ਜਿਹੜੇ ਬੱਚੇ ਕਹਿਣਗੇ ਕਿ ਮੇਰਾ ਨਾ OMR 'ਤੇ ਗਲਤ ਮਾਰਕ ਹੋ ਗਿਆ। ਇਹ ਗਲਤੀ ਨਹੀਂ ਕਰਨੀ ਬੱਚੇ। OMR ਬਹੁਤ 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 ਧਿਆਨ ਨਾਲ ਫਿਲ ਕਰਨਾ ਹੈ। ਐਂਡ ਜਿਹੜੇ ਬੱਚੇ ਐਂਡ 'ਚ OMR ਭਰਦੇ ਆ ਉਹਨਾਂ ਨੇ ਹੋਰ ਐਕਸਟਰਾ ਕੌਸ਼ੀਅਸ ਹੋਣਾ ਹੈ। ਮਤਲਬ ਜੋ ਉਹਨਾਂ ਨੇ ਸਟ੍ਰੈਟਜੀ ਇੱਦਾਂ ਬਣਾਈ ਹੈ ਕਿ ਮੈਂ ਪੌਣੇ 2 ਘੰਟਿਆਂ 'ਚ ਪੇਪਰ ਖ਼ਤਮ ਕਰ ਦੂੰਗਾ, ਤਾਂ 15 ਮਿੰਟ ਰੱਖਣੇ ਹੈ ਐਟਲੀਸਟ ਕਿ ਮੈਂ OMR ਫਿਲ ਕਰੂੰਗਾ। ਔਰ ਇਹ ਮੈਂ ਮਤਲਬ ਬੇਅਰ ਮਿਨੀਮਮ ਕਹਿ ਰਿਹਾ। ਪੇਪਰ 'ਚ ਨਾ ਲਾਈਕ ਜਦੋਂ ਪੇਪਰ ਖਤਮ ਹੋਣ ਵਾਲਾ ਹੁੰਦਾ ਕਈ ਵਾਰੀ ਇੱਦਾਂ ਹੀ ਟਾਈਮ ਵੇਸਟ ਹੋ ਜਾਂਦਾ, ਉਹ ਸਾਈਨ ਸੂਈਨ ਕਰਾਉਣ ਆ ਜਾਂਦੇ ਆ, ਕੁਛ ਟਾਈਮ ਉਸ 'ਚ ਵੇਸਟ ਹੋ ਜਾਂਦਾ ਹੈ, ਕੋਈ ਲਾਈਕ ਯੂ ਡੋਂਟ ਨੋ ਵਾਟਸ ਗੋਨਾ ਹੈਪਨ। ਤਾਂ ਇਹ ਵੈਸੇ ਤਾਂ ਕਾਫੀ ਰਿਸਕੀ ਸਟ੍ਰੈਟੇਜੀ ਹੈ ਕਿ ਤੁਸੀਂ ਸਿਰਫ ਲਾਸਟ ਦੇ 15 ਮਿੰਟ ਰੱਖੇ ਹੈ। ਇਟ ਵੁੱਡ ਬੀ ਬੈਟਰ ਜੇ ਤੁਸੀਂ 10-10 ਦੇ ਬੈਚਿਸ 'ਚ ਆਪਣਾ OMR ਫਿਲ ਕਰਦੇ ਰਹੋ। ਉਹਦੇ ਨਾਲ ਰਿਸਕ ਹੈਜ ਹੋ ਜਾਂਦਾ ਹੈ, ਮਤਲਬ ਜ਼ਿਆਦਾ ਨੁਕਸਾਨ ਨਹੀਂ ਵੀ ਹੋਊਗਾ ਜੇ ਇਫ ਥਿੰਗਸ ਗੋ ਟੌਪਸੀ ਟਰਵੀ ਟੂਵਰਡਸ ਦੀ ਐਂਡ ਆਫ ਦੀ ਐਗਜ਼ਾਮ। ਤਾਂ ਜਿੰਨੇ ਸੋਲਵ ਕੀਤੇ ਉਹਨੇ ਤੁਸੀਂ ਫਿਲ ਕਰਤੇ। ਬਟ ਇਨ ਐਨੀ ਕੇਸ ਜੇ ਤੁਸੀਂ ਇਹ ਸਟ੍ਰੈਟੇਜੀ ਆਲਰੇਡੀ ਪਹਿਲਾਂ ਬਣਾਈ ਹੋਈ ਹੈ ਕਿ ਮੈਂ ਤਾਂ ਐਂਡ 'ਚ ਹੀ ਫਿਲ ਕਰੂੰਗਾ, ਮੇਕ ਸ਼ੋਰ ਕਿ ਤੁਸੀਂ ਐਟਲੀਸਟ 15 ਮਿੰਟਸ ਦਾ ਬੇਅਰ ਮਿਨੀਮਮ ਹੈ। ਮਤਲਬ ਆਈ ਸ਼ੁੱਡ ਸੇ 25 to 20 ਮਿੰਟਸ ਤਾਂ ਹੋਣੇ ਹੀ ਚਾਹੀਦੇ ਆ, ਬਟ ਲਾਈਕ ਮਿਨੀਮਮ ਬੇਅਰ ਮਿਨੀਮਮ 15 ਮਿੰਟਸ ਤਾਂ ਤੁਸੀਂ ਰੱਖੋ ਹੀ ਰੱਖੋ ਕਿ ਮੇਰਾ OMR ਭਰਨ 'ਤੇ ਲੱਗਣਗੇ। ਹੁਣ 100 ਕੁਐਸਚਨ ਹੈ, ਉਹ ਗੋਲਾ ਜਿਹਾ ਪੂਰਾ ਭਰਨਾ ਹੈ, ਉੱਤੇ ਟਾਈਮ ਵੀ ਲੱਗੂਗਾ। ਐਂਡ ਗੋਲਾ ਮਤਲਬ ਇਹ ਚੀਜ਼ ਵੀ ਹਰ ਵਾਰੀ ਹਰ OMR 'ਤੇ ਲਿਖੀ ਹੁੰਦੀ ਹੈ ਕਿ ਕੰਪਲੀਟਲੀ ਮਾਰਕ ਕਰਨਾ ਹੈ। ਇੱਦਾਂ ਨਹੀਂਗਾ ਕਿ ਮਤਲਬ ਓਹੋ ਇੱਥੇ ਤਾਂ ਬਹੁਤ ਮੁਸ਼ਕਿਲ ਹੋ ਗਿਆ, ਪੈਨ ਵੱਡਾ ਕਰ ਲਈਏ। ਗੋਲਾ ਹੈਜ਼ ਟੂ ਬੀ ਕੰਪਲੀਟਲੀ ਸਰਕਲਡ। ਇਹ ਕੋਈ ਗੋਲਾ ਨਹੀਂ ਹੁੰਦਾ ਆ ਭਰਤਾ। ਲੋ ਜੀ ਹੁਣ ਮੈਨੂੰ ਨੰਬਰ ਦੇ ਦਿਓ, ਇਹਦੇ 0 ਨੰਬਰ ਮਿਲਦਾ ਇਹਦਾ। ਆ ਜੀ ਟਿਕ ਕਰਤਾ ਦਿੱਤੀ, ਤੁਹਾਨੂੰ ਵਿਖਦਾ ਨਹੀਂ ਪਿਆ, 0 ਨੰਬਰ ਮਿਲੂਗਾ। ਪ੍ਰੋਪਰ ਇਨਸਰਕਲ ਕਰਨਾ ਹੈ ਤੁਸੀਂ OMR 'ਤੇ ਜਿਹੜਾ ਸਰਕਲ ਬਣਿਆ ਹੋਊਗਾ, ਠੀਕ ਹੈ। ਅਤੇ ਆਫਕੋਰਸ ਟਾਈਮ ਟੇਕਿੰਗ ਪ੍ਰੋਸੈਸ ਹੈ, ਸਰਕਲ ਕਰਨ 'ਤੇ ਟਾਈਮ ਲੱਗਦਾ ਹੈ, ਤਾਂ ਇਹਦਾ ਤੁਸੀਂ ਪ੍ਰੋਪਰ ਟਾਈਮ ਕੱਢਣਾ ਹੈ, ਠੀਕ ਹੈ। ਅੱਗੇ ਆਪਾਂ ਕੁਐਸਚਨਸ ਦੀ ਕਹਾਣੀ ਅੱਗੇ ਲੈ ਕੇ ਜਾਂਦੇ ਹਾਂ। ਸਾਊਥ ਵੈਸਟ ਮੌਨਸੂਨ ਇਹਦਾ ਆਨਸਰ ਸੀ। ਨੈਕਸਟ ਕੁਐਸਚਨ, ਪੈਨ ਪਤਲਾ ਕਰ ਲਈਏ ਥੋੜਾ। ਕੰਸੀਡਰ ਦੀ ਫੋਲੋਇੰਗ ਰੀਜਨਸ। ਕੁਛ ਰੀਜਨਸ ਦਿੱਤੇ ਹੋਏ, ਮੈਪ ਬੇਸਡ ਕੁਐਸਚਨ ਹੈ, ਆਪਾਂ ਨੂੰ ਕੁਛ ਰੀਜਨਸ ਦਿੱਤੇ ਹੋਏ ਹੈ ਐਂਡ ਆਪਾਂ ਦੱਸਣਾ ਹੈ ਕਿ ਵਿਚ ਆਫ ਦੀ ਅਬਵ ਪੇਅਰਸ ਆਰ ਕਰੈਕਟਲੀ ਮੈਚਡ। ਕੌਂਟੀਨੈਂਟ ਐਂਡ ਰੀਜਨਸ ਨੂੰ ਆਪਾਂ ਮੈਚ ਕਰਨਾ ਹੈ। ਆਈਬੇਰੀਅਨ ਪੈਨਿਨਸੂਲਾ, ਆਈਬੇਰੀਅਨ ਕੰਟਰੀਜ਼ ਆਪਾਂ ਕੀਤੇ ਸੀਗੇ। ਸਪੇਨ ਐਂਡ ਪੋਰਚੁਗਲ, ਦੇ ਆਰ नोन एज आइबेरियन कंट्रीज, क्योंकि वो पूरा जो पेनिनसुला, दैट पेनिनसुला इज आइबेरियन पेनिनसुला। कि ये साउथ अमेरिका है? कतई नहीं, यूरोप में है। सिनाई पेनिनसुला, ये कहाँ है? सिनाई पेनिनसुला जो इजिप्ट का पोर्शन है, इजिप्ट एंड एशिया दी जो कनैक्शन है उत्थे है सिनाई पेनिनसुला, रेड सी कोले। सेंट्रल यूरोप बिल्कुल भी नहीं। हॉर्न ऑफ अफ्रीका, सोमालिया वाला जड़ा रीजन है, दैट इज सोमालिया इज नोन एज हॉर्न ऑफ अफ्रीका। क्या वो नॉर्थ ईस्ट अफ्रीका में है? बिल्कुल है।
ਕਰੈਕਟਲੀ ਮੈਚਡ ਆਪਾਂ ਦੱਸਣਾ ਹੈ। 3 ਓਨਲੀ ਵੁੱਡ ਬੀ ਦੀ ਆਂਸਰ। ਨੈਕਸਟ, ਵਿਚ ਆਫ ਦੀ ਫੋਲੋਇੰਗ ਪੋਲਿਊਟੈਂਟਸ reduce या reduces DO level in water, dissolved oxygen level ਕਿਹੜਾ ਕਿਹਦੇ ਕਰਕੇ ਫॉल ਹੁੰਦਾ ਹੈ? oil spills, ਜੇ oil ਪੂਰਾ ਡਿਸਟ੍ਰੀਬਿਊਟ ਹੋ ਜਾਊਗਾ ਵਾਟਰ ਦੇ ਉੱਪਰ, ਆਕਸੀਜਨ ਸਪਲਾਈ ਕੱਟ ਆਫ ਹੋਗੀ, DO ਲੈਵਲ ਘਟ ਜਾਊਗਾ, ਬਿਲਕੁਲ ਠੀਕ ਬਾਤ ਹੈ। ਹੌਟ ਵਾਟਰ ਡਿਸਚਾਰਜ ਫਰੋਮ ਇੰਡਸਟਰੀ, ਬਿਲਕੁਲ ਸਹੀ ਬਾਤ ਹੈ। ਹੌਟ ਵਾਟਰ 'ਚ ਆਕਸੀਜਨ ਦੀ ਸੋਲਿਊਬਿਲਿਟੀ ਘਟ ਜਾਂਦੀ ਹੈ ਤਾਂ DO ਲੈਵਲ ਘਟ ਜਾਊਗਾ। यूट्रोफिकेशन ਇਹਦੇ ਕਰਕੇ ਵੀ ਲਾਈਕ ਇਹ ਤਾਂ ਕਾਫੀ ਡਿਟੇਲ 'ਚ ਤੁਸੀਂ ਪੜ੍ਹਿਆ ਹੋਇਆ ਕਿ ਇਹਦੇ ਕਰਕੇ ਵੀ DO ਲੈਵਲ ਫॉल ਹੁੰਦਾ। ਤਿੰਨਾਂ ਕਰਕੇ ਹੀ DO ਲੈਵਲ ਫॉल ਹੁੰਦਾ। 1 2 and 3 would be the answer. Next, conserving animals and plants in which of the following habitats will be called as in situ conservation? in situ ਮੌਕੇ ਤੇ ਕੀਤੀ ਗਈ, ਮਤਲਬ ਲੋਕੇਸ਼ਨ ਤੇ, ਸੇਮ ਲੋਕੇਸ਼ਨ ਤੇ ਕੀਤੀ ਗਈ, in situ in situation ਕੀਤੀ ਗਈ ਕੰਜ਼ਰਵੇਸ਼ਨ, ਕਿ ਆਪਾਂ ਡਿਸਲੋਕੇਟ ਨਹੀਂ ਕੀਤਾ, ਇੱਥੋਂ ਚੱਕ ਕੇ ਉੱਥੇ ਨਹੀਂ ਲੈ ਕੇ ਗਏ, ਜਿੱਥੇ ਆਰਗੈਨਿਜ਼ਮ ਐਗਜ਼ਿਸਟ ਕਰਦਾ ਹੈ ਉੱਥੇ ਹੀ ਉਹਨੂੰ ਆਪਾਂ ਕੰਜ਼ਰਵ ਕੀਤਾ। ਬੋਟੈਨੀਕਲ ਗਾਰਡਨਸ, ਨੈਸ਼ਨਲ ਪਾਰਕ, ਸੈਂਚੁਰੀਜ਼, ਬਾਇਓਸਫੀਅਰ ਰਿਜ਼ਰਵਸ। ਬੋਟੈਨੀਕਲ ਗਾਰਡਨਸ ਤਾਂ ਆਪਾਂ ਆਰਟੀਫਿਸ਼ਲੀ ਕ੍ਰੀਏਟ ਕਰੀ ਦੇ ਆ ਵੀ ਇੱਥੇ ਆਪਾਂ ਆਹ ਵਾਲੇ ਪਲਾਂਟਸ ਗਰੋ ਕਰਕੇ ਕੰਜ਼ਰਵ ਕਰੀਏ, ਬੋਟੈਨੀਕਲ ਗਾਰਡਨ। ਨੈਸ਼ਨਲ ਪਾਰਕ ਜਿੱਥੇ ਬਾਇਓਡਾਇਵਰਸਿਟੀ ਹੈ ਉੱਥੇ ਹੀ ਆਪਾਂ ਇੱਕ ਏਰੀਆ ਨੋਟੀਫਾਈ ਕਰ ਦਿੱਤਾ ਕਿ ਵੀ ਇਹ ਏਰੀਆ ਨੈਸ਼ਨਲ ਪਾਰਕ ਹੈ। ਇਨ ਸੀਟੂ same is true about sanctuaries and biosphere reserves। ਤਾਂ botanical gardens ਨਹੀਂ ਹੋਣਾ ਚਾਹੀਦਾ। ਤਾਂ 1 1 1 ਇਹ ਤਿੰਨੇ ਦਿੱਤੇ ਹੋਏ ਆ, ਹੋ ਨਹੀਂ ਸਕਦਾ ਆਨਸਰ। 2 3 and 4 ਓਨਲੀ ਆਟੋਮੈਟਿਕਲੀ। ਸਿਰਫ ਜੇ ਮੈਨੂੰ ਇਹ ਵੀ ਪਤਾ ਹੁੰਦਾ ਕਿ botanical gardens ਤਾਂ ਨਹੀਂ ਹੋ ਸਕਦਾ, I would have marked the correct answer। Which of the following states is the largest producer of tea in India? India ਦੀ largest producer of tea ਦੱਸਣੀ ਹੈ ਆਪਾਂ। असम, वेस्ट बंगाल, तमिलनाडु, सिक्किम। फैक्चुअल क्वेश्चन है, आंसर आएगा असम। Which of the following gases are used is used in packaging of wafers and chips? No one can eat just one Lays। ਤੁਸੀਂ ਖਾਦੇ ਤਾਂ ਬਹੁਤ ਹੈ, ਉਸ 'ਚ ਕਿਹੜੀ ਗੈਸ ਭਰੀ ਹੁੰਦੀ ਹੈ ਉਹ ਫਲਾਣ ਜੇ ਵਾਸਤੇ? ਆਕਸੀਜਨ, ਨਾਈਟ੍ਰੋਜਨ, ਹਾਈਡਰੋਜਨ, ਕਾਰਬਨ ਡਾਈਆਕਸਾਈਡ। ਆਂਸਰ ਹੈ ਨਾਈਟ੍ਰੋਜਨ। ਇਨਰਟ ਗੈਸ ਹੈ ਤਾਂ ਇਹ ਨਾਈਟ੍ਰੋਜਨ ਭਰੀ ਜਾਂਦੀ ਹੈ। ਇਨਰਟ ਗੈਸ ਨਹੀਂ ਹੈਗੀ ਵੈਸੇ, ਮਤਲਬ ਰਿਐਕਸ਼ਨ ਘੱਟ ਹੁੰਦਾ ਹੈ। ਟੈਰੀਟਰੀ ਆਫ ਪੁਡੂਚੇਰੀ ਲਾਈਡ ਡਿਵਾਈਡਡ ਇਨ ਦੀ ਸਟੇਟਸ ਆਫ। ਹੁਣ ਪੁਡੂਚੇਰੀ ਜਿਹੜੀ ਯੂਨੀਅਨ ਟੈਰੀਟਰੀ ਹੈ, it comprises of the territories of Yanam, Mahe, Karaikal and Puducherry itself। ਹੁਣ ਇਹ ਜਿਹੜੀਆਂ 4 ਟੈਰੀਟਰੀਜ਼ ਹੈ ਕਿੰਨਾ ਸਟੇਟਸ 'ਚ ਡਿਸਟਰੀਬਿਊਟਡ ਹੈ, ਅਕਰੋਸ ਕਿਹੜੀਆਂ ਸਟੇਟਸ 'ਚ ਡਿਸਟਰੀਬਿਊਟਡ ਹੈ, ਮਤਲਬ ਉਹਨਾਂ ਦੇ ਅਰਾਊਂਡ ਕਿਹੜੀਆਂ ਸਟੇਟਸ ਹੈ? ਤਮਿਲਨਾਡੂ, ਆਂਧਰਾ ਪ੍ਰਦੇਸ਼, ਮਹਾਰਾਸ਼ਟਰਾ, ਕਰਨਾਟਕਾ, ਕੇਰਲਾ, ਇਹ ਸਾਰੀਆਂ ਆਪਸ਼ਨਸ ਹੈਗੀਆਂ। ਆਪਾਂ ਦੱਸਣੀਆਂ ਕਿੱਥੇ ਕਿੱਥੇ ਪੁਡੂਚੇਰੀ ਦੀਆਂ ਟੈਰੀਟਰੀਜ਼ ਪਾਈਆਂ ਜਾਂਦੀਆਂ। ਮਾਹੇ ਵਾਲਾ ਜਿਹੜਾ ਏਰੀਆ ਹੈ ਉਹ ਕੇਰਲਾ ਵਾਲੀ ਸਾਈਡ 'ਤੇ ਹੈ। ਕਰਾਈਕਲ, ਯਨਮ ਅਤੇ ਪੁਡੂਚੇਰੀ ਇਹ ਈਸਟ ਕੋਸਟ ਦੇ ਉੱਤੇ ਹੈ। ਤਮਿਲਨਾਡੂ ਐਂਡ ਆਂਧਰਾ ਪ੍ਰਦੇਸ਼ ਵਾਲੇ ਜਿਹੜੇ ਕੋਸਟ 'ਤੇ ਹੈ। ਤਾਂ ਆਂਸਰ ਇਹਦਾ ਬਣਦਾ ਹੈ C, ਤਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼। Next, which of the following is India's first train under corporate ownership? Private या फिर corporate ownership च first train केड़ी है इंडिया दी? वज्र, तेजस, नाग के शूल। आंसर आएगा तेजस। Again factual question सीगा। तेजस is the first train under corporate ownership। Ecotone दी examples की है। Ecotone की है boundary zone between two larger ecosystems, transition zone between two larger ecosystems। ਇਹਨਾਂ 'ਚ ਕਿਹੜੇ ਹੈ ਐਗਜ਼ਾਮਪਲਸ ਆਫ ਇਕੋਟੋਨ? ਮੈਂਗਰੂਵ, ਗ੍ਰਾਸਲੈਂਡ, ਐਸਚਰੀ, ਰਿਵਰ ਬੈਂਕ। ਸਾਰੇ ਮੈਂਗਰੂਵ ਵੀ ਇਕੋਟੋਨ ਦੀ ਐਗਜ਼ਾਮਪਲ ਹੈ। ਗ੍ਰਾਸਲੈਂਡ ਵੀ ਫੋਰੈਸਟਡ ਐਂਡ ਡੈਜ਼ਰਟ ਦੇ ਵਿੱਚ ਦਾ ਇਕੋਟੋਨ ਹੋ ਗਿਆ। ਐਸਚਰੀ ਫਰੈਸ਼ ਵਾਟਰ ਅਤੇ ਸੀ ਵਾਟਰ ਦੇ ਵਿੱਚ ਦਾ ਇਕੋਟੋਨ ਹੋ ਗਿਆ। ਰਿਵਰ ਬੈਂਕ ਟੈਰੈਸਟਰੀਅਲ ਅਤੇ ਐਕੁਐਟਿਕ ਦੇ ਵਿੱਚ ਦਾ ਇਕੋਟੋਨ ਹੋ ਗਿਆ। ਤਾਂ ਸਾਰੀ ਐਗਜ਼ਾਮਪਲਸ ਆਫ ਇਕੋਟੋਨਸ ਹੈ। 1 2 3 and 4 B would be the answer। ਨੈਕਸਟ, ਬਾਇਓਮਸ ਦੇ ਕੰਟੈਕਸਟ 'ਚ ਕੁਐਸਚਨ ਹੈ। No two biomes are alike। ਬਾਇਓਮਸ ਕੀ ਹੈ? ਵੈਰੀ ਲਾਰਜ ਬਾਇਓਜੀਓਗ੍ਰਾਫਿਕ ਪ੍ਰੋਵਿੰਸਿਸ, ਜਿੱਥੋਂ ਦੀ ਜਿਹੜੀ ਕਲਾਈਮੈਟਿਕ ਕੰਡੀਸ਼ਨਸ ਡਿਸਾਈਡ ਕਰਦੀਆਂ ਕਿ ਕਿੱਦਾਂ ਦੀ ਇੱਥੇ ਵੈਜੀਟੇਸ਼ਨ ਹੋਊਗੀ, ਕਿੱਦਾਂ ਦੀ ਇੱਥੇ ਵਾਈਲਡ ਲਾਈਫ ਹੋਊਗੀ। No two biomes are alike। ਬਿਲਕੁਲ ਠੀਕ ਬਾਤ। Temperature and precipitation have no effect on biomes। ਇਹ ਤਾਂ ਬਿਲਕੁਲ ਹੀ ਇਨਕਰੈਕਟ ਸਟੇਟਮੈਂਟ ਹੋ ਗਈ, ਕਿਉਂਕਿ ਟੈਂਪਰੇਚਰ ਐਂਡ ਪ੍ਰੈਸੀਪੀਟੇਸ਼ਨ ਕਲਾਈਮੇਟ ਹੀ ਤਾਂ ਡਿਸਾਈਡ ਕਰਦਾ ਹੈ ਕਿ ਉੱਥੇ ਕਿੱਦਾਂ ਦੀ ਵੈਜੀਟੇਸ਼ਨ ਹੋਊਗੀ, ਉੱਥੇ ਕਿੱਦਾਂ ਦੀ ਵਾਈਲਡ ਲਾਈਫ ਹੋਊਗੀ।
ਤਾਂ ਮਤਲਬ ਬਾਇਓਮਸ ਕਿਵੇਂ ਬਣਦੇ ਆ, ਪਰਟੀਕੂਲਰ ਟਾਈਪ ਆਫ ਕਲਾਈਮੇਟਿਕ ਕੰਡੀਸ਼ਨ ਹੀ ਤਾਂ ਰਿਜ਼ਲਟ ਕਰਦੀ ਆ ਬਾਇਓਮਸ ਦੇ ਅੰਦਰ। ਜਿੱਥੇ ਹੁਣ ਜਿਵੇਂ ਇਕੁਆਟੋਰੀਅਲ ਬਾਇਓਮ ਹੈ, ਕਿਉਂਕਿ ਉੱਥੇ ਇਕੁਆਟੋਰੀਅਲ ਕਲਾਈਮੇਟ ਹੈ, ਹੌਟ ਐਂਡ ਵੈਟ ਕਲਾਈਮੇਟ ਹੈ, ਉੱਥੇ ਉਸ ਤਰ੍ਹਾਂ ਦੀ ਵੈਜੀਟੇਸ਼ਨ ਹੈ, ਜਿਸ ਤਰ੍ਹਾਂ ਦੀ ਵੈਜੀਟੇਸ਼ਨ ਹੈ ਉਹਦੇ ਕੋਰਸਪੋਂਡਿੰਗ ਵਾਈਲਡ ਲਾਈਫ ਹੈਗੀ ਹੈ। ਤਾਂ ਇਹ ਸਟੇਟਮੈਂਟ ਤਾਂ ਬਿਲਕੁਲ ਹੀ ਇਨਕਰੈਕਟ ਹੋ ਗਈ, ਵਨ ਓਨਲੀ ਵੁੱਡ ਬੀ ਕਰੈਕਟ। ਹੁਣ ਮੈਂ ਦੱਸਣਾ ਕੀ ਹੈ, ਵਿਚ ਆਫ ਦੀ ਸਟੇਟਮੈਂਟਸ ਆਰ ਕਰੈਕਟ, ਆਂਸਰ ਵੁੱਡ ਬੀ ਵਨ ਓਨਲੀ। Next, which of the following ecosystem produces blind roots or pneumatophores to overcome respiration problem in anaerobic conditions? Anaerobic conditions से respiration conditions ਨੂੰ overcome ਕਰਨ ਲਈ ਨੀਚੋਂ blind roots ਕਿਹੜੇ ecosystem 'ਚ ਆਪਾਂ observe ਕਰਦੇ ਹਾਂ? Mangroves, coral reefs, tropical rainforests, both A and B. Answer ਹੈ ਇਹਦਾ mangroves. ਮੈਂਗਰੂਵਸ ਕਿਉਂਕਿ ਸੌਲਟੀ ਵਾਟਰ 'ਚ, ਬ੍ਰੈਕਿਸ਼ ਵਾਟਰ 'ਚ ਗਰੋ ਕਰਦੇ ਹੈ, ਤਾਂ ਉਸ ਕੰਡੀਸ਼ਨ 'ਚ ਸਰਵਾਈਵ ਕਰਨ ਲਈ ਕਾਫੀ ਅਡੈਪਟੇਸ਼ਨਸ ਵਗੈਰਾ ਉਹਨਾਂ ਨੇ ਕੀਤੀਆਂ ਹੋਈਆਂ ਉਹਨਾਂ ਪਲਾਂਟਸ ਨੇ। ਵਨ ਆਫ ਦੀ ਅਡੈਪਟੇਸ਼ਨਸ ਇਸ ਕਿ ਕੁਛ ਪਲਾਂਟਸ ਇਹਨਾਂ ਦੇ ਬਲਾਈਂਡ ਰੂਟਸ ਗਰੋ ਕਰਦੇ ਆ, ਵੀ ਸੋਇਲ ਤਾਂ ਸਾਰੀ ਵਾਟਰ ਲੌਗਡ ਹੈ ਜਾਂ ਸੌਲਟੀ ਵੀ ਹੈਗੀ ਹੈ, ਐਨਾਰੋਬਿਕ ਕੰਡੀਸ਼ਨਸ ਹੈ, ਆਕਸੀਜਨ ਕਿੱਥੋਂ ਲਈਏ? ਆਕਸੀਜਨ ਲੈਣ ਲਈ ਇਹ ਬਲਾਈਂਡ ਰੂਟਸ, ਮਤਲਬ ਨੀਚੇ ਜ਼ਮੀਨ ਤੋਂ ਉੱਪਰ ਹਵਾ ਵੱਲ ਨੂੰ ਰੂਟਸ ਨਿਕਲਦੀਆਂ, ਡਾਇਰੈਕਟਲੀ ਹਵਾ ਤੋਂ ਹੀ ਆਕਸੀਜਨ, ਡਾਇਰੈਕਟਲੀ ਏਅਰ ਤੋਂ ਹੀ ਆਕਸੀਜਨ ਲੈ ਲੈਂਦੀ ਹੈ ਮੈਂਗਰੂਵਸ। ਇਹ ਵੁੱਡ ਬੀ ਦੀ ਆਂਸਰ। ਰੈਡ ਡੇਟਾ ਬੁੱਕ ਕੌਣ ਪਬਲਿਸ਼ ਕਰਦਾ ਹੈ? ਫੈਕਚੁਅਲ ਕੁਐਸਚਨ ਆਇਆ। ਵਰਲਡ ਵਾਈਲਡ ਲਾਈਫ ਫੰਡ, IUCN, UNEP ਆਫ UN ਜਾਂ ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ? IUCN ਰੈਡ ਡੇਟਾ ਬੁੱਕ ਪਬਲਿਸ਼ ਕਰਦਾ ਹੈ, ਜਿੱਥੇ ਉਹ ਸਟੇਟਸ ਦਿੱਤਾ ਹੁੰਦਾ ਹੈ ਵਲਨਰੇਬਲ, ਕ੍ਰਿਟੀਕਲੀ ਇੰਡੇਂਜਰਡ, ਨੀਅਰ ਥ੍ਰੈਟਨਡ। ਇਹ ਜਿਹੜੀਆਂ ਕੈਟੇਗਰੀਜ਼ ਹੈ IUCN ਦੀਆਂ ਕੈਟੇਗਰੀਜ਼ ਹੈ, ਐਂਡ ਇਹਦੇ ਰਿਲੇਟਡ ਜਿਹੜਾ ਡੇਟਾ ਪਬਲਿਸ਼ ਹੁੰਦਾ ਹੈ ਰੈਡ ਡੇਟਾ ਬੁੱਕ 'ਚ ਪਬਲਿਸ਼ ਹੁੰਦਾ ਹੈ। 19 ਇਨ ਦ ਕੰਟੈਕਸਟ ਆਫ ਇਨਵਾਇਰਮੈਂਟ ਟਰਮ ਡਰਟੀ ਡਜ਼ਨ ਰੈਫਰਸ ਟੂ, ਡਰਟੀ ਡਜ਼ਨ ਟਰਮ ਕਿਹਦੇ ਕੰਟੈਕਸਟ 'ਚ ਯੂਜ਼ ਹੁੰਦਾ ਹੈ? 12 most harmful greenhouse gases, 12 ozone depleting substances, 12 persistent organic pollutants या none of the above? Answer आएगा C, POPs, 12 POPs, and इन्ना POPs दे ही context च तुसी याद रखना है Stockholm Convention भी है, it deals with eliminating these persistent organic pollutants। ਤਾਂ dirty dozen कहते हैं 12 ਜਿਹੜੇ ਇੰਪੋਰਟੈਂਟ ਸੀਗੇ, ਸਿਗਨੀਫਿਕੈਂਟ ਸੀਗੇ ਉਸ ਟਾਈਮ 'ਤੇ ਪਰਸਿਸਟੈਂਟ ਔਰਗੈਨਿਕ ਪੋਲਿਊਟੈਂਟਸ ਦੇ ਕੇਸ 'ਚ ਇਹ ਟਰਮ ਯੂਜ਼ ਹੁੰਦਾ ਹੈ। ਐਂਡ ਸਟਾਕਹੋਮ ਕਨਵੈਨਸ਼ਨ ਏਮਸ ਟੂ ਪ੍ਰੀਵੈਂਟ ਦੀ ਯੂਜ਼ ਐਂਡ ਡਿਸਟ੍ਰੀਬਿਊਸ਼ਨ ਆਫ ਥੀਸ ਪਰਸਿਸਟੈਂਟ ਔਰਗੈਨਿਕ ਪੋਲਿਊਟੈਂਟਸ। ਹੁਣ ਪੋਲਿਟੀ ਦੇ ਕੁਐਸਚਨ ਸਟਾਰਟ ਹੋ ਗਏ ਆ। ਅਗਲਾ ਸੈਕਸ਼ਨ ਹੁਣ ਜਿਨ੍ਹਾਂ ਬੱਚਿਆਂ ਦੀ ਪੋਲਿਟੀ ਸਟਰੋਂਗ ਸੀ, ਮਤਲਬ ਮੈਂ ਐਡਵਾਈਸ ਕਰੂੰਗਾ ਕਿ ਉਹ ਇੱਥੋਂ ਹੀ ਸਟਾਰਟ ਕਰਦੇ, ਜੋਗ੍ਰਾਫੀ ਦੇ ਬਾਅਦ 'ਚੋਂ ਆ ਜਾਣਗੇ। which of the following are correctly matched? right to equality, article 14 बिल्कुल ठीक बात। right to freedom of speech and expression, article 19 बिल्कुल ठीक बात। right to life, article 21 right to life and personal liberty। right to freedom of religion, right to freedom of religion क्या article 23 में दी हुई है? incorrect, ये दी हुई है article 25 में, क्योंकि राइट टू फ्रीडम ऑफ रिलीजन आर्टिकल 25 में दी हुई है, तो ये लास्ट वाला तो कतई ठीक हो ही नहीं सकता। राइट अगेंस्ट एक्सप्लेनेशन आर्टिकल 23 च दी हुई है, तो दोनों इनकरैक्ट हो गए। आप करैक्ट दसना है कि इनकरैक्ट दसना है? आप करैक्ट दसना है, तो आंसर हो गया 1, 2 and 3। नेक्स्ट, as per the preamble to the Constitution of India, Indian state is described as combination of which of the following types of states? We the people of India having solemnly resolved to constitute India into sovereign, socialist, secular, democratic republic। sovereign state, secular state, democratic state, republic state, federal state का तो कोई जिक्र नहीं आया, ये नहीं है। 1, 2, 3 and 4 होना चाहिए, ऑप्शन है बी। आंसर आ गया अपना। Which of the following statements are correct about special leave petition by the Supreme Court? It is not mentioned in the Constitution of India। आर्टिकल 136 है आई गेस, SLP से जो डील करता है स्पेशल लीव पिटीशन, ये स्टेटमेंट होगी इनकरेक्ट। अगर ये स्टेटमेंट इनकरेक्ट हो गई, अब ਹੁਣ ਤੁਹਾਨੂੰ ਲੱਗ ਸਕਦਾ ਯਾਰ ਸਪੈਸ਼ਲ ਲੀਵ ਪਟੀਸ਼ਨ ਬਾਰੇ ਆਪਾਂ ਨੂੰ ਜ਼ਿਆਦਾ ਨਹੀਂ ਪਤਾ, ਇਹ ਤਾਂ ਲਾਈਕ ਸੁਪਰੀਮ ਕੋਰਟ ਦੇ ਅੰਦਰੋਂ ਦੀ ਕੁਐਸਚਨ ਆ ਗਿਆ ਕਾਫੀ ਡਿਟੇਲ 'ਚ ਜਾ ਕੇ,
लेकिन मतलब सुप्रीम कोर्ट की जूरिसडिक्शन तो आपां कीती है, कोई उहदी ओरिजिनल जूरिसडिक्शन है, कोई उहदी एपीलेट जूरिसडिक्शन है, कोई उहदी रिट जूरिसडिक्शन है, कोई उहदी आह स्पैशल लीव पटीशन वाली जूरिसडिक्शन है। तो इट इज़ नॉट मैंशनड इन द कॉन्स्टिट्यूशन, ये आपां स्टेटमेंट करती गलत। वन तो आंसर च हो नहीं सकता, इत्थे भी वन है, इत्थे भी वन है, इत्थे भी वन है। आंसर की है मेरा 3 ओनली। मैं स्टेटमेंट 2 पढ़ी नहीं, मैं स्टेटमेंट 3 पढ़ी नहीं, लेकिन आंसर की है 3 ओनली। तो ना ही मैं पढ़ूंगा, ना ही मैं पढ़ूंगा, क्योंकि मैंने पता है भी यार स्टेटमेंट तो इनकरैक्ट है, ये स्टेटमेंट तो इनकरैक्ट है और ये तो ऑप्शंस च हो ही नहीं सकती। सिर्फ एक ही ऑप्शन है जड़ी मैच करती पई है। हुण मैनू 2 स्टेटमेंट बारे भावें कुछ नहीं पता, मैं पढ़िया भी नहीं, आंसर मेरा है सी। गल हुंदी है इत्थे खत्म। और इन्ना रखना है कॉन्फिडेंस, इन्ना रखना है कॉन्फिडेंस। अगे चलो जी। हु गेव द फेमस डेफिनेशन ऑफ डेमोक्रेसी दैट इट इज गवर्नमेंट ऑफ द पीपल, फॉर द पीपल, बाय द पीपल। ये फेमस वर्ड्स किंदे है? जॉर्ज वॉशिंगटन, विंस्टन चर्चिल, महात्मा गांधी, अब्राहम लिंकन। आंसर है अब्राहम लिंकन। नेक्स्ट क्वेश्चन। Consider the following statements about due process of law and procedure established by law. Procedure established by law is wider in its scope. Statement correct है या incorrect है? Due process is wider in scope as compared to procedure established by law. Incorrect होगी। Indian Constitution explicitly mentions due process. Statement true है या false? ये स्टेटमेंट भी इनकरैक्ट है। अपने कॉन्स्टिट्यूशन च एक्सप्लिसिटली मैंशन किया होया प्रोसीजर एस्टैब्लिश्ड बाय लॉ। नो पर्सन शैल बी डिप्राइव्ड ऑफ लाइफ और एंड पर्सनल लिबर्टी एक्सेप्ट इन अकॉर्डेंस विद प्रोसीजर एस्टैब्लिश्ड बाय लॉ। आर्टिकल 21 दिता होया है। बट इसे ही आर्टिकल नू सुप्रीम कोर्ट ने वाइडर इंटरप्रिटेशन दिंदे होए मनका गांधी केस च क्या सीगा कि ड्यू प्रोसेस ऑफ लॉ भी इंप्लिसिट ही है इस चीज़ च। तो एक्सप्लिसिटली मैंशन किया गया ड्यू प्रोसेस नहीं, सुप्रीम कोर्ट की जजमेंट तो आया। प्रोसीजर एस्टैब्लिश बाय लॉ वाइडर है नहीं, ड्यू प्रोसेस ऑफ लॉ वाइडर है। तो दोनों ही इनकरैक्ट हो गए। विच ऑफ द फॉलोइंग स्टेटमेंट्स आर करैक्ट पूछे आपां नूं? करैक्ट कोई भी नहीं हैगा, नाइदर 1 नॉर 2। नेक्स्ट, विच ऑफ द फॉलोइंग आर द फीचर्स ऑफ द पार्लियामेंट्री सिस्टम? पार्लियामेंट्री सिस्टम दे डुअल एग्जीक्यूटिव बिल्कुल ठीक है, रियल एंड नॉमिनल एग्जीक्यूटिव, कलेक्टिव रिस्पॉन्सिबिलिटी टू द लोअर हाउस, डबल मेंबरशिप बिल्कुल है, सेपरेशन ऑफ पावर्स नहीं होंदा, द मेंबर्स ऑफ द एग्जीक्यूटिव जड़ा रियल एग्जीक्यूटिव है प्राइम मिनिस्टर, काउंसिल ऑफ मिनिस्टर्स, देर आर आल्सो मैंबर ऑफ द लेजिस्लेचर। ये नहीं होंदा। फोर्थ नहीं होना चाहिए, फोर्थ नहीं होना चाहिए, फोर्थ नहीं होना चाहिए, फोर्थ नहीं होना चाहिए। बाकी दी कहानियां मैनू नहीं भी पता सीगियां। आंसर हो गया 1, 2 एंड 3। नेक्स्ट क्वेश्चन। विच ऑफ द फॉलोइंग आर इनकरेक्ट विद रिगार्ड टू द इलेक्शंस? द मॉडल कोड ऑफ कंडक्ट comes into force as soon as the schedule of elections is announced by the election commission. मॉडल कोड ऑफ कंडक्ट कदों पिक्चर च आंदा है? जदों शेड्यूल अनाउंस कर दिंदा है इलेक्शन कमीशन। बिल्कुल ठीक बात है। Delimitation Commission is appointed by Election Commission to determine the geographical size of the constituencies based on their population. हुण सारी कहानी तो ठीक लिखी है, पर इत्थे इलेक्शन कमीशन थोड़ी अपॉइंट करता है, प्रेजिडेंट अपॉइंट करूगा। इलेक्शन कमीशन कौन हुंदा अपॉइंट करने वाला? ये स्टेटमेंट होगी इनकरैक्ट। की आंसर होना चाहिए? की आंसर होना चाहिए? करैक्ट है, 1 ओनली करैक्ट है। आंसर आप करता ओनली 1। आंसर की चेक की? ओ ਇਹਦਾ आंसर तो सी दिता होया। 2 ओनली किवें हो सकता है ਇਹਦਾ आंसर? 2 ओनली बिल्कुल हो सकता है, क्योंकि क्वेश्चन आपां नूं पुछा होया विच ऑफ द फॉलोइंग आर इनकरैक्ट। जिथे गोला नहीं मारिया उत्थे अपनी गलती होगी। इनकरैक्ट दसने सीगे, आ करैक्ट आ, इनकरैक्ट है। इनकरैक्ट किहड़ा आ गया? आपां 2 ओनली शुड बी दी आंसर। बच्चे बहुत 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 ध्यान देना है कि करैक्ट पूछा है कि इनकरैक्ट पूछा है। 2 नंबर पेपर च बहुत मैटर करते हैं। पेपर च आप कटोरा लैके जाइदा कि इधरों 2 नंबर मिल जाए अल्लाह के नाम पे, उधरों 2 नंबर मिल जाए अल्लाह के नाम पे। तो जितों नंबर बचते हैं आप नंबर बचाने हैं। बहुत मैटर करते हैं 2 नंबर। उन्होंने बच्चों को पुछो जिन्हों की 0.25 तो कट ऑफ क्लीयर नहीं होंगी। जे आही 2 नंबर आए होंगे तो दुनिया बदल जानी सी। सो अगे ध्यान दईए आप।
स्टेट फाइनेंस कमीशन के कंटेक्स्ट से क्वेश्चन है, इट इज़ कॉन्स्टिट्यूटेड बाय प्रेजिडेंट टू मेक पंचायती राज इंस्टीट्यूशंस फाइनेंशियली लेस डिपेंडेंट ऑन द स्टेट गवर्नमेंट। स्टेट फाइनेंस कमीशन है, प्रेजिडेंट क्यों अपॉइंट करूँगा, गवर्नर करूँगा, इनकरेक्ट है। Recommendations of the State Finance Commission include the principles that should govern and determine govern the determination of taxes, duties that may be assigned to panchayats। बिल्कुल ठीक बात है। It has a constitutional status, बिल्कुल constitution में दिया हुआ है, तो वन नहीं हो सकता। पहली गल तो मैं फालतू की मेहनत की है, वन नहीं हो सकता। ऑप्शन मैं थले देखा तो आंसर मेरा 2 and 3 वैसे ही पिया होया। अगे इंडियन सिटीजनशिप प्रोवाइड फॉर द कंसैप्ट ऑफ सिंगल सिटीजनशिप। सिंगल सिटीजनशिप की चीज़ है, तो इन्ना च तुसी ऑप्शंस पढ़ो जे। अ सिटीजन कैनॉट होल्ड एनी अदर सिटीजनशिप वाइल बीइंग एन इंडियन सिटीजन। Citizen of India can either opt for the citizenship of India or the state in which he or she resides. Citizens of India cannot opt for citizenship of any other country. There is only citizenship of the union and not the individual state in India. इत्थे तुसी एक गल समझनी है, 4 स्टेटमेंट्स दित्ती हैं, हो सकता है चारे दियां चारे स्टेटमेंट्स ही सिटीजनशिप के कंटैक्स्ट है। इदा भी हो सकता है, हुण इस कुछ ट्रू है कुछ अनट्रू है, इदा भी हो सकता है कि चारे स्टेटमेंट्स ट्रू स्टेटमेंट्स दित्ती हैं, गलत नहीं दित्तियां, ट्रू स्टेटमेंट्स दित्ती हैं। आंसर केड़ा मार्क करिए, वो सच है लेकिन वो जवाब नहीं हैगा। सच तो जवाब तो कुछ तो फर्क होगा। सच जड़ा मतलब अदरवाइज फैक्चुअली ट्रू है, लेकिन सवाल का जवाब नहीं हैगा। सवाल का जवाब सिर्फ एक है, मोस्ट एप्रोप्रिएट जो सवाल का जवाब है, सिटीजन ऑफ इंडिया कैन नॉट ऑप्ट फॉर सिटीजनशिप ऑफ एनी अदर कंट्री। ठीक है भाई, नहीं कर सकता, मतलब उन्होंने इंडिया की सिटीजनशिप छड्डनी पऊगी जो किसी होर कंट्री की सिटीजनशिप अडॉप्ट करता है। सच है, पर की ये जवाब है? नहीं। जवाब की है, सिंगल सिटीजनशिप का मतलब है कि देर इज ओनली सिटीजनशिप ऑफ द यूनियन एंड नॉट ऑफ द इंडिविजुअल स्टेट इन इंडिया। अनलाइक USA जिथे सिटीजनशिप ऑफ कैलीफोर्निया भी है, सिटीजनशिप ऑफ US भी है। इंडिया च सिर्फ सिटीजनशिप मतलब इंडिया की ही सिटीजनशिप होंगी है, सिंगल सिटीजनशिप है। नेक्स्ट है, विच ऑफ द फॉलोइंग स्टेटमेंट्स अबाउट द प्रेजिडेंट आर करेक्ट? ऑफिस ऑफ प्रेजिडेंट कैन नेवर रिमेन वेकेंट। आर्टिकल 52 आई गेस की कहता है, देयर शल बी प्रेजिडेंट ऑफ इंडिया। मतलब प्रेजिडेंट तो हमेशा होगा ही, कुछ भी हो जाए। प्रेजिडेंट की डेथ होंगी है तो वाइस प्रेजिडेंट ऑटोमैटिकली मतलब प्रेजिडेंट दे रोल अदा करता है। तो ऑफिस ऑफ प्रेजिडेंट ऑफ इंडिया कैन नेवर रिमेन वेकेंट, बिल्कुल ठीक बात। द प्रेजिडेंट ऑफ इंडिया इज द हेड ऑफ द गवर्नमेंट इन इंडिया, इनकरेक्ट। इत्थे स्टेटमेंट ध्यान नाल पढ़नी है, प्रेजिडेंट ऑफ इंडिया इज हेड ऑफ द स्टेट, प्राइम मिनिस्टर इज हेड ऑफ द गवर्नमेंट। स्टेट एंड गवर्नमेंट च फर्क है, ये इनकरेक्ट है। पहला होना चाहिए तो 2 नहीं होना चाहिए। हुण बई 3 भी मैनूं पता होना चाहिए। नो बिल इन इंडिया कैन बिकम अ लॉ विदाउट द असेंट ऑफ द प्रेजिडेंट इन इंडिया, बिल्कुल ठीक बात। लॉ उदों ही बनता है जो प्रेजिडेंट असेंट करता है। तो 1 and 3 वुड बी दी आंसर। करैक्ट दसना सी, करैक्ट आपां दसता है। What is the permissible age for contesting elections to Lok Sabha in India? Elections to Lok Sabha दी minimum age की है? Voters दी minimum age 18 है। जे पंचायती इलैक्शंस लड़नी है, पंचायती राज लोकल बॉडीज दियां करनी है तो 21 है। जे राज्य सभा करनी है तो 35 है। जे लोक सभा करनी है तो 25 इज दी मिनिमम एज। कुछ आपां नूं टाइटल्स दिते हुए दसने आपां किहड़े करैक्टली मैच्ड है। आर्यन मैन ऑफ इंडिया सरदार वल्लभ भाई पटेल होने तो लोह पुरुष तुसी बहुत सुन लिया होया है। तो 1 तो अपने आंसर से होना ही चाहिए एंड 1 दा वैसे भी रिडंडेंट है। आ पता सीगा आपां नूं कि तीर मार लिया आपां, सारे ऑप्शनां 'च दिता होया, कुछ नहीं अपना सॉल्व होया। नाइटिंगेल ऑफ इंडिया ये क्या जाता है? सरोजनी नायडू नूं इत्थे दिता होया एनी बिसेंट, ये गलत हो गया। तो 2 मेरा ऑप्शनस च नहीं होना चाहिए। आ ऑप्शन कट दो, आ ऑप्शन कट दो। 1 ओनली या 1 and 3 ओनली। 3 वेखिए हुण की है, यही डिसाइडर है।
ਫਰੰਟੀਅਰ ਗਾਂਧੀ ਕਿਹਨੂੰ ਕਹਿੰਦੇ ਆ? ਖਾਨ ਅਬਦੁਲ ਗਫਰ ਖਾਨ, ਪੇਸ਼ਾਵਰ ਵਾਲੇ ਰੀਜਨ ਦੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ 'ਚ ਇਹਨਾਂ ਨੇ ਗਾਂਧੀਅਨ ਆਈਡੀਓਲੋਜੀ, ਗਾਂਧੀਅਨ ਸੱਤਿਆਗ੍ਰਹਿ ਨੂੰ ਕਾਫੀ ਪ੍ਰਮੋਟ ਕੀਤਾ ਇਹਨਾਂ ਦੇ ਰੈੱਡ ਸ਼ਰਟਸ ਨੇ। ਦੈਟ ਇਜ਼ ਵਾਈ ਹੀ ਇਜ਼ ਨੋਨ ਐਜ਼ ਫਰੰਟੀਅਰ ਗਾਂਧੀ। ਬਿਲਕੁਲ ਠੀਕ ਬਾਤ। ਆਂਸਰ ਵੁੱਡ ਬੀ 1 and 3 ਓਨਲੀ। ਬੀ ਵੁੱਡ ਬੀ ਦੀ ਆਂਸਰ। ਠੀਕ ਹੈ। ਲੋਕ ਨਾਇਕ ਦੀਨ ਦਿਆਲ ਉਪਾਧਿਆਏ ਨੂੰ ਕਹਿੰਦੇ ਆ ਕਿ ਨਹੀਂ ਕਹਿੰਦੇ? ਮੈਨੂੰ ਨਹੀਂ ਵੀ ਪਤਾ। ਹੂ ਕੇਅਰਸ? ਮੈਨੂੰ ਨਹੀਂ ਪਤਾ ਯਾਰ, ਮੈਂ ਆਪਣਾ ਆਨਸਰ ਮਾਰਕ ਕੀਤਾ, ਮੈਂ ਅੱਗੇ ਚੱਲਿਆ। ਵੈਸੇ ਜੈ ਪ੍ਰਕਾਸ਼ ਨਾਰਾਇਣ ਨੂੰ ਕਹਿੰਦੇ ਆ ਲੋਕ ਨਾਇਕ, ਦੀਨ ਦਿਆਲ ਉਪਾਧਿਆਏ ਨੂੰ ਲੋਕ ਨਾਇਕ ਨਹੀਂ ਕਹਿੰਦੇ। ਜੈ ਪ੍ਰਕਾਸ਼ JP ਵਾਸ ਨੋਨ ਐਸ ਲੋਕ ਨਾਇਕ। ਤਾਂ ਆਨਸਰ ਹੈ ਇਹਦਾ B 1 and 3 ਓਨਲੀ। ਇੰਡੀਅਨ ਸੈਂਡਹਰਸਟ ਕਮੇਟੀ ਕਿਸ ਕੰਟੈਕਸਟ 'ਚ ਅਪੋਇੰਟ ਹੋਈ ਸੀਗੀ? ਇਹ ਆਪਾਂ ਕਲਾਸ 'ਚ ਵੀ ਕੀਤਾ ਹੋਇਆ ਸੀਗਾ। 1925 ਸਕੀਮ ਕਮੇਟੀ ਆਪਾਂ ਕਿਸ ਕੰਟੈਕਸਟ 'ਚ ਅਪੋਇੰਟ ਹੋਈ ਸੀਗੀ? ਇਟ ਵਾਸ ਅਪੋਇੰਟਡ ਇਨ ਦੀ ਕੰਟੈਕਸਟ ਆਫ ਇੰਡੀਅਨਾਈਜੇਸ਼ਨ ਆਫ ਆਰਮੀ। ਡੀ ਬੇਸਿਕ ਫੈਕਚੁਅਲ ਕੁਐਸਚਨ ਸੀ। Which of the following were written by ਕਾਲੀਦਾਸ? ਕਾਲੀਦਾਸ ਨੇ ਕਿਹੜੀਆਂ ਬੁੱਕਸ ਲਿਖੀਆਂ? among the books given, ਮ੍ਰਿਛਕਤਿਕਮ ਕਾਲੀਦਾਸ ਨੇ ਨਹੀਂ ਲਿਖੀ, ਫੈਕਚੁਅਲ ਕੁਐਸਚਨ ਹੈ। ਮ੍ਰਿਛਕਤਿਕਮ ਲਿਖੀ ਹੈ ਬਸੰਤ ਸੇਨਾ ਵਾਲੀ ਜਿਹੜੀ ਲਵ ਸਟੋਰੀ ਹੈ, ਕਿਆ ਨਾਮ ਹੈ? ਮ੍ਰਿਛਕਤਿਕਮ, ਚਲੋ ਸਾਨੂੰ ਨਹੀਂ ਪਤਾ। I cannot recall at this point of time। ਅਭਿਗਿਆਨ ਸ਼ਕੁੰਤਲਮ ਕਾਲੀਦਾਸ ਨੇ ਲਿਖੀ ਹੈ। ਹਰਸ਼ਚਰਿਤਾ ਹਰਸ਼ਵਰਧਨ ਦੇ ਟਾਈਮ ਦੀ ਬੁੱਕ ਹੈ। ਮੈਨੂੰ ਭਾਵੇਂ ਇਹਦਾ ਆਥਰ ਨਹੀਂ ਪਤਾ ਕੌਣ ਸੀਗਾ, ਬਟ ਹਰਸ਼ਵਰਧਨ ਦੇ ਟਾਈਮ ਦੀ ਬੁੱਕ ਹੈ। ਕਾਲੀਦਾਸ ਗੁਪਤਾ ਪੀਰੀਅਡ ਦਾ ਰਾਈਟਰ ਹੈ। ਕਿਆ ਕਾਲੀਦਾਸ ਹਜੇ ਆਉਣ ਵਾਲੇ, ਜਿਹੜਾ ਹਜੇ ਪੈਦਾ ਹੀ ਨਹੀਂ ਹੋਇਆ ਕਿੰਗ, ਉਹਦੇ ਬਾਰੇ ਬੁੱਕ ਲਿਖ ਸਕਦਾ? ਨਹੀਂ ਲਿਖ ਸਕਦਾ। ਇਹ ਬੁੱਕ ਲਿਖੀ ਸੀਗੀ ਬਾਨ ਭੱਟ ਨੇ। ਸੋ ਇਹ ਵੀ ਆਂਸਰ ਨਹੀਂ ਹੋ ਸਕਦਾ। ਓਨਲੀ 2 ਓਨਲੀ ਇਜ਼ ਦੀ ਆਂਸਰ। B 2 ਓਨਲੀ। ਤਾਂ ਮ੍ਰਿਛਕਤਿਕਮ ਬੱਚੇ ਕਾਲੀਦਾਸ ਨੇ ਨਹੀਂ ਲਿਖੀ ਹੈ। ਆਥਰ ਮੈਨੂੰ ਹਜੇ ਰਾਈਟ ਨਾਓ ਆਈ ਕੈਨ ਨਾਟ ਰਿਕਾਲ। ਨੈਕਸਟ, which of the following were the part of Aurangzeb's religious policies? Ban on payment of jizya by non-Muslims। औरंगजेब ਤਾਂ ਮਤਲਬ ਇਨਫੇਮਸ ਹੀ ਇਸ ਲਈ ਹੈ ਕਿ ਇਹਨੇ ਜਿਜ਼ੀਆ ਰੀਇੰਪੋਜ਼ ਕਰਤਾ ਸੀਗਾ। ਸਟੇਟਮੈਂਟ ਕਹਿੰਦੀ ਹੈ बैन ऑन पेमेंट। ये तो ना हो सकता, 2 हो ही नहीं सकता, 2 हो ही नहीं सकता। आंसर है ए। ज़्यादा मैनू पढ़न की लोड़ ही नहीं। ही प्रमोटेड द कंस्ट्रक्शन ऑफ न्यू टैंपल्स, हो ही नहीं सकता। अपॉइंटमेंट ऑफ ऑफिशियल्स टू रेगुलेट द एक्टिविटीज़ फॉरबिडन बाय शरिया, ये बिल्कुल ठीक है। 3 ओनली। ये तो आंसर है। की कहते थे ऑफिसर नू? मुहतासिब। नेक्स्ट है, which of the following initiatives were taken by Sher Shah Suri to promote trade and commerce? इंट्रोडक्शन ऑफ गोल्ड सिल्वर एंड कॉपर कॉइन्स ऑफ यूनिफॉर्म स्टैंडर्ड, बिल्कुल ठीक है। गोल्ड कॉइन्स नोन एज मोहर, सिल्वर कॉइन्स नोन एज रुपया जितों अपनी करेंसी डिराइव हुई है रुपी, कॉपर कॉइन्स नोन एज दाम। रेस्टोरेशन ऑफ द ग्रैंड ट्रंक रोड, ये भी शेरशाह सूरी ने की है। सिंपलीफाइड कस्टम ड्यूटी स्ट्रक्चर, बिल्कुल ठीक है। अगर अभी हर इकता च हर प्रोविंस च कोई आपकी सैपरेट कस्टम ड्यूटी नहीं लाऊगा, सिर्फ 2 ਥਾਵਾਂ ਤੇ कस्टम ड्यूटी लगूगी एंड दैट्स ऑल। बाकी रैसट ऑफ द कंट्री च कोई कस्टम ड्यूटी का कंसैप्ट नहीं हैगा। ਤਾਂ ਤਿੰਨੋਂ ਹੀ ਸਟੈਪਸ ਇਹਨੇ ਲਿੱਤੇ ਸੀਗੇ 1, 2 and 3। B is the right answer। Next, which of the following statements are correct about Jaina literature? It was given final shape at the Council of Vallabhi, बिल्कुल सही बात है, गुप्ता पीरियड के दौरान। अर्ली जैना लिटरेचर वॉज इन संस्कृत, बिल्कुल भी नहीं। बुद्धिज्म एंड जैनिज्म फेमस ही इसलिए होए थे क्योंकि ये लोगों की भाषा च प्रीच करते थे। अर्ली लिटरेचर वॉज इन प्राकृत, इनकरैक्ट है। तो 1 ओनली वुड बी दी, आप करैक्ट ही दसना है। विच ऑफ द फॉलोइंग स्टेटमेंट्स आर करैक्ट? 1 ओनली वुड बी दी आंसर। विद रेफरेंस टू महाजनपदास, देयर इज नो मेंशन ऑफ महाजनपदास इन बुद्धिस्ट टेक्स्ट। In fact, primary source of information about the महाजनपदास बुद्धिस्ट टेक्स्ट है। अंगुत्र निकाया च लिस्ट दी हुई है 16 महाजनपदास दी, which was one of the Buddhist texts। इनकरैक्ट स्टेटमेंट। तो 1 तो ऑप्शंस च हो ही नहीं सकता। मैं करैक्ट दसना सीगा, 1 मैनू डेफिनेटली पता है कि इनकरैक्ट है, तो 3 ओनली मेरा आंसर है। गल हुंदी है खत्म। Which among the following are the decorative styles used in Islamic architecture? मतलब इस्लामिक आर्कीटैक्चर च डेकोरेशन लिए आप की यूज़ करते हैं? कैलीग्राफी ऑन प्लास्टर एंड स्टोन, बिल्कुल ठीक बात है। ब्यूटीफुल हैंड राइटिंग च जेडे स्क्रिप्ट लिखी जाती है, कुरानिक वर्सेस लिखियाँ जाती हैं। ज्योमैट्रिक पैटर्न्स, बिल्कुल ठीक बात है।
1 ਹੋਣਾ ਚਾਹੀਦਾ, 2 ਹੋਣਾ ਚਾਹੀਦਾ, ਪਰ 3 ਬਾਰੇ ਮੈਨੂੰ ਪਤਾ ਹੋਣਾ ਚਾਹੀਦਾ। Depiction of the living forms on the surface, living forms the drawing is prohibited in Islam। humans या animals ਦੀ figures ਨੂੰ portray ਕਰਨਾ ਹਰਾਮ ਸਮਝਿਆ ਜਾਂਦਾ ਇਸਲਾਮ 'ਚ, ਇਹ ਨਹੀਂ ਹੋ ਸਕਦਾ। 1 and 2 would be the answer। next, territory of Mughal empire was divided into Jagir, Khalisa ਤੇ Inam। which of the following are correct with respect to such divisions? Jagir lands were allotted to nobles and members of the royal family। ਬਿਲਕੁਲ ਠੀਕ ਬਾਤ ਹੈ। ਨੋਬਲਸ ਨੂੰ ਸੈਲਰੀ ਦੇਣ ਦੀ ਬਜਾਏ ਜਾਗੀਰ ਦੇਤੀ ਵੀ ਇਸ ਲੈਂਡ ਤੋਂ ਜੋ ਰੈਵਨਿਊ ਆਊਗਾ ਉਹ ਸਮਝ ਲਈ ਆਪਣੀ ਸੈਲਰੀ। ਖਲੀਸਾ ਵਿਲੇजेस were allotted to learned and religious men। ਇਨਕਰੈਕਟ। ਇਹ ਖਲੀਸਾ ਵਿਲੇजेस ਤੋਂ ਉਹ ਵਿਲੇजेस ਸੀਗੇ ਜਿਹਦਾ ਰੈਵਨਿਊ ਡਾਇਰੈਕਟਲੀ ਰਾਇਲ ਟ੍ਰੈਜਰੀ 'ਚ ਜਾਂਦਾ ਸੀਗਾ। ਇਨਕਰੈਕਟ ਹੋ ਗਿਆ। ਇਨਕਮ ਫਰੋਮ ਇਨਾਮ ਲੈਂਡ ਵੈਂਟ ਡਾਇਰੈਕਟਲੀ ਟੂ ਦੀ ਰਾਇਲ ਐਕਸਚੈਕਰ। ਇਹ ਵੀ ਇਨਕਰੈਕਟ ਹੋ ਗਿਆ, ਉਲਟਾ ਦਿੱਤਾ ਹੋਇਆ। ਖਲੀਸਾ ਦਾ ਇਨਾਮ 'ਚ ਦਿੱਤਾ ਹੋਇਆ, ਇਨਾਮ ਦਾ ਖਲੀਸਾ 'ਚ ਦਿੱਤਾ ਹੋਇਆ। ਧਿਆਨ ਨਾਲ ਆਪਾਂ ਪੜ੍ਹਨਾ ਹੈ। ਸਟੇਟਮੈਂਟਸ ਹੁਣ ਪੜ੍ਹਨ ਨੂੰ ਠੀਕ ਲੱਗਦੀਆਂ, ਹਾਂ ਇਹ ਵੀ ਸੀਗਾ ਕੋਈ, ਆ ਵੀ ਸੀਗਾ ਕੋਈ, ਬਟ ਉਲਟਾ ਦਿੱਤਾ ਹੋਇਆ। ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਾਂ ਕਰੈਕਟ ਦੱਸਣਾ ਹੈ। ਵਿਚ ਆਫ ਦੀ ਫੋਲੋਇੰਗਸ ਆਰ ਕਰੈਕਟ? 1 ਓਨਲੀ ਵੁੱਡ ਬੀ ਦੀ ਆਂਸਰ। Who has authored the famous treatise Akbar on Akbar? ਅਕਬਰਨਾਮਾ ਕਿਹਨੇ ਲਿਖਿਆ? ਈਜ਼ੀ ਕੁਐਸਚਨ ਸੀਗਾ। ਅਬੁਲ ਫਜ਼ਲ ਨੇ ਲਿਖਿਆ, the court historian of Akbar। ਅਸ਼ੋਕਾ ਦੇ ਕੰਟੈਕਸਟ 'ਚ ਆਪਾਂ ਦੱਸਣਾ ਹੈ ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ? ਅਸ਼ੋਕ ਬਿਲੋਂਗ ਟੂ ਦੀ ਮੌਰੀਅਨ ਡਾਇਨੈਸਟੀ, ਬਿਲਕੁਲ ਠੀਕ ਬਾਤ। ਸਨ ਆਫ ਚੰद्रगुप्त ਮੌर्य, ਦੀ ਫਾਊਂਡਰ ਆਫ ਦੀ ਮੌਰੀਅਨ ਅੰਪਾਇਰ। ਚੰद्रगुप्त ਮੌर्य ਜਲਦੀ 'ਚ ਟੈਂਡੈਂਸੀ ਹੋ ਸਕਦੀ ਹੈ ਐਗਜ਼ਾਮ ਪ੍ਰੈਸ਼ਰ 'ਚ ਆਪਾਂ ਸਟੇਟਮੈਂਟ ਨੂੰ ਕਰੈਕਟ ਕਰ ਦਈਏ, ਈਵਨ ਦੋ ਆਪਾਂ ਨੂੰ ਪਤਾ ਹੈ ਕਿ ਇਹ ਸਟੇਟਮੈਂਟ ਇਨਕਰੈਕਟ ਹੈ। ਚੰद्रगुप्त ਮੌर्य ਦਾ ਬੇਟਾ ਸੀ ਬਿੰਦੂਸਾਰ, ਬਿੰਦੂਸਾਰ ਦਾ ਬੇਟਾ ਸੀ ਅਸ਼ੋਕ। ਬਟ ਇਹ ਵਨ ਆਫ ਦੋਜ਼ ਸਟੇਟਮੈਂਟਸ ਹੈ ਜਿਹੜਾ ਐਗਜ਼ਾਮ ਪ੍ਰੈਸ਼ਰ 'ਚ ਆਪਾਂ ਲਾਈਕ ਚੰद्रगुप्त ਮੌर्य, ਹਾਂ ਅਸ਼ੋਕਾ ਉਸੇ ਦਾ ਹੀ ਸੀਗਾ, ਟਿਕ ਕਰ ਦਿੰਦੇ ਆਪਾਂ। ਇਹ ਇਨਕਰੈਕਟ ਹੈ। 1 ਹੋਣਾ ਹੀ ਹੋਣਾ ਚਾਹੀਦਾ ਤੇ 2 ਨਹੀਂ ਹੋਣਾ ਚਾਹੀਦਾ। 2 ਨਹੀਂ ਹੋਣਾ ਚਾਹੀਦਾ, ਫਿਰ ਆਪਾਂ ਨੂੰ C ਬਾਰੇ ਵੀ ਪਤਾ ਹੋਣਾ ਚਾਹੀਦਾ। ਆਫਟਰ ਦੀ ਬੈਟਲ ਆਫ ਕਲਿੰਗ ਅਸ਼ੋਕਾ ਗੇਵ ਅਪ ਵਾਇਲੈਂਸ ਐਂਡ ਪ੍ਰੀਚਡ ਜੈਨਿਜ਼ਮ। ਗਲਤ ਹੋ ਗਈ। ਅਸ਼ੋਕਾ ਨੇ ਤਾਂ ਬੁੱਧਿਜ਼ਮ ਪ੍ਰੀਚ ਕੀਤਾ ਸੀਗਾ। 1 ਓਨਲੀ ਵੁੱਡ ਬੀ ਦੀ ਆਂਸਰ। ਅਰੇਂਜ ਦੀ ਫੋਲੋਇੰਗ ਇਨ ਦੀ chronological order from earliest to latest। Battle of Plassey, Battle of Buxar 1757, 1764, Battle of Vendivash 1760 and Treaty of Paris 1763। ਆਪਾਂ ਕਰਨਾ ਹੈ ਫਰੋਮ अर्लीएस्ट ਟੂ ਲੇਟੈਸਟ। ਸਭ ਤੋਂ ਪਹਿਲਾਂ ਪਲਾਸੀ 1, ਉਸ ਤੋਂ ਬਾਅਦ ਵੈਂਡੀਵਾਸ਼ 3, ਉਸ ਤੋਂ ਬਾਅਦ ਪੈਰਿਸ 4, ਉਸ ਤੋਂ ਬਾਅਦ ਬਕਸਰ 2। ਦਿਸ ਵੁੱਡ ਬੀ ਦੀ ਆਂਸਰ। ਰਵਿੰਦਰਨਾਥ ਟੈਗੋਰ ਦੇ ਕੰਟੈਕਸਟ 'ਚ ਆਪਾਂ ਨੂੰ ਹੁਣ ਕੁਐਸਚਨ ਆਇਆ। ਰਵਿੰਦਰਨਾਥ ਟੈਗੋਰ ਵਾਸ ਦੀ ਫਰਸਟ ਇੰਡੀਅਨ ਟੂ ਬੀ ਅਵਾਰਡਡ ਨੋਬਲ ਪ੍ਰਾਈਜ਼ ਫॉर ਲਿਟਰੇਚਰ। ਲਿਟਰੇਚਰ ਦੇ ਕੰਟੈਕਸਟ 'ਚ ਪੁੱਛਿਆ ਆਪਾਂ ਨੂੰ, ਬਿਲਕੁਲ ਸਹੀ ਬਾਤ। Rabindranath Tagore was awarded Nobel Prize for his compilation under the title Gitanjali। बिल्कुल सही बात। Rabindranath Tagore is the author of National Anthem of Bangladesh। स्टेटमेंट ट्रू है फॉल्स? इंडिया दी नैशनल एंथम तो रविंद्रनाथ टैगोर ने लिखी ही है, कि बांग्लादेश की नैशनल एंथम भी रविंद्रनाथ टैगोर ने लिखी है। बिल्कुल सही बात। अमर सोनार बांग्ला, ये दिस वॉज composed by Rabindranath Tagore during the time of Swadeshi movement। Later on it was adopted as national anthem of Bangladesh। तीनों स्टेटमेंट सी करेक्ट है एंड ਆਪਾਂ करेक्ट ही दसना सी। नेक्स्ट, who gave महात्मा गांधी the title of father of nation? ये टाइटल गांधी जी ਨੂੰ ਕਿਹਨੇ ਦਿੱਤਾ? This was given by सुभाष चंद्र बोस। C, basic factual question पता होना चाहिए ਸੀ ਤੁਹਾਨੂੰ। In which city is the Alfred Park located where Chandrasekhar Azad shot himself dead before the British could catch him alive? ਚੰਦਰਸ਼ੇਖਰ ਆਜ਼ਾਦ ਨੇ ਕਸਮ ਖਾਈ ਸੀ ਮੈਨੂੰ ਗੋਰੇ ਨਹੀਂ ਕਦੇ ਫੜਨਗੇ। ਜਦੋਂ ਹੀ ਵਾਸ ਸਰਾਊਂਡਡ ਐਂਡ ਲਾਸਟ ਉਹਨਾਂ ਕੋਲੇ ਬੁਲੇਟ ਬਚਿਆ ਸੀਗਾ, ਹੀ ਸ਼ਾਟ ਹਿਮਸੈਲਫ ਡੈਡ ਸੋ ਦੈਟ ਬ੍ਰਿਟਿਸ਼ ਕੁਡ ਨਾਟ ਕੈਚ ਹਿਮ। ਕਿੱਥੇ ਆ ਉਹ ਐਲਫਰੈਡ ਪਾਰਕ ਜਿੱਥੇ ਇਹ ਇਨਸੀਡੈਂਟ ਹੋਇਆ ਸੀਗਾ? ਇਟਸ ਇਨ ਅਲਾਹਾਬਾਦ, ਦ ਨਿਊ ਨੇਮ ਆਫ ਵਿਚ ਇਜ਼ ਪ੍ਰਯਾਗਰਾਜ। ਨੈਕਸਟ, which of the following great monuments were built by Mughal ruler शाहजहां? शाहजहां ने ਕਿਹੜੇ ਬਣਾਇਆ? ਕੁਤੁਬ ਮੀਨਾਰ ਬਿਲਕੁਲ ਨਹੀਂ, ਇਹ ਤਾਂ ਦਿੱਲੀ ਸਲਤਨਤ ਦੇ ਟਾਈਮ ਦਾ ਬਣਿਆ ਹੋਇਆ। ਜਾਮਾ ਮਸਜਿਦ ਐਟ ਦਿੱਲੀ ਬਿਲਕੁਲ यहाँ। ਤਾਜ ਮਹਿਲ ਐਟ ਆਗਰਾ। ਰੈਡ ਫੋर्ट। now you see, now over here
क्वेश्चन थोड़ा जा मतलब कुड हैव बीन मोर प्रिसाइज कि रैड फोर्ट ਆਪਾਂ ਲਾਈਕ ਤੁਹਾਨੂੰ ਕੀਤਾ ਆਪਾਂ कि रेड फोर्ट दिल्ली च भी है, रेड फोर्ट आगरा च भी है, दिल्ली वाला शाहजहां ने बनाया, आगरा वाला अकबर ने बनाया, जामा मस्जिद लाइक हर शहर च जामा मस्जिद हुंदी है। तो दी वर्डिंग ऑफ द क्वेश्चन कुड हैव बीन मोर प्रिसाइज बट पेपर च आपां धरना नहीं देना। हुण पेपर च आपां मान लो ये क्वेश्चन इनकाउंटर किया उत्थे एक्सक्यूज मी सर दिस क्वेश्चन इज रॉन्ग, इदां नहीं करना। टू दी बेस्ट ऑफ आर एबिलिटी आपां इहदा आंसर मार्क करके आना है जो अपनी लाइक प्रूडेंस कहती है, जो अपनी विजडम कहती है कि इहदा आंसर ये होना चाहिए, आपां मार्क करके आइए। हुण ज़्यादा डेढ़ सियाने नहीं बनना, जिवें आपां कहने हैं ज़्यादा सियाने भी नहीं बनना, ओवर स्मार्ट भी नहीं बनना कि छोटे लोग इन्हों पता नहीं गा कि रेड फोर्ट आगरा च भी हैगा, पता नहीं किहड़े रेड फोर्ट की गल करते पे है। भाई रेड फोर्ट कॉमनली जो रेड फोर्ट लिखा तो दिल्ली वाले रेड फोर्ट की ही गल हो रही होगी। जामा मस्जिद हुण कॉमनली जामा मस्जिद लिखा तो दिल्ली वाली जामा मस्जिद की ही गल होंदी पऊगी। बाद चो जो क्वेश्चन बोनस होना होगा तो बाद दियां कहानियां हो सकता है क्वेश्चन बोनस हो जाए, पर वो बाद दियां कहानियां वो PPSC देखू, बाद चो रिट पटीशन देखू, हाई कोर्ट देखूगी। बट तुसी एग्जामिनेशन हॉल च ओवर स्मार्ट नहीं बनना, आपकी एक्सैसिव नॉलेज नू एक हिंड्रेंस नहीं बना लेनी कि मैं तो इसका आंसर किवें कर सकदा, गल ही नहीं बनती पई। ये आप इस क्वेश्चन तो सीखना है। जो अपनी प्रूडेंस कहती है, जो अपनी विजडम कहती है कि यार इसका आंसर चलो जो भी है थोड़ी वर्डिंग वेग हो सकती है बट आंसर तो इसका ही बनता है, वो तुसी आंसर मार्क करके आना है। बाद चो जो होगा बाद चो देखांगे। जामा मस्जिद भी इन्हें बनवाई है, ताजमहल बनवाया, रेड फोर्ट बनवाया, 2, 3 and 4 इज द आंसर। नेक्स्ट है who wrote the famous book War and Peace, who is also one of the ideological fathers of Mahatma Gandhi। War and Peace किने लिखी है? Among these Leo Tolstoy ने लिखी है। Next, The Last Supper is a famous Renaissance painting was the masterpiece of। ये Last Supper वाली पेंटिंग किने ड्रॉ की थी, किदी पेंटिंग सी है? माइकलएंजेलो, टाइशियन, लियोनार्डो दा विंची या राफेल? आंसर है दा लियोनार्डो दा विंची। ये बेसिक फैक्चुअल क्वेश्चन सीखा। सो लेट्स मूव टू द नेक्स्ट क्वेश्चन। ड्यूरिंग द फर्स्ट वर्ल्ड वॉर विच कंट्री साइंड द पीस ट्रीटी विद जर्मनी 1917 च? ब्रैकेट से साल भी दिता होया जिस साल की गल हो रही है। हुण वर्ड हिस्टरी के क्वेश्चन स्टार्ट हो गए हैं। ये लाइक तुहाडे एग्जाम च थोड़े स्ट्रेट फॉरवर्ड क्वेश्चन आते हैं, वर्ड हिस्टरी के बेसिक फैक्चुअल क्वेश्चन आते हैं वर्ड हिस्टरी के। किहड़ी कंट्री ने फर्स्ट वर्ल्ड वॉर च जर्मनी नाल पीस ट्रीटी साइन की सी 1917 च? ऑस्ट्रिया तो जर्मनी की साइड ते ही सीगा, इंग्लैंड एंड फ्रांस तो लड़ते रहते हैं तो जर्मनी नूं हराते हैं। इट वॉज रशिया जिहड़ा कि ट्रीटी ऑफ ब्रेस्ट लिटोविस साइन करता है इन 1917 विद रशिया। वैन डिड रशिया च रेवोल्यूशन आ जाती है तो कहते लैनिन आके कहता भी खसमां नूं खाओ, असीं वॉर च पार्टिसिपेट ही नहीं करना, साडे नाल करो पीस ट्रीटी। तुहानूं जमीन चाहिए है, बॉर्डर एरिया चाहिए है, लै लो, साडे कोल जमीन की कोई कमी नहीं हैगी, लो तो सानू लाइक पीस दो, असीं अपने कंट्री च रेवोल्यूशन करनी है, रिकनस्ट्रक्शन करनी है। वैन डिड द UK डिक्लेयर वॉर ऑन जर्मनी दैट लेड टू सेकेंड वर्ल्ड वॉर? एग्जैक्ट डेट पूछी हुई है। हुण PCS च आपां नूं इदां दे एग्जाम्पल भी मिले, इन्नी एग्जैक्ट आपां नूं सारे 1939 1939 1939 1939 मोटा मोटा जा तां आपां गैस मार ही नहीं सकते, आंसर तो सारिਆਂ ਦੇ ही मतलब हर ऑप्शन च 1939 दिता होया है। हुण आपां किवें आंसर मार्क करिए? हिटलर ने पोलैंड ते अटैक किया सीगा, बहुत फेमस डेट है जे लाइक तुसीं मेरियां क्लासिस लाइयां उस मैं एम्फेसाइज किया सी 1 सितंबर 1939 नूं हिटलर पोलैंड ते इन्वेड करता है, दस स्टार्टिंग दी सेकेंड वर्ल्ड वॉर। हुण हिटलर पोलैंड ते अटैक करता है, ब्रिटेन ने पोलैंड नूं प्रॉमिस किया होया सीगा कि जे हिटलर ने तेरे ते अटैक किया असीं तेरी डिफेंस ते आवांगे, तू टेंशन ना लै। तुसीं ऑप्शन देख लो, मैनू सिर्फ इन्नी गल ही पता होनी चाहिए सीगी, मैनू नहीं पता डेटा डूटा। 1 सितंबर बहुत फेमस डेट है, पता होनी चाहिए है। 1939 नूं हिटलर ने अटैक किया सीगा, ब्रिटेन ने UK ने पोलैंड नूं प्रॉमिस किया सी जे तेरे ते अटैक किया तो असीं अटैक करांगे हिटलर ते, असीं वॉर डिक्लेयर करांगे जर्मनी ते। की आंसर होना चाहिए? नहीं भी मैनू कहानी पता, आंसर मेरा है 3 सितंबर 1939। गल होगी खत्म।
During the First World War, when Tsar Nicholas II went to war front to personally command his armies, who did he leave behind as the in charge of the government? First World War ਦੇ ਟਾਈਮ ਤੇ ਰਸ਼ੀਅਨ ਰੈਵੋਲੂਸ਼ਨ ਤੋਂ ਜਸਟ ਪਹਿਲਾਂ ਰਸ਼ੀਆ ਦਾ ਜਿਹੜਾ ਐਂਪਰਰ ਹੁੰਦਾ ਜ਼ਾਰ ਨਿਕੋਲਸ II, ਇਹ ਕਹਿੰਦਾ ਕਿ ਯਾਰ ਮੇਰੇ ਜਨਰਲ ਤਾਂ ਨਜਾਇਜ਼ ਹੀ ਹਾਰ ਰਹੇ ਆ, ਇਹਨਾਂ ਨੂੰ ਲੜਨਾ ਨਹੀਂ ਆਉਂਦਾ, ਮੈਂ ਇਹਨਾਂ ਨੂੰ ਦੱਸਦਾ ਕਿਵੇਂ ਕਮਾਂਡ ਕਰੀਦਾ ਹੈ। ਤਾਂ ਆਪਦੀ ਗਵਰਨਮੈਂਟ ਪਿੱਛੇ ਛੱਡ ਕੇ ਪੀਟਰਸਬਰਗ 'ਚ ਛੱਡ ਕੇ ਵਾਰ ਫਰੰਟ 'ਤੇ ਚਲਾ ਜਾਂਦਾ ਵੀ ਮੈਂ ਸਿਖਾਉਂਦਾ ਇਹਨਾਂ ਨੂੰ ਕਿਵੇਂ ਲੜਿਆ ਜਾਂਦਾ ਹੈ। ਪਿੱਛੇ ਇੰਚਾਰਜ ਕਿਹਨੂੰ ਛੱਡ ਕੇ ਗਿਆ? ਇਹ ਕੁਐਸਚਨ ਹੈ। ਪ੍ਰਿੰਸ ਲਵੋਵ, ਰਾਸਪੁਟਿਨ, ਅਲੈਗਜ਼ੈਂਡਰਾ ਜਾਂ ਅਲੈਗਜ਼ੈਂਡਰ ਕਰੈਂਸਕੀ ਆਪਣੀ ਮੈਡਮ ਜ਼ਾਰੀਨਾ ਨੂੰ, Tsarina, Russian emperors were known as Tsars and empress was known as Tsarina. Tsarina Alexandra ਨੂੰ ਇਹ ਇੰਚਾਰਜ ਛੱਡ ਕੇ ਜਾਂਦਾ ਹੈ। ਬਟ ਮੈਡਮ ਦਾ प्रॉब्लमेटिक रिलेशनशिप, आपत्तिजनक रिलेशनशिप चल रहा होता है रासपुतिन के साथ, जो एडमिनिस्ट्रेशन को कंट्रोल कर लेता है। तो मतलब उस कंटेक्स्ट में ਆਨਸਰ ਕੀ ਆ? ਇੰਚਾਰਜ ਕਿਹਨੂੰ ਛੱਡ ਕੇ ਗਿਆ ਸੀ? ਜ਼ਾਰੀਨਾ ਨੂੰ ਛੱਡ ਕੇ ਗਿਆ ਸੀ। ਅੱਗੇ ਜ਼ਾਰੀਨਾ ਕਿਹਦੇ ਨਾਲ ਲਿੰਕਡ ਸੀਗੀ, ਨਹੀਂ ਸੀਗੀ, ਕਿਹਦੀ ਗੱਲ ਮੰਨਦੀ ਸੀ, ਨਹੀਂ ਮੰਨਦੀ ਸੀ, ਉਹ ਬਾਅਦ ਦੀਆਂ ਗੱਲਾਂ। ਇੰਚਾਰਜ ਕਿਹਨੂੰ ਛੱਡ ਕੇ ਗਿਆ ਸੀਗਾ? ਅਲੈਗਜ਼ੈਂਡਰਾ, ਆਪਣੀ ਵਾਈਫ ਨੂੰ। ਹੂ ਅਮੰਗ ਦੀ ਫੋਲੋਇੰਗ ਗੇਵ ਦੀ ਕੰਸੈਪਟ ਆਫ ਜਨਰਲ ਵਿਲ? ਜਨਰਲ ਵਿਲ ਦਾ ਕੰਸੈਪਟ ਕਿਹਨੇ ਦਿੱਤਾ ਹੈ? ਕੱਲ੍ਹ ਤੁਸੀਂ ਚੇਤਨ ਸਰ ਨਾਲ ਪੋਲੀਟੀਕਲ ਥਿਊਰੀ ਦੇ ਡਿਟੇਲ 'ਚ MCQs ਵਗੈਰਾ ਕੀਤੇ, ਸੈਸ਼ਨ ਲਾਇਆ ਐਂਡ ਅਦਰਵਾਈਜ਼ ਵੀ। जनरल विल ਦਾ ਕੰਸੈਪਟ ਕਿਹਨੇ ਦਿੱਤਾ ਹੈ? ਜੌਨ ਲੌਕ, ਥਾਮਸ ਹੌਬਸ, ਵੋਲਟੇਅਰ ਜਾਂ ਰੂਸ਼ੋ? ਆਨਸਰ ਹੈ ਰੂਸ਼ੋ, ਡੀ। ਫ੍ਰੈਂਚ ਰੈਵੋਲੂਸ਼ਨ ਤੋਂ ਪਹਿਲਾਂ ਮਤਲਬ ਕਾਫੀ ਪੋਪੂਲਰ ਹੋਇਆ ਸੀਗਾ ਰੂਸ਼ੋ। ਐਂਡ ਵਨ ਆਫ ਦੀ ਕੀ ਜਿਹੜਾ ਬਲੇਮਸ ਹੈ, ਕਾਫੀ ਸਾਰੇ ਸਕੋਲਰਸ ਮੰਨਦੇ ਆ ਕਿ ਐਨਲਾਈਟਨਮੈਂਟ ਥਿੰਕਰਸ ਵਰ ਰਿਸਪੋਂਸੀਬਲ ਫॉर ਫ੍ਰੈਂਚ ਰੈਵੋਲੂਸ਼ਨ। ਐਂਡ ਐਨਲਾਈਟਨਮੈਂਟ ਥਿੰਕਰਸ 'ਚ ਵੀ ਵੋਲਟੇਅਰ ਤੇ ਰੂਸ਼ੋ ਨੂੰ ਜ਼ਿਆਦਾ ਰਿਸਪੋਂਸੀਬਲ ਮੰਨਿਆ ਜਾਂਦਾ ਕਿ ਇਹਨਾਂ ਦੀਆਂ ਟੀਚਿੰਗਸ ਕਰਕੇ, ਇਹਨਾਂ ਦੀਆਂ ਪ੍ਰੀਚਿੰਗਸ ਕਰਕੇ ਲੋਕ ਇੰਸਪਾਇਰ ਹੋਏ ਐਂਡ ਉਹ ਰੈਵੋਲੂਸ਼ਨ 'ਚ ਖੜੇ ਹੋਏ। Which of the following was the most decisive battle of the American War of Independence? Most decisive, ਜਿਹਨੇ ਮਤਲਬ ਚੈਪਟਰ ਕਲੋਜ਼ ਕਰਤਾ ਕਿ ਹੁਣ ਤਾਂ ਪਤਾ ਹੀ ਹੈ ਕਿ ਆਹੀ ਹੋਊਗਾ ਕਿ ਕॉलोनीज ਜੋ ਬ੍ਰਿਟਿਸ਼ ਅਮਰੀਕਨ ਕॉलोनीज ਆ ਉਹ ਇੰਡੀਪੈਂਡੈਂਟ ਹੋਣਗੀਆਂ। ਬੈਟਲ ਆਫ ਕਿਊਬੈਕ, ਬੈਟਲ ਆਫ ਨਿਊਯਾਰਕ, ਬੈਟਲ ਆਫ ਯਾਰਕਟਾਊਨ ਜਾਂ ਬੈਟਲ ਆਫ ਬੋਸਟਨ? ਆਨਸਰ ਹੈ ਬੈਟਲ ਆਫ ਯਾਰਕਟਾਊਨ। ਇਸ 'ਚ ਲਾਰਡ ਕਾਰਨਵਾਲਿਸ ਬ੍ਰਿਟਿਸ਼ ਸਾਈਡ 'ਤੇ ਸੀਗੇ, ਲਾਰਡ ਕਾਰਨਵਾਲਿਸ। ਬਿਲਕੁਲ ਠੀਕ ਸੋਚ ਰਹੇ ਹੋ ਤੁਸੀਂ। ਲਾਰਡ ਕਾਰਨਵਾਲਿਸ ਹੀ ਉਹੀ ਲਾਰਡ ਕਾਰਨਵਾਲਿਸ ਹੈ ਜਿਹੜੇ ਇੰਡੀਆ 'ਚ ਵੀ ਆਉਂਦੇ ਆ, ਪਰਮਾਨੈਂਟ ਸੈਟਲਮੈਂਟ ਇੰਟਰੋਡਿਊਸ ਕਰਦੇ ਆ, ਸਿਵਲ ਸਰਵਿਸਿਜ਼ ਰਿਫਾਰਮਸ ਕਰਦੇ ਆ ਐਂਡ ਹੋਰ ਸਟੈਪਸ ਵਗੈਰਾ ਲੈਂਦੇ ਆ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਜਾਣਦੇ ਆ ਤਾਂ ਆਪਾਂ ਇੱਦਾਂ ਕਹਿ ਰਹੇ ਜਿਵੇਂ ਆਪਣਾ ਲਾਈਕ ਮਾਸੀ ਦਾ ਮੁੰਡਾ ਹੋਵੇ। ਸੋ ਲਾਰਡ ਕਾਰਨਵਾਲਿਸ ਬ੍ਰਿਟਿਸ਼ ਸਾਈਡ 'ਤੇ ਹੁੰਦੇ ਆ। ਇਹ ਹੀ ਵਾਸ ਡਿਫੀਟਡ ਬਾਏ ਜਾਰਜ ਵਾਸ਼ਿੰਗਟਨ, ਜੋ ਸੁਪਰੀਮ ਕਮਾਂਡਰ ਆਫ ਦੀ ਜਿਹੜੇ ਕॉलोनियल ਆਰਮੀ ਹੁੰਦੀ ਹੈ। ਤਾਂ ਲਾਰਡ ਕਾਰਨਵਾਲਿਸ ਸਰੈਂਡਰ ਕਰਦੇ ਆ ਬੈਟਲ ਆਫ ਯਾਰਕਟਾਊਨ 'ਚ। 1781 ਦੀ ਇਹ ਬੈਟਲ ਹੈ ਐਂਡ ਉਸ ਤੋਂ ਬਾਅਦ ਬਸ ਇਟ ਵਾਸ ਜਸਟ ਅ ਮੈਟਰ ਆਫ ਟਾਈਮ ਕਿ ਕਦੋਂ ਇੰਡੀਪੈਂਡੈਂਸ ਨੂੰ ਰੈਕਗਨਾਈਜ਼ ਕੀਤਾ ਜਾਊਗਾ। ਦੀ ਇੰਡੀਪੈਂਡੈਂਸ ਵਾਸ ਰੈਕਗਨਾਈਜ਼ਡ ਬਾਈ ਦੀ ਟ੍ਰੀਟੀ ਆਫ ਪੈਰਿਸ ਇਨ 1783। 2 ਸਾਲ ਬਾਅਦ 1783 'ਚ ਇੰਡੀਪੈਂਡੈਂਸ ਨੂੰ ਰੈਕਗਨਾਈਜ਼ ਕਰ ਲਿੱਤਾ ਗਿਆ। ਸੋ ਬੈਟਲ ਆਫ ਯਾਰਕਟਾਊਨ ਇਜ਼ ਦੀ ਆਨਸਰ। Who among the following economists has written the famous book Wealth of Nations? ਇਹ famous book ਕਿਹਨੇ ਲਿਖੀ ਹੈ? ਐਡਮ ਸਮਿਥ, ਅਮਰਤਿਆ ਸੇਨ, ਡੇਵਿਡ ਰਿਕਾਰਡੋ, JM ਕੀਨਸ? ਆਨਸਰ ਹੈ ਐਡਮ ਸਮਿਥ। ਬਹੁਤ ਫੇਮਸ ਬੁੱਕ ਹੈ। Which of the following institutions are known as Bretton Woods twins? ਬ੍ਰੈਟਨ ਵੁਡ ਟਵਿਨਸ ਕਿਹਨਾਂ ਨੂੰ ਕਿਹਾ ਜਾਂਦਾ ਹੈ? IMF ਐਂਡ ਵਰਲਡ ਬੈਂਕ। ਬ੍ਰੈਟਨ ਵੁਡਸ ਕਾਨਫਰੰਸ ਹੋਈ ਸੀ, ਇਸੇ ਕਾਨਫਰੰਸ ਤੋਂ ਇਹ ਦੋ ਇੰਸਟੀਟਿਊਸ਼ਨਸ ਬਣਾਉਣ ਦਾ ਡਿਸੀਜਨ ਲਿਆ ਗਿਆ ਸੀਗਾ, IMF ਐਂਡ ਵਰਲਡ ਬੈਂਕ। ਆਨਸਰ ਹੈ A. Next, where is the Reserve Bank of India headquarters located? Headquarters of RBI ਕਿੱਥੇ ਹੈ? ਨਿਊ ਦਿੱਲੀ, ਕੋਲਕਾਤਾ, ਚੇਨਈ, ਮੁੰਬਈ? ਹੁਣ ਇਹ ਧਿਆਨ ਰੱਖਣਾ, ਇਹਦਾ ਆਨਸਰ ਥੋੜ੍ਹਾ ਜਿਹਾ ਡਿਫਰੈਂਟ ਹੈ। ਦ ਯੂਜੂਅਲ ਮਤਲਬ ਐਡੇ ਵੱਡੇ ਜਿਹੜੇ ਨੈਸ਼ਨਲ ਇੰਸਟੀਟਿਊਸ਼ਨ ਆ ਉਹਨਾਂ ਦਾ ਹੈਡਕੁਆਟਰ ਮੋਸਟਲੀ ਦਿੱਲੀ ਹੁੰਦਾ ਹੈ, ਇਹਦਾ ਹੈਡਕੁਆਟਰ ਹੈ ਮੁੰਬਈ। RBI ਹੈਡਕੁਆਟਰਸ ਆਰ ਇਨ ਮੁੰਬਈ। ਇਸ ਮੁੰਬਈ ਨੂੰ ਫਾਈਨੈਂਸ਼ੀਅਲ ਕੈਪੀਟਲ ਆਫ ਇੰਡੀਆ ਵੀ ਕਿਹਾ ਜਾਂਦਾ ਹੈ। Which of the following is not among the factors of production? 4 factors of production ਹੁੰਦੇ ਆ, land, labor, capital and enterprise। ਆਪਾਂ ਨੂੰ ਦਿੱਤਾ ਹੋਇਆ ਇੱਥੇ audit, ਤਾਂ D would be the answer. Next, consider the following statements about GDP deflator. GDP deflator ਦੇ context 'ਚ question ਹੈ। GDP deflator is the ratio of
ਰੀਅਲ GDP ਟੂ ਨੋਮੀਨਲ GDP ਕਰੈਕਟ ਹੈ ਜਾਂ ਇਨਕਰੈਕਟ ਹੈ? ਉਲਟਾ ਦਿੱਤਾ ਹੋਇਆ ਹੈ। ਮੋਟਾ ਮੋਟਾ ਪੜ੍ਹਨ 'ਚ ਆਪਾਂ ਨੂੰ ਕਰੈਕਟ ਲੱਗ ਸਕਦਾ ਹੈ, ਬਟ ਉਲਟਾ ਦਿੱਤਾ ਹੋਇਆ ਹੈ। ਡਿਫਲੇਟਰ ਜਿਹੜਾ ਹੈਗਾ GDP ਡਿਫਲੇਟਰ, ਇਟ ਇਜ਼ ਦੀ ਰੇਸ਼ੋ ਆਫ ਨੋਮੀਨਲ GDP ਟੂ ਰੀਅਲ GDP। ਫਰਕ ਕੀ ਹੁੰਦਾ ਨੋਮੀਨਲ ਐਂਡ ਰੀਅਲ GDP 'ਚ? ਇਹ ਐਟ ਕੌਨਸਟੈਂਟ ਈਅਰ ਪ੍ਰਾਈਸਿਸ ਹੁੰਦਾ ਐਂਡ ਨੋਮੀਨਲ GDP ਐਟ ਦੀ ਕਰੰਟ ਪ੍ਰਾਈਸਿਸ ਹੁੰਦਾ। ਸਾਈਕਲ ਪ੍ਰੋਡਿਊਸ ਹੋਏ ਕੌਨਸਟੈਂਟ ਪ੍ਰਾਈਸਿਸ ਕਿਸੇ ਬੇਸ ਈਅਰ ਦੇ ਬੇਸਿਸ ਤੇ। ਲੈਟ ਅਸ ਸੇ ਕਿ ਆਪਣਾ ਬੇਸ ਈਅਰ ਹੈ 2017-18, ਤਾਂ 2017-18 ਚ ਸਾਈਕਲਸ ਦਾ ਜੋ ਰੇਟ ਸੀਗਾ ਉਸ ਰੇਟ ਤੇ ਅੱਜ ਕਿੰਨੇ ਸਾਈਕਲਸ ਪ੍ਰੋਡਿਊਸ ਹੋਏ, ਮਤਲਬ ਸਾਈਕਲਸ ਮੈਂ ਤਾਂ ਰੈਂਡਮਲੀ ਲੈ ਰਿਹਾ, ਪ੍ਰੋਡਕਟਸ ਐਂਡ ਫਾਈਨਲ ਵੈਲਿਊ ਆਫ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਵਿਦਿਨ ਦੀ ਕੰਟਰੀ ਕੌਨਸਟੈਂਟ ਈਅਰ ਪ੍ਰਾਈਸਿਸ ਤੇ ਕੈਲਕੂਲੇਟ ਕੀਤੀ ਜਾਏ ਅਕੋਰਡਿੰਗ ਟੂ ਆ ਪ੍ਰਾਈਸਿਸ ਇਨ ਅ ਪਰਟੀਕੂਲਰ ਬੇਸ ਈਅਰ, ਤਾਂ ਉਹ ਰੀਅਲ GDP ਹੈ। ਜੇ ਕਰੰਟ ਪ੍ਰਾਈਸਿਸ ਤੇ ਕੈਲਕੂਲੇਟ ਕੀਤੀ ਜਾਵੇ, ਹੁਣ ਕਰੰਟ ਪ੍ਰਾਈਸਿਸ 'ਚ ਇਨਫਲੇਸ਼ਨ ਵੀ ਫੈਕਟਰ ਇਨ ਹੋ ਜਾਂਦੀ ਹੈ, ਤਾਂ ਦੈਟ ਇਜ਼ ਨੋਮੀਨਲ GDP। ਤਾਂ ਨੋਮੀਨਲ ਟੂ ਰੀਅਲ GDP ਦੀ ਰੇਸ਼ੋ ਨੂੰ ਆਪਾਂ ਕਹਿੰਦੇ ਹਾਂ ਡਿਫਲੇਟਰ। ਇੱਥੇ ਉਲਟਾ ਦਿੱਤਾ ਹੋਇਆ, ਸਟੇਟਮੈਂਟ ਇਨਕਰੈਕਟ ਹੋ ਗਈ। GDP ਡਿਫਲੇਟਰ ਇੰਡੀਕੇਟ ਦੀ ਚੇਂਜ ਇਨ ਪ੍ਰਾਈਸ ਲੈਵਲ ਬਿਟਵੀਨ ਦੀ ਬੇਸ ਈਅਰ ਐਂਡ ਦੀ ਕਰੰਟ ਈਅਰ। ਹੁਣ ਇਹ ਡਿਸਕਸ਼ਨ ਦੇ ਬੇਸਿਸ ਤੇ ਆਪਾਂ ਕਹਿ ਹੀ ਸਕਦੇ ਹਾਂ ਕਿ ਇਹ ਸਟੇਟਮੈਂਟ ਟਰੂ ਹੈ। ਆਪਾਂ ਦੱਸਣੀ ਹੈ ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ, ਟੂ ਓਨਲੀ ਵੁੱਡ ਬੀ ਦੀ ਆਂਸਰ। ਵਿਚ ਆਫ ਦੀ ਫੋਲੋਇੰਗ ਆਰ ਨੋਨ ਐਜ਼ ਟਵਿਨ ਡੈਫਿਸਿਟਸ। ਇਹ ਪ੍ਰੀਵੀਅਸ ਈਅਰ ਕੁਐਸਚਨ ਹੀ ਹੈਗਾ। ਟਵਿਨ ਡੈਫਿਸਿਟਸ ਕਿਹਨੂੰ ਕਹਿੰਦੇ ਆ? ਕਰੰਟ ਅਕਾਊਂਟ ਡੈਫਿਸਿਟ ਐਂਡ ਫਿਸਕਲ ਡੈਫਿਸਿਟ ਦੇ ਕੰਬੋ ਨੂੰ ਆਪਾਂ ਕਹਿੰਦੇ ਹਾਂ ਟਵਿਨ ਡੈਫਿਸਿਟ। C is the answer. Next, which of the following statements are, consider the following statements regarding indirect tax. Indirect tax, the impact and incidence of this tax lie on different people. बिल्कुल सही बात। ये मेन डिफरेंस है बिटवीन डायरेक्ट टैक्स एंड इनडायरेक्ट टैक्स। डायरेक्ट टैक्स की है impact and incidence on the same person. Income tax, example of a direct tax. मेरी इनकम है 6 लाख रुपीस एनुअली। ਸਰਕਾਰ ਕਹਿੰਦੀ ਹੈ ਜੇ ਤੁਹਾਡੀ ਇਨਕਮ ਇੰਨੀ ਹੋਊਗੀ ਤੁਸੀਂ ਟੈਕਸ ਦੇਣਾ ਹੈ ਐਟ ਦੀ ਰੇਟ ਆਫ ਵਾਟ ਐਵਰ, ਲੈਟ ਅਸ ਸੇ 10% ਤੁਸੀਂ ਇਨਕਮ ਟੈਕਸ ਦੇਣਾ। ਮੇਰੀ ਇਨਕਮ ਸੀਗੀ, ਸਰਕਾਰ ਨੇ ਮੈਨੂੰ ਕਿਹਾ ਜੇ ਇਨਕਮ ਹੋਊਗੀ ਤਾਂ ਤੁਸੀਂ ਟੈਕਸ ਦੇਣਾ ਹੈ। ਮੈਂ ਸਰਕਾਰ ਨੂੰ ਜਾ ਕੇ 10% ਟੈਕਸ ਦੇਤਾ, ਜਮ੍ਹਾਂ ਕਰਵਾਤਾ ਮੈਂ। ਇੰਪੈਕਟ ਵੀ ਮੇਰੇ ਤੇ ਪਿਆ, ਯਾਨੀ ਕਿ ਸਰਕਾਰ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਜੇ ਤੁਹਾਡੀ ਇਨਕਮ ਇੰਨੀ ਹੈ ਤਾਂ ਤੁਹਾਨੂੰ ਟੈਕਸ ਦੇਣਾ ਪਊਗਾ, ਦਿੱਤਾ ਵੀ ਮੈਂ, ਜਾ ਕੇ ਜਮ੍ਹਾਂ ਕਰਵਾਤਾ। इंसिडेंस भी मेरे ते आया। ऑन दी अदर हैंड GST, इनडायरेक्ट टैक्स दी एग्जाम्पल। ਸਰਕਾਰ ਕਹਿੰਦੀ ਹੈ CBL ਨੂੰ ਕਿ ਜੇ ਤੁਸੀਂ ਆਪਣਾ ਕੋਰਸ ਵੇਚਣਾ ਹੈ ਪੰਜਾਬ ਗਵਰਨਮੈਂਟ ਜੌਬਸ ਵਾਲਾ, ਤਾਂ ਉਸ ਦੇ ਉੱਪਰ ਤੁਸੀਂ GST ਚਾਰਜ ਕਰੋਗੇ, ਇੱਕ ਟੈਕਸ ਚਾਰਜ ਕਰੋਗੇ। ਮਤਲਬ ਤੁਸੀਂ ਟੈਕਸ ਡਿਪੋਜ਼ਿਟ ਕਰਵਾਉਣਾ ਹੈ ਫॉर एवरी सेल दैट यू मेक, for every service that you provide, for every good that you sell। ਤਾਂ ਤੁਸੀਂ 18% GST ਡਿਪੋਜ਼ਿਟ ਕਰਵਾਉਣਾ ਹੈ ਸਰਕਾਰ ਨੂੰ ਇਹਦੇ ਉੱਪਰ। ਠੀਕ ਹੈ ਜੀ, ਅਸੀਂ 18% GST ਲਾ ਦਿੰਦੇ ਹਾਂ, ਇਹਦਾ 18% ਐਡ ਕਰਕੇ ਟੋਟਲ ਅਮਾਊਂਟ ਬਣੀ 8850 ਰੁਪੀਸ। $8850 ਮਾਈਨਸ 7500 ਜਿੰਨਾ ਵੀ ਆ, ਮੰਨ ਲਓ ਛੋਟੀ ਐਗਜ਼ਾਮਪਲ ਲਾ ਲੈਂਦੇ ਹਾਂ। 1000 ਰੁਪੀਸ ਦਾ ਕੋਰਸ ਸੀਗਾ, 18% GST 180 ਰੁਪੀਸ ਅਸੀਂ ਸਰਕਾਰ ਨੂੰ ਡਿਪੋਜ਼ਿਟ ਕਰਵਾਤੇ। ਸਰਕਾਰ ਨੇ ਕਿਹਾ ਸੀਗਾ ਇੰਪੈਕਟ ਕਿਹਦੇ ਤੇ ਆਇਆ? CBL ਤੇ ਆਇਆ। ਅਸੀਂ 1000 ਰੁਪਏ ਦਾ ਕੋਰਸ ਲਾਂਚ ਕੀਤਾ ਸੀਗਾ, ਉਹਦੇ ਤੇ 180 ਰੁਪੀਸ ਅਸੀਂ GST 'ਚ ਡਿਪੋਜ਼ਿਟ ਕਰਵਾਤੇ, GST ਡਿਪਾਰਟਮੈਂਟ 'ਚ ਡਿਪੋਜ਼ਿਟ ਕਰਵਾਤੇ। ਬਟ ਇਹ 180 ਰੁਪੀਸ ਜਦੋਂ ਅਸੀਂ ਫਾਈਨਲ ਪ੍ਰਾਈਸ ਆਫ ਕੋਰਸ ਦਈਦਾ, ਫਾਈਨਲ ਪ੍ਰਾਈਸ ਆਫ ਕੋਰਸ ਅਸੀਂ ਕਹੀਦਾ 1180। ਇਹਦਾ ਇਨਸੀਡੈਂਸ ਆਫ ਦੀ ਟੈਕਸ ਕਿਹਦੇ ਤੇ ਆਇਆ? ਇੰਪੈਕਟ ਤਾਂ ਆਇਆ CBL ਤੇ, ਕਿਉਂਕਿ CBL ਦੀ ਲਾਇਬਿਲਿਟੀ ਹੈਗੀ ਗਵਰਨਮੈਂਟ 'ਚ, ਅਸੀਂ ਜਾ ਕੇ ਜਮ੍ਹਾਂ ਕਰਵਾਉਣਾ ਹੈ। ਲੇਕਿਨ ਇਨਸੀਡੈਂਸ ਆਫ ਦੀ ਟੈਕਸ ਕਿਹਦੇ ਤੇ ਆਇਆ? ਫਾਈਨਲ ਮਤਲਬ ਉਹ ਪ੍ਰਾਈਸ ਦੇ ਕੌਣ ਰਿਹਾ? ਕੋਰਸ ਤਾਂ 1000 ਦਾ ਸੀਗਾ, ਲੇਕਿਨ ਬੱਚਿਆਂ ਨੂੰ ਦੇਣੇ ਪਏ 1180 ਰੁਪੀਸ। ਫਾਈਨਲ ਜਿਹੜਾ ਜੋ ਪੇ ਕਰ ਰਿਹਾ
ਉਹਨੂੰ ਕਹਿੰਦੇ ਆਪਾਂ ਇਨਸੀਡੈਂਸ। ਤਾਂ ਇੰਪੈਕਟ ਕਿਸੇ ਹੋਰ ਤੇ ਆਇਆ, ਇਨਸੀਡੈਂਸ ਕਿਤੇ ਹੋਰ ਤੇ ਆਇਆ। ਸਰਕਾਰ 'ਚ ਅਸੀਂ ਜਾ ਕੇ ਦੇ ਕੇ ਆਏ, ਲੇਕਿਨ ਐਕਚੁਅਲੀ ਉਹਦੀ ਜਿਹੜੀ ਮੋਨੀਟਰੀ ਵੈਲਿਊ ਆ ਉਹ ਕਿਹਨੇ ਪੇ ਕੀਤੀ, ਉਹ ਕੰਜ਼ਿਊਮਰ ਨੇ ਪੇ ਕੀਤੀ। ਇਹ ਜਿਹੜੇ ਟੈਕਸਿਸ ਹੁੰਦੇ ਆ ਇਨਡਾਇਰੈਕਟ ਟੈਕਸਿਸ। ਤਾਂ ਇੰਪੈਕਟ ਐਂਡ ਇਨਸੀਡੈਂਸ ਆਫ ਦਿਸ टैक्स लाई ऑन डिफरेंट पीपल, बिल्कुल सही बात। दे आर प्रोग्रेसिव इन नेचर, बिल्कुल भी नहीं। इनकम टैक्स ना प्रोग्रेसिव इन नेचर हो सकता है, मतलब हैगा भी है एंड पॉसिबिलिटी भी हैगी है। जे घट इनकम है तो तुसीं 10% ते देना है, होर ज़्यादा इनकम है, स्लैब वड्डी है 20% ते देना है, उस तो भी ज़्यादा इनकम है 30% ते टैक्स देना है। तो इनकम घट है, जो लैस वैल टू डू है उन्होंने वास्ते टैक्स भी घट है, प्रोग्रेसिव टैक्सेशन। लेकिन इनडायरैक्ट टैक्सिस है प्रोग्रेसिव नहीं होंगे, भावें तुसीं लोअर सैक्शन ऑफ द सोसाइटी तो आ, हायर सैक्शन ऑफ सोसाइटी तो आ, वैल टू डू हो या नॉट सो वैल टू डू हो। GST का रेट जे तुसीं एजुकेशनल प्रोडक्ट खरीदना है 18% ही है। एवरीबडी सपोज टू पे 180 रुपये टैक्स ओवर हेयर। 100 रुपये की खाण पीन की रेस्टोरेंट जाके खाना खाने हो, एवरीबडी तुसीं लाइक अमीर हो भावें तुसीं गरीब हो, लैस वैल टू डू हो मोर वैल टू डू हो, जिमें भी है जिन्ने भी रिसोर्सिज है, 100 रुपये का तुसीं खाना खाता 5% तुसीं टैक्स देना उपर, irrespective of your income. So indirect taxes they are not progressive in nature. Corporate tax is an example of indirect tax, बिल्कुल नहीं, it's an example of direct tax. ਤਾਂ अपना correct हो जाऊगा, which of the correct ਆਪਾਂ ਦੱਸਣਾ ਸੀਗਾ, आंसर है 1 only. Next है, which of the following is a part of India's FERs, foreign exchange reserves? फॉरन करंसी एसेट्स, डॉलर जड़ा पर रखा हुआ है या होर हार्ड करंसीज रखिया हुई हैं, गोल्ड बिल्कुल सही बात है, स्पैशल ड्राइंग राइट्स ये IMF की करंसी कह सकते हो काइंड ऑफ, बिल्कुल है, रिजर्व ट्रांसपोजिशन इन IMF ये भी बिल्कुल सही बात है। ये ऑल दीज 4 आर पार्ट ऑफ द फॉरन एक्सचेंज रिजर्व्स, ऑल ऑफ द अबव। नेक्स्ट है रिडक्शन इन रेट ऑफ इन्फ्लेशन। आ एक कन्फ्यूजिंग जा टर्म होंदा है, डिफ्लेशन ते डिसइनफ्लेशन। जे तां इन्फ्लेशन होवे ही ना, बिल्कुल नैगेटिव च हो गई इन्फ्लेशन कि प्राइस राइज होने की बजाय प्राइस डिक्रीज हो रहा है। ब्रैड पहला 10 रुपये की सी, हुण 8 रुपये की हो गई, प्राइस डिक्रीज हो रहा है, दैट कंडीशन इज नोन एज डिफ्लेशन। बट क्वेश्चन अपन ये नहीं हैगा प्राइस फॉल हो रहा है, क्वेश्चन है रिडक्शन इन दी रेट ऑफ इन्फ्लेशन। पहला जी 10% थे इन्फ्लेशन, प्राइस राइज हो रहा सीगा, 10 रुपये की ब्रैड 11 रुपये की होगी, 11 रुपये की 12.1 रुपये की होगी, 10% ते प्राइस राइज हो रहा सीगा। सरकार ने मैजर्स लेते, RBI ने मैजर्स लेते, हुण इन्फ्लेशन घट के हो गई है 8%। हुण भी प्राइस राइज हो रहा है, हुण भी ब्रैड का प्राइस इनक्रीज कर रहा है, पहला 10% ते इनक्रीज कर रहा सीगा, हुण 8% ते इनक्रीज कर रहा है, बट रेट ऑफ इन्फ्लेशन डिक्रीज कर गया। रिडक्शन इन रेट ऑफ इन्फ्लेशन इनू कहते हैं डिसइन्फ्लेशन, बी। नेक्स्ट है विद रेफरेंस टू WTO कंसिडर द फॉलोइंग स्टेटमेंट्स अबाउट ग्रीन बॉक्स सब्सिडीज। ग्रीन बॉक्स सब्सिडीज के कंटेक्स्ट से क्वेश्चन है, they are considered to be minimum trade distorting in terms of production and trade। ग्रीन बॉक्स मतलब हरी बत्ती, जाने दो चलने दो चलने दो, इसका कोई टेंशन वाली बात नहीं है। टेंशन वाली बात इसीलिए नहीं है क्योंकि मिनिमम ट्रेड डिस्टॉर्शन होती है इन्ना सब्सिडीज नाल, बिल्कुल ठीक बात। दे आर एग्जेम्प्टेड फ्रॉम एनी रिडक्शन कमिटमेंट्स अंडर AOA एग्रीमेंट ऑन एग्रीकल्चर, जो WTO दे हैगे है। ग्रीन बॉक्स है, कोई लिमिट वगैरह नहीं लगी, लाइक आई सेड ग्रीन बत्ती है, चलने दो जाने दो, कोई नहीं रोकेगा इन्हें। सब्सिडीज प्रोवाइडेड बाय इमर्जिंग इकोनॉमीज मोस्टली कम अंडर ग्रीन बॉक्स। इमर्जिंग कंट्रीज लाइक इंडिया ये तो रोंदे पे है क्योंकि जिस तरह दी सब्सिडीज ये देंदे है ये ग्रीन बॉक्स सब्सिडीज नहीं। जो डिवेलप्ड कंट्रीज USA यूरोप वर्गियां कंट्रीज जड़ियां जहो जिहियां सब्सिडीज देंदे वो ग्रीन बॉक्स सब्सिडीज है। तो ये इन्होंने लिखे इमर्जिंग इकोनॉमीज जो सब्सिडीज देंदी है दे मोस्टली कम अंडर ग्रीन बॉक्स, गलत बात, दे कम अंडर एमर बॉक्स। 1 and 2 करेक्ट हो जाएंगे। नेक्स्ट है विच ऑफ द फॉलोइंग इज द हाईएस्ट फॉर्म ऑफ इंटीग्रेशन फॉर रीजनल ग्रुपिंग। हाईएस्ट फॉर्म सब तो मतलब
ਆਪਾਂ ਕੋਈ ਟ੍ਰੇਡ ਅਗਰੀਮੈਂਟ ਸਾਈਨ ਕਰ ਸਕਦੇ ਹਾਂ, ਆਪਾਂ ਕੋਈ ਕਸਟਮਸ ਅਗਰੀਮੈਂਟ ਸਾਈਨ ਕਰ ਸਕਦੇ ਹਾਂ ਬਿਟਵੀਨ ਟੂ ਕੰਟਰੀਜ਼। ਬਟ ਹਾਈਐਸਟ ਫਾਰਮ ਆਫ ਇੰਟੀਗ੍ਰੇਸ਼ਨ, ਇਕਨੋਮਿਕ ਇੰਟੀਗ੍ਰੇਸ਼ਨ ਕੀ ਹੋ ਸਕਦੀ ਹੈ ਕਿ ਆਪਾਂ ਇਹਨਾਂ ਚੋਂ ਕਸਟਮਸ ਇਕਨੋਮਿਕ ਯੂਨੀਅਨ ਹੀ ਬਣਾ ਲਈ। ਕਸਟਮ ਯੂਨੀਅਨ, ਕਸਟਮ ਮਾਰਕੀਟ, ਟ੍ਰੇਡ ਏਰੀਆ ਤਾਂ ਲਿਮਿਟਿਡ ਏਰੀਏ 'ਚ ਹੈ, ਲਿਮਿਟਿਡ ਇਹਨਾਂ ਦੀ ਡਾਇਮੈਂਸ਼ਨ ਹੈ। ਇਕਨੋਮਿਕ ਯੂਨੀਅਨ ਕੀ ਪ੍ਰੋਪਰਲੀ ਆਪਣੀ ਇਕੋਨਮੀ ਹੀ ਆਪਾਂ ਇੰਟੀਗ੍ਰੇਟ ਕਰਤੀ, ਕਾਮਨ ਮਾਰਕੀਟ ਕ੍ਰੀਏਟ ਕਰਤੀ ਐਂਡ ਕਾਮਨ ਕਰੰਸੀ ਵੀ ਪੋਸੀਬਲੀ ਇੰਟਰੋਡਿਊਸ ਕਰਤੀ। ਇੰਡੀਆ ਇਜ਼ ਨਾਟ ਅ ਮੈਂਬਰ ਆਫ ਵਿਚ ਆਫ ਦੀ ਫੋਲੋਇੰਗ ਵਰਲਡ ਬੈਂਕ ਗਰੁੱਪ। ਇੰਡੀਆ ਕਿਹੜੇ ਵਰਲਡ ਬੈਂਕ ਗਰੁੱਪ ਦਾ ਮੈਂਬਰ ਨਹੀਂ? ਵਰਲਡ ਬੈਂਕ ਤੁਹਾਨੂੰ ਪਤਾ ਕੋਈ ਸਿੰਗਲ ਬੈਂਕ ਨਹੀਂ ਹੈਗਾ, ਇਟਸ ਆ ਲਾਈਕ ਗਰੁੱਪ ਆਫ 5 ਇੰਸਟੀਟਿਊਸ਼ਨਸ। ਆ ਜਿਹੜੇ ਚਾਰੇ ਆਪਾਂ ਨੂੰ ਆਪਸ਼ਨਸ 'ਚ ਵੀ ਦਿੱਤੇ ਹੋਏ ਆ, all these 4 are part of the World Bank group only। मतलब वर्ल्ड बैंक कोई सिंगल बैंक नहीं है जिवें SBI है, इट्स लाइक पब्लिक सैक्टर बैंक्स, ग्रुप ऑफ बैंक्स है जिहड़े कॉन्स्टिट्यूट करते हैं पब्लिक सैक्टर बैंक्स। इस तरह ये 5 इंस्टीट्यूशनस है, 4 इत्थे दिते हुए है जिहड़े कॉन्स्टिट्यूट करते हैं वर्ल्ड बैंक। 4 ऑप्शनस आपां नूं दिते हुए है। हुण इंडिया 4 दा तां मैंबर हैगा, एक दा मैंबर नहीं हैगा। एक इन्हां चों 5वां जिहड़ा इंस्टीट्यूशन है वो है IBRD, इंटरनेशनल बैंक फॉर रिकनस्ट्रक्शन एंड डेवलपमेंट। इंडिया किस इंस्टीट्यूशन का मैंबर नहीं हैगा? इंडिया इज़ नॉट अ मैंबर ऑफ ICSD, इंटरनेशनल सेंटर फॉर सैटलमेंट ऑफ इन्वेस्टमेंट डिस्प्यूट्स। बाकी 4 का इंडिया मैंबर है। विच ऑफ द फॉलोइंग सेक्टर इज नॉट अ पार्ट ऑफ 8 कोर इंफ्रास्ट्रक्चर सेक्टर? कोर सेक्टर का पार्ट कौन नहीं हैगा? सीमेंट, एलुमीनियम, क्रूड ऑयल या कोल? आंसर है इसदा एलुमीनियम, B। The tax imposed to counter the negative impact of export subsidies। एक्सपोर्ट सबसिडी ਨੂੰ ਮਤਲਬ ਕੁਝ ਕੰਟਰੀਜ਼ ਐਕਸਪੋਰਟ ਨੂੰ ਪ੍ਰਮੋਟ ਕਰਨ ਲਈ ਐਕਸਪੋਰਟ ਸਬਸਿਡੀ ਦਿੰਦੇ ਆ, ਉਸ ਨੂੰ ਕਾਊਂਟਰ ਕਰਨ ਲਈ। ਹੁਣ ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਦੇ ਐਕਸਪੋਰਟ ਸਸਤੇ ਹੋ ਜਾਂਦੇ, ਇੰਟਰਨੈਸ਼ਨਲ ਮਾਰਕੀਟ 'ਚ ਉਹਦਾ ਪ੍ਰੋਡਕਟ ਜਿਹੜਾ ਹੈਗਾ ਉਹ ਸਸਤਾ ਹੋ ਜਾਂਦਾ ਐਂਡ ਇਟ ਇਜ਼ ਵੈਰੀ ਡਿਫਿਕਲਟ ਫॉर द डोमेस्टिक कंज्यूमर्स टू compete against those products। ਹੁਣ ਚਾਈਨਾ ਨੇ ਮੰਨ ਲਓ ਲੈਟ ਅਸ ਟੇਕ ਅ ਹਾਈਪੋਥੈਟੀਕਲ ਐਗਜ਼ਾਮਪਲ ਕਿ ਕੋਈ ਪ੍ਰੋਡਕਟ ਦੀ ਪ੍ਰੋਡਕਸ਼ਨ ਕਾਸਟ ਹੈਗੀ ਹੈ 100 ਰੁਪਇਆ, ਲੇਕਿਨ ਮਤਲਬ ਮੰਨ ਲਓ ਕਿ ਚਾਈਨਾ 'ਚ ਵੀ ਕਰੰਸੀ ਰੁਪਈਆ ਚੱਲਦੀ ਪਈ ਹੈ। ਚਾਈਨੀਜ਼ ਸਰਕਾਰ ਨੇ ਸਬਸਿਡੀ ਦੇਤੀ ਐਂਡ ਉਹ ਪ੍ਰਾਈਸ ਹੋ ਗਿਆ ਲਾਈਕ ਉਹ ਉਹਨਾਂ ਨੂੰ 40 ਰੁਪਏ ਦੀ ਸਬਸਿਡੀ ਦੇਤੀ। ਹੁਣ ਵੇਚਣ ਵਾਲਾ ਜਿਹੜਾ ਸੈਲਰ ਹੈ ਉਹ ਤਾਂ 60 ਰੁਪਏ 'ਚ ਵੇਚ ਸਕਦਾ ਇੰਟਰਨੈਸ਼ਨਲ ਮਾਰਕੀਟ 'ਚ। इंटरनेशनल मार्केट च घूमते घूमते इंडिया ने वो इंपोर्ट कर ली, इंडिया च वो इंपोर्ट हो गया वो वाला गुड्स। किन्ने का इंपोर्ट होया? 60 रुपए का। बट उसकी प्रोडक्शन कॉस्ट किन्नी सी? चाइना च उसकी प्रोडक्शन कॉस्ट सी 100 रुपया, इंडिया च उसकी प्रोडक्शन कॉस्ट है 120 रुपया होगी। हुण जिहड़े इंडिया च डोमैसटिक कस्टमर डोमैसटिक प्रोड्यूसरस होणगे, मैन्युफैक्चरर्स होणगे, वो किन्ने च प्रोड्यूस कर रहे हैं? वो पॉसीबली या वध तो वध ला लो 100 रुपए च कर देंगे, उदू ज़्यादा एफिशिएंट प्रोसैस तो नहीं होगा इंडिया च। ਹੁਣ ਇਸ ਤਰ੍ਹਾਂ ਜੇ ਆਪਾਂ ਸਾਰੀਆਂ ਮਤਲਬ ਪ੍ਰਾਈਸ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਕੰਜ਼ਿਊਮਰਸ ਸਹੀ ਜਾਣਗੇ ਵੀ ਸਸਤੇ ਤੋਂ ਸਸਤਾ ਸਾਨੂੰ ਪ੍ਰੋਡਕਟ ਮਿਲ ਜੇ ਸੇਮ ਕੁਆਲਿਟੀ ਦਾ। ਚਾਈਨੀਜ਼ ਗੁੱਡ ਮਿਲਦਾ ਪਿਆ 60 ਰੁਪਏ ਦਾ, ਆਪਣੇ ਡੋਮੈਸਟਿਕ ਮੈਨੂਫੈਕਚਰਰਸ ਨੂੰ ਉਹ ਪੈਂਦਾ ਪਿਆ 100 ਰੁਪਏ ਦਾ, 120 ਰੁਪਏ ਦਾ, ਤਾਂ ਕਿਵੇਂ ਉਹ ਕੰਪੀਟ ਕਰਨਗੇ ਅਗੇਂਸਟ ਦੀ ਚਾਈਨੀਜ਼ ਪ੍ਰੋਡਕਟ? ਤਾਂ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਿਹੜੀ ਡਿਊਟੀ ਇੰਪੋਜ਼ ਕੀਤੀ ਜਾਂਦੀ ਹੈ? ਇੰਪੋਰਟ ਡਿਊਟੀ, ਕਾਊਂਟਰ ਵੇਲਿੰਗ ਡਿਊਟੀ, ਕਸਟਮਸ ਡਿਊਟੀ ਜਾਂ ਐਕਸਪੋਰਟ ਡਿਊਟੀ? ਆਂਸਰ ਹੈ ਇਹਦਾ ਕਾਊਂਟਰ ਵੇਲਿੰਗ ਡਿਊਟੀ, ਜੋ ਕਾਊਂਟਰ ਕਰਨ ਐਕਸਪੋਰਟ ਸਬਸਿਡੀਜ਼ ਦੇ ਇੰਪੈਕਟ ਨੂੰ ਕਾਊਂਟਰ ਕਰਨ ਲਈ ਲਾਈ ਜਾਂਦੀ ਹੈ, ਕਾਊਂਟਰ ਵੇਲਿੰਗ ਡਿਊਟੀ। ਹੂ ਇਜ਼ ਦੀ ਕਰੰਟ ਗਵਰਨਰ ਆਫ RBI? ਕਰੰਟ ਗਵਰਨਰ ਕੌਣ ਹੈ RBI ਦੇ? ਸਾਈਨ ਤੁਸੀਂ ਹਰੀ ਪੱਤੀ ਦੇਖੀ ਹੈ, ਨੋਟ ਦੇਖਿਆ ਹੀ ਹੈ, ਉਹਦੇ ਕਿਹਦੇ ਸਾਈਨ ਹੁੰਦੇ ਆ? ਰਘੂਰਾਮ ਰਾਜਨ, ਬਿਮਲ ਜਲਾਨ, ਉਰਜਿਤ ਪਟੇਲ ਜਾਂ ਸ਼ਕਤੀਕਾਂਤ ਦਾਸ? करंट गवर्नर है शक्तिकांत दास। नेक्स्ट है, इन विच इंडियन स्टेट वुड यू फाइंड श्रीहरिकोटा द सैटेलाइट लॉन्चिंग साइट ऑफ इंडिया? श्रीहरिकोटा किस स्टेट च है? आंध्र प्रदेश, तमिलनाडु, कर्नाटका, तेलंगाना? ईजी फैक्चुअल क्वेश्चन सीगा, आंध्र प्रदेश। नेक्स्ट, हु इज फेमसली कॉल्ड फादर ऑफ इंडियन न्यूक्लियर प्रोग्राम? इंडियन न्यूक्लियर प्रोग्राम का फादर किनू कहा जाता है? आंसर है होमी जहांगीर भाभा। अब्दुल कलाम नहीं ला देना, APJ अब्दुल कलाम। होमी जहांगीर भाभा ने 3 स्टेज न्यूक्लियर प्रोग्राम इनविजन किया सीगा। ही इज नोन एज फादर ऑफ इंडियन न्यूक्लियर प्रोग्राम। एंडोस्कोप यूज्ड बाय डॉक्टर्स फॉर एग्जामिनिंग इनसाइड ऑफ पेशेंट्स स्टमक। एंडोस्कोपी करवाई जाती है, वो एक
ਕੇਬਲ ਜੀ ਇਨਸਰਟ ਕਰਦੇ ਆ ਐਂਡ ਆਪਣੇ ਸਟਮਕ ਦੇ ਅੰਦਰ ਦੇਖਦੇ ਆ ਵੀ ਕਿ ਕੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਉਹ ਕਿਹੜੇ ਪ੍ਰਿੰਸੀਪਲ 'ਤੇ ਕੰਮ ਕਰਦੀ ਹੈ? Reflection, dispersion, refraction, total internal reflection. It works on the principle of total internal reflection. ਹੁਣ some of you may think यार reflection of light भी ਤਾਂ ਦਿੱਤਾ ਹੋਇਆ, why not this? Reflection of light by normal process नहीं हो रहा, it is happening by the process of TIR, total internal reflection. Hence D is the answer. Next, in the human body, which of the following hormones regulate blood calcium and phosphate level? केड़ा हार्मोन है? Glucagon, growth hormone, parathyroid hormone या thyroxine? C, parathyroid hormone is the answer. Next, two astronauts cannot hear each other on the moon's surface because why? Why two astronauts cannot hear each other? Because sound requires a medium to travel. But on the surface of moon there is no atmosphere. कोई मीडियम नहीं एग्जिस्ट करता, कोई एयर नहीं एग्जिस्ट करती, कोई एटमोसफेयर नहीं एग्जिस्ट करता बिटवीन वन एस्ट्रोनॉट एंड द सेकंड एस्ट्रोनॉट। इस करके वो एक दी आवाज़ दूसरे तक नहीं पहुंच रही। सो दिस इज़ द एक्सप्लेनेशन इन्ना च देयर इज़ नो एटमोसफेयर ऑन द मून। बी वुड बी द आंसर। एमनियोसेंटेसिस इज़ अ मैथड यूज टू डिटरमाइन, ये फैक्चुअल क्वेश्चन है, तुसीं ध्यान च रखना। एमनियोसेंटेसिस कादे लई यूज हुंदा है? फीटल सैक्स डिटरमिन करन लई यूज हुंदा है एंड किसी एक्स पीरीयड तो बाद जे ये करना है परमिशन लैनी पैंदी है, जो PCPNDT एक्ट के तहत कहा कि 20 वीक्स तो बाद परमिशन नाल ये हो सकता है। सैक्स डिटरमिनेशन लई यूज हुंदा है। क्रायोजेनिक इंजन की यूज़ करता है? इस कंटेक्स्ट अपन क्वेश्चन है। ऑक्सीडाइजर की है तो फ्यूल की है? क्रायोजेनिक बहुत, क्रायो मतलब बहुत फ्रोजन, बहुत घट लो टैंपरेचर ਲਈ ਆਪਾਂ ਇਹ वर्ड यूज़ करते हैं। लिक्विड तो सब जगह तो ही अपन नज़र आ रहा है, बस सबसटेंस ही आप चूज़ करना है कि ऑक्सीडाइजर की है तो फ्यूल की है। ऑक्सीडाइजर है लिक्विड ऑक्सीजन होर किते नहीं हैगी, यही आंसर है। फ्यूल है लिक्विड हाइड्रोजन। ध्यान च रखना है। क्रायोजेनिक इंजन इट यूजेस लिक्विड ऑक्सीजन एज ऑक्सीडाइजर, लिक्विड हाइड्रोजन एज फ्यूल। बराक 8 मिसाइल आपां किहदी कोलैबोरेशन नाल डिवेलप की है इंडिया ने? रशिया, USA, इजराइल या फ्रांस? आंसर है इजराइल। ब्रह्मोस मिसाइल जिहड़ी सुपरसोनिक क्रूज मिसाइल है, ये किहदी कोलैबोरेशन नाल आपां डिवेलप की है? ये रशिया नाल कोलैबोरेट करके आपां डिवेलप की है। Which isotope of hydrogen contains only one proton and no neutron? एक प्रोटोन है, 0 न्यूट्रॉन है। केड़ा इन्हां च आइसोटोप? विच आइसोटोप ऑफ हाइड्रोजन? आ जेड़ा साइड ते 111 लिखिया होया है, it denotes atomic number which is the number of protons in an atom। तो प्रोटोन इस च भी एक है, इस च भी एक है, इस च भी एक है। 1 प्रोटोन तो भाई इत्थों तो असीं नहीं दस सकते। हाइड्रोजन है तो सारे 111 ही होगा। नो न्यूट्रॉन आ जेड़ा नंबर है, दिस इज द मास नंबर। मास नंबर इज इक्वल टू नंबर ऑफ प्रोटोन्स प्लस नंबर ऑफ न्यूट्रॉन्स। ਤਾਂ ਇਸ 'ਚ ਪ੍ਰੋਟੋਨਸ ਪਲਸ ਨਿਊਟਰੋਨਸ 1, ਇਸ 'ਚ ਪ੍ਰੋਟੋਨਸ ਪਲਸ ਨਿਊਟਰੋਨ 1, ਪ੍ਰੋਟੋਨ ਪਲਸ ਨਿਊਟਰੋਨ ਮਤਲਬ ਇਸ 'ਚ 2, ਇਸ 'ਚ 3। ਇੱਕ ਤਾਂ ਪ੍ਰੋਟੋਨ ਸੀਗਾ, ਨਿਊਟਰੋਨਸ ਕਿੰਨੇ ਹੋਏ? 2। ਇੱਕ ਤਾਂ ਪ੍ਰੋਟੋਨ ਸੀ, ਨੰਬਰ ਆਫ ਨਿਊਟਰੋਨਸ ਕਿੰਨੇ ਹੋਏ? 1। ਇੱਕ ਤਾਂ ਪ੍ਰੋਟੋਨ ਸੀਗਾ, ਇੱਕ ਹੀ ਮਾਸ ਨੰਬਰ ਹੈ, ਨੰਬਰ ਆਫ ਨਿਊਟਰੋਨਸ ਕਿੰਨੇ ਹੋਏ? 0। ਤਾਂ ਇਹ ਵੁੱਡ ਬੀ ਦੀ ਆਂਸਰ। ਨੈਕਸਟ, which one of the following was used as a chemical weapon during the First World War? First World War च इन्हां च केड़ा as a chemical weapon use कीता सीगा? कार्बन मोनोऑक्साइड, हाइड्रोजन साइनाइड, मस्टर्ड गैस, वाटर गैस? आंसर है इहदा मस्टर्ड गैस। ट्रेंच वॉरफेयर चल रहा सीगा, इधर ट्रेंचेस कड्डियां होईयां, उधर ट्रेंचेस कड्डियां होईयां, कोई आर्मी प्रोसीड कर नहीं पा रही, तो डेडली वैपन्स इंक्लूडिंग कैमिकल वॉरफेयर का इस्तेमाल होया सीगा। मस्टर्ड गैस का इस्तेमाल किया गया सी, क्लोरीन गैस का भी इस्तेमाल किया गया सीगा, बट लाइक इत्थे मतलब अमंग दीज ऑप्शंस मस्टर्ड गैस का इस्तेमाल किया गया सीगा। स्मैल इहदी मस्टर्ड वर्गी हुंदी है, येलोइश दिखती है, इस करके इहदा नाम मस्टर्ड गैस है। अदरवाइज मस्टर्ड नाल कोई लेना देना नहीं है, किते सरों की कोई गैस बना दो तुसीं
just that it is yellowish in color and smells like mustard, that is why it is known as mustard gas. Otherwise बहुत complicated ਜਿਹਾ ਇਹਦਾ chemical formula ਹੈ. Which of the following phenomena can be explained by Newton's second law of motion? Newton's second law of motion ਨਾਲ ਆਪਾਂ ਕਿਹੜਾ explain ਕਰ ਸਕਦੇ ਹਾਂ? Shaking a bottle of ketchup to bring it out. Shake ਕਰਨਾ ਤਾਂ ਕਿ ਇੱਕੋਦਮ ਉਹ ketchup ਬਾਹਰ ਆ ਜਾਏ. First law of motion ਨਾਲ explain ਕਰ ਸਕਦੇ ਹਾਂ. ਡਸਟਿੰਗ, ਆਪਾਂ ਮੈਟ ਨੂੰ ਡਸਟ ਕੀਤਾ, ਸ਼ੇਕ ਕੀਤਾ ਤਾਂ ਕਿ ਡਸਟ ਮਤਲਬ ਸੈਪਰੇਟ ਹੋ ਜਾਏ ਮੈਟ ਤੋਂ. ਫਰਸਟ ਲਾਅ ਨਾਲ ਐਕਸਪਲੇਨ ਹੁੰਦਾ ਹੈ. ਐਥਲੀਟ ਟੇਕਿੰਗ ਅ ਸ਼ਾਰਟ ਰਨ ਬਿਫੋਰ ਦੀ ਜੰਪ, ਅਗੇਨ ਲਾਅ ਆਫ ਇਨਰਸ਼ੀਆ. ਫਸਟ ਲਾਅ ਹੈ ਕਿ ਥੋੜ੍ਹਾ ਜਿਹਾ ਰਨ ਅਪ ਲੈ ਲਓ, ਮੋਸ਼ਨ ਬਣ ਜੂ, ਮੋਮੈਂਟਮ ਬਣ ਜੂ ਐਂਡ ਫਿਰ ਥਰੋ ਕਰਾਂਗੇ. ਫਸਟ ਲਾਅ ਨਾਲ ਐਕਸਪਲੇਨ ਹੁੰਦਾ ਹੈ. ਅ ਕ੍ਰਿਕਟਰ ਲੋਅਰਿੰਗ ਹਿਜ਼ ਹੈਂਡਸ ਵਾਈਲ ਕੈਚਿੰਗ ਦੀ ਬਾਲ. ਬਿਲਕੁਲ ਆਪਾਂ ਹੱਥ ਫੜ ਕੇ ਬਹਿ ਜਾਵਾਂਗੇ ਥੋੜ੍ਹਾ ਜਿਹਾ ਮੁਸ਼ਕਿਲ ਹੈ, ਬਟ ਜੇ ਆਪਾਂ ਹੱਥ ਨੂੰ ਥੋੜ੍ਹਾ ਜਿਹਾ ਪਿੱਛੇ ਕਰਾਂਗੇ ਟਾਈਮ ਜ਼ਿਆਦਾ ਲੱਗੂਗਾ, ਐਕਸਲਰੇਸ਼ਨ ਘੱਟ ਜੂਗੀ, ਫੋਰਸ ਘੱਟ ਜੂਗੀ. F=ma, ਇਹੀ ਤਾਂ ਹੈ ਸੈਕਿੰਡ ਲਾਅ ਆਫ ਮੋਸ਼ਨ. ਜੇ ਐਕਸਲਰੇਸ਼ਨ ਘੱਟ ਕਰ ਦਾਂਗੇ ਤਾਂ ਫੋਰਸ ਵੀ ਘੱਟ ਹੋ ਜੂਗੀ. ਐਕਸਲਰੇਸ਼ਨ ਘੱਟ ਕਿਵੇਂ ਹੋ ਸਕਦੀ ਹੈ? ਰੇਟ ਆਫ ਚੇਂਜ ਆਫ ਵੈਲੋਸਿਟੀ. ਟਾਈਮ ਇਨਕਰੀਜ਼ ਕਰ ਦਿਓ, ਐਕਸਲਰੇਸ਼ਨ ਘੱਟ ਜੂਗੀ. ਟਾਈਮ ਕਿਵੇਂ ਇਨਕਰੀਜ਼ ਕੀਤਾ ਆਪਾਂ? ਥੋੜ੍ਹੇ ਜਿਹੇ ਲਾਈਕ ਜ਼ਿਆਦਾ ਟਾਈਮ 'ਚ ਆਪਾਂ ਉਹਨੂੰ ਕੈਚ ਕੀਤਾ, ਪਿੱਛੇ ਹੱਥ ਲੈ ਕੇ ਗਏ. ਹਾਂ, ਦਿਸ ਕੈਨ ਬੀ ਐਕਸਪਲੇਨਡ ਬਾਏ ਸੈਕਿੰਡ ਲਾਅ ਆਫ ਮੋਸ਼ਨ. D is the answer. Hair is composed of protein called globulin, mucin, keratin, casein. ਇਹ ਜਿਹੜੀਆਂ ਕੁੜੀਆਂ ਜ਼ਿਆਦਾ ਪਾਰਲਰ ਜਾਂਦੀਆਂ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਇਹਦਾ ਆਨਸਰ ਕੀ ਹੈ. ਕਿਹੜਾ ਟਰੀਟਮੈਂਟ ਕਰਾਉਂਦੀਆਂ? ਕੈਰਾਟਿਨ ਟਰੀਟਮੈਂਟ ਹੁੰਦਾ ਕਹਿੰਦੇ. ਤਾਂ 82 ਦਾ ਆਨਸਰ ਹੈ C. Nichrome wire is used as a heating element since, मतलब why is nichrome wire used as a heating element? It is highly malleable and ductile. Malleability ਦਾ ਕੋਈ sheets ਬਣਦੀਆਂ ਕਿ ਨਹੀਂ, wires ਬਣਦੀਆਂ ਕਿ ਨਹੀਂ, ductility. ਇਹਦਾ heating element ਜਾਂ heater 'ਚ ਕੀ ਕੰਮ ਹੈ? ਕੋਈ ਲੈਣਾ ਦੇਣਾ ਤਾਂ ਹੈ ਨਹੀਂਗਾ. 1 ਇਸ 'ਚ ਵੀ ਹੈ, 1 ਇਸ 'ਚ ਵੀ ਹੈ, 1 ਇਸ 'ਚ ਵੀ ਹੈ. ਆਨਸਰ ਹੋ ਗਿਆ 2 and 3. It resists oxidation in air, बिल्कुल ठीक बात है. It has high resistivity, बिल्कुल ठीक बात है. हाँ, B, 2 and 3 is the answer. Recombinant DNA technology allows genes to be transferred across, ये 1, 2 and 3 है, goes without saying. ਅਕਰੋਸ ਡਿਫਰੈਂਟ ਸਪੀਸੀਜ਼ ਜੀਨ ਟ੍ਰਾਂਸਫਰ ਹੋ ਸਕਦੇ ਆ, ਬਿਲਕੁਲ ਹੋ ਸਕਦੇ ਆ. ਫਰੋਮ ਐਨੀਮਲਸ ਟੂ ਪਲਾਂਟਸ ਹੋ ਸਕਦੇ ਆ, ਬਿਲਕੁਲ ਹੋ ਸਕਦੇ ਆ. ਫਰੋਮ ਮਾਈਕਰੋ ਆਰਗੈਨਿਜ਼ਮਸ ਟੂ ਹਾਇਰ ਆਰਗੈਨਿਜ਼ਮਸ, ਬਿਲਕੁਲ ਹੋ ਸਕਦੇ ਆ. ਅਕਰੋਸ ਐਨੀ ਆਰਗੈਨਿਜ਼ਮ ਜੀਨ ਟ੍ਰਾਂਸਫਰ ਹੋ ਸਕਦੇ ਆ ਬਾਏ ਦਿਸ ਟੈਕਨੋਲੋਜੀ. ਤਾਂ ਆਨਸਰ ਵੁੱਡ ਬੀ ਆਲ ਆਫ ਥੀਸ 1, 2 and 3. ਨੈਕਸਟ ਕੁਐਸਚਨ ਤੇ, when kidney fails to function there is accumulation of. kidney ਦਾ ਕੰਮ ਕੀ ਹੈ? ਨਾਈਟ੍ਰੋਜਨਸ ਵੇਸਟ ਨੂੰ ਐਕਸਕ੍ਰੀਟ ਕਰਨਾ. ਜੇ ਕਿਡਨੀ ਹੀ ਫੇਲ ਹੋ ਜਾਏ, when kidneys fail to function, ਤਾਂ ਕੀ ਹੋਊਗਾ? accumulation of nitrogenous waste in the body. D would be the answer. A married couple adopted a male child. A few years later twin boys were born to them. The blood group of the couple is AB and O negative. The blood group of the three sons is A positive, B positive and O positive. The blood group of the, it is nahi hega, of the adopted son is, frankly bhai I don't know the answer to this question. ਤੇ ਆਪਾਂ ਬੋਦਰ ਵੀ ਨਹੀਂ ਕਰੀਦਾ. ਹੁਣ ਸਾਰੇ ਕੁਐਸਚਨ ਤਾਂ ਠੀਕ ਕਰਕੇ ਵੀ ਨਹੀਂ ਆਣੇ, ਤਾਂ ਮੈਨੂੰ ਇਹਦਾ ਆਨਸਰ ਪਤਾ ਵੀ ਨਹੀਂ ਹੈਗਾ. ਬਟ ਆਨਸਰ ਮੈਨੂੰ ਦੱਸਿਆ ਸਾਇੰਸ ਵਾਲੇ ਮੈਡਮ ਨੇ ਕਿ ਇਹਦਾ ਆਨਸਰ ਹੈ A, O ਪੋਜ਼ਿਟਿਵ. ਅਡੋਪਟਡ ਸਨ ਦਾ ਜਿਹੜਾ ਬਲੱਡ ਗਰੁੱਪ ਹੈ ਉਹ ਪੋਜ਼ਿਟਿਵ ਹੈ. But like I am talking of these questions. So now even if you are weak in one section, it does not matter. You don't have to mark every question correctly. हर question थोड़ी ਆਪਾਂ ठीक करके आना है. पेपर ਤੇ ਬਿੰਦਾਸ 20 question ਛੱਡ ਕੇ, ਮਤਲਬ ਛੱਡ ਕੇ in the sense ਕਿ ਜੇ ਗਲਤ ਹੋ ਜਾਣ ਤਾਂ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ. I have the scope of 20 incorrect answers in my PCS exam. ਐਂਡ ਬੋਦਰ ਨਹੀਂ ਕਰਨਾ ਕਿ ਯਾਰ ਮੇਰੇ ਉਸ 'ਚ ਜੇ ਗਲਤ ਹੋ ਗਏ ਤਾਂ ਮੈਂ ਇੱਥੇ ਨੰਬਰ ਕੱਢੇ ਵੀ ਤਾਂ ਹੈ, ਕੁਛ ਮੈਂ ਠੀਕ ਵੀ ਤਾਂ ਕਰਕੇ ਆਇਆ ਹੋਊਂਗਾ, ਤਾਂ ਹੀ ਮੇਰੀ ਸਿਲੈਕਸ਼ਨ ਹੋਈ ਹੈ ਜਾਂ ਨਹੀਂ ਹੋਈ ਹੈ. ਮਤਲਬ ਕਿਤੇ ਤਾਂ ਆਪਾਂ ਕੁਛ ਆਪਣੇ ਸਟਰੋਂਗ ਪੁਆਇੰਟਸ ਹੁੰਦੇ ਆ, ਕੁਛ ਆਪਣੇ ਵੀਕ ਪੁਆਇੰਟਸ ਹੁੰਦੇ ਆ. ਟੈਨਸ਼ਨ ਨਹੀਂ ਲੈਣੀ. ਯੂ ਕੈਨੋਟ ਪੋਸੀਬਲੀ ਨੋ ਐਵਰੀਥਿੰਗ. ਜਿਹੜੇ ਬੱਚੇ ਐਵਰੀਥਿੰਗ ਨੂੰ ਚੇਸ ਕਰਦੇ ਆ ਉਹ ਮਤਲਬ ਉਹ ਇੰਪੋਸੀਬਲ ਟਰਾਈ ਕਰ ਰਹੇ ਹੈ. ਕਿੰਨੀ ਡੈਪਥ 'ਚ ਜਾਈਏ, ਕਿੰਨੀ ਡੈਪਥ 'ਚ ਜਾਈਏ, ਕਿੰਨੀ ਡੈਪਥ 'ਚ ਜਾਈਏ. ਹੁਣ ਹਿਸਟਰੀ ਮੇਰਾ ਸਬਜੈਕਟ ਹੈ. ਹਿਸਟਰੀ 'ਚ ਕਿਆ ਕੋਈ ਇਨਫੋਰਮੇਸ਼ਨ ਦਾ ਅੰਤ ਹੈ ਕਿਆ?
लेकिन ਆਪਾਂ ਜੇ ਇਨਫੋਰਮੇਸ਼ਨ ਚੇਜ਼ ਕਰਦੇ ਰਵਾਂਗੇ ਯਾਰ ਆ ਵੀ ਕਰ ਲਓ, ਆ ਵੀ ਕਰ ਲਓ, ਆ ਵੀ ਕਰ ਲਓ, ਆ ਵੀ ਪਤਾ ਹੋਣਾ ਚਾਹੀਦਾ, ਆ ਵੀ ਪਤਾ ਹੋਣਾ ਚਾਹੀਦਾ, ਆ ਵੀ ਮੈਨੂੰ ਆਨਸਰ ਆਉਣਾ ਚਾਹੀਦਾ ਸੀਗਾ, ਤਾਂ ਆਪਾਂ ਉਲਝ ਜਾਵਾਂਗੇ। ਕੰਪੀਟੀਟਿਵ ਐਗਜ਼ਾਮ ਹੈ, 400 ਮਾਰਕਸ ਦਾ ਪੂਰਾ ਪੇਪਰ ਹੈ, 300 ਮਾਰਕਸ ਦੀ ਕਟ ਆਫ ਹੈ, 299 ਦੀ ਕਟ ਆਫ ਹੈ ਫॉर एग्जांपल ਕੁਛ ਵੀ। ਮੇਰੇ 301 ਨੰਬਰ ਆਣੇ ਚਾਹੀਦੇ ਆ, ਗੱਲ ਹੁੰਦੀ ਹੈ ਖਤਮ। 100 ਨੰਬਰਾਂ ਦਾ ਮੈਨੂੰ ਪੇਪਰ ਨਹੀਂ ਆਂਦਾ ਸੀ, ਨਹੀਂ ਆਂਦਾ ਸੀ, ਬਿੰਦਾਸ ਨਹੀਂ ਆਂਦਾ ਸੀ। ਗਿਲਟੀ ਹੋ ਕੇ ਮਤਲਬ ਅੰਡਰ ਕੌਨਫੀਡੈਂਟ ਹੋ ਕੇ ਜਾਂ ਇੱਦਾਂ ਰਿਗਰੈਟਫੁਲ ਜਾਂ ਨਹੀਂ ਯਾਰ ਉਹ ਮੈਨੂੰ ਤਾਂ ਆਂਦਾ ਨਹੀਂ ਸੀਗਾ, ਮੈਨੂੰ ਤਾਂ ਨਹੀਂ ਆਂਦਾ, ਮੈਨੂੰ ਤਾਂ ਉਹ ਨਹੀਂ ਆਂਦਾ, ਬਿੰਦਾਸ ਭਾਈ ਨਹੀਂ ਆਂਦਾ ਫਿਰ ਕੀ ਹੋ ਗਿਆ। ਆਈ ਹੈਵ ਦੀ ਸਕੋਪ ਕਿ ਮੈਂ 100 ਕੁਐਸਚਨ ਛੱਡਦਾ, ਕੋਈ ਐਵੇਂ ਵਰਲਡ ਕੱਪ ਥੋੜੀ ਮਿਲਦਾ। ਮੰਨ ਲਓ ਕਟ ਆਫ ਹੈ 300, ਮੇਰੇ ਨੰਬਰ ਆ ਗਏ 369, 400 ਚੋਂ, ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ। कट ऑफ तो ज़्यादा नंबर आने चाहिए एज फार एज प्रीलिम्स इज कंसर्नड। मेन्स से बच्चे कहानी डिफरेंट है, मेन्स से कहानी डिफरेंट है, उस ते जिन्ने ज़्यादा नंबर आएंगे तो मैरिट से काउंट होंगे। प्रीलिम्स से आप तो बस कट ऑफ क्लीयर करनी है, कट ऑफ अपनी क्लीयर होगी बल्ले बल्ले है। फिर मेन्स से नंबर किवें कड्ढने हैं ये भी असीं तुहानूं दस्सांगे अगे। सो आंसर है इहदा ओ पॉजिटिव। नैक्सट क्वेश्चन, a degenerative condition associated with wearing away of the protective caps of the cartilage covering the bone ends, इनू की कहते हैं osteoporosis, osteoarthritis, tendinitis या rheumatoid। आंसर है दा osteoarthritis। पेनफुल जॉइंट्स वाली कंडीशन अर्थराइटिस नू कहते हैं। हुण osteoarthritis इन्ना कुछ आपां नू नहीं भी पता, ऑन द बेसिस ऑफ दैट अर्थराइटिस पेनफुल जॉइंट्स वाली कंडीशन नू कहते हैं। आपां आंसर मार्क कर सकते हैं बी osteoarthritis। The normal range of breathing rate per minute of an average adult 12 to 20 ਵਾਰੀ ਆਪਾਂ ਬਰੀਥ ਕਰਦੇ ਹਾਂ ਪਰ ਮਿੰਟ ਬਰੀਥਿੰਗ ਰੇਟ ਹੀ ਆਪਾਂ ਨੂੰ ਪੁੱਛਿਆ। ਵਿਚ ਇਜ਼ ਦੀ ਲਾਰਜੈਸਟ ਡਿਸਟ੍ਰਿਕਟ ਆਫ ਪੰਜਾਬ ਅਕੋਰਡਿੰਗ ਟੂ ਏਰੀਆ। ਇਹ ਮੈਂ 2 ਵਾਰੀ ਕੁਐਸਚਨ ਪਹਿਲਾਂ ਵੀ ਕਰਵਾ ਚੁੱਕਿਆ ਹੋਇਆ ਪੁਰਾਣੀਆਂ ਵੀਡੀਓਜ਼ 'ਚ, ਹੁਣ ਫੇਰ ਕਰਵਾ ਰਹੇ ਹਾਂ ਕਿਉਂਕਿ ਇਹ ਤੇ ਕੰਟਰੋਵਰਸੀ ਤੁਹਾਡੀ ਖਤਮ ਨਹੀਂ ਹੁੰਦੀ ਬਾਈ। ਆਂਸਰ ਹੈ ਇਹਦਾ ਲੁਧਿਆਣਾ, ਐਂਡ ਆਫ ਸਟੋਰੀ। ਕਿਸੇ ਜ਼ਮਾਨੇ 'ਚ ਜਦੋਂ ਫਾਜ਼ਿਲਕਾ ਡਿਸਟ੍ਰਿਕਟ ਨਹੀਂ ਸੀਗਾ ਫਿਰੋਜ਼ਪੁਰ ਰਿਹਾ ਹੋਊਗਾ, ਬਟ ਐਜ਼ ਆਫ ਟੂਡੇ ਆਂਸਰ ਹੈ ਲੁਧਿਆਣਾ। ਤਰਨ ਤਾਰਨ ਡਿਸਟ੍ਰਿਕਟ ਬਣ ਗਿਆ, ਪਠਾਨਕੋਟ ਡਿਸਟ੍ਰਿਕਟ ਬਣ ਗਿਆ, ਫਾਜ਼ਿਲਕਾ ਡਿਸਟ੍ਰਿਕਟ ਬਣ ਗਿਆ, ਨਵੇਂ ਡਿਸਟ੍ਰਿਕਟ ਬਣ ਰਹੇ ਹੈ, ਸਟੈਟਿਸਟਿਕਸ ਚੇਂਜ ਹੋ ਰਹੇ ਹੈ। ਲਾਰਜੈਸਟ ਡਿਸਟ੍ਰਿਕਟ ਅਕੋਰਡਿੰਗ ਟੂ ਏਰੀਆ ਇਜ਼ ਲੁਧਿਆਣਾ। ਏ ਸਟੇਟ ਟਰੀ ਆਫ ਪੰਜਾਬ ਕੀ ਹੈ? ਸ਼ੀਸ਼ਮ, ਟੀਕ, ਸਾਲ, ਨੀਮ। ਆਂਸਰ ਹੈ ਇਹਦਾ ਸ਼ੀਸ਼ਮ। ਸਟੇਟ ਐਨੀਮਲ ਆਫ ਪੰਜਾਬ ਕੀ ਹੈ? ਸਟੇਟ ਬਰਡ ਆਫ ਪੰਜਾਬ ਕੀ ਹੈ? ਇਹ ਸਾਰੀਆਂ ਤੁਸੀਂ ਲਾਈਕ ਗੱਲਾਂ ਧਿਆਨ 'ਚ ਰੱਖਣੀਆਂ। ਸਟੇਟ ਐਕੁਆਟਿਕ ਐਨੀਮਲ ਆਫ ਪੰਜਾਬ ਕੀ ਹੈ? ਸਾਰੇ ਇੰਪੋਰਟੈਂਟ ਫੈਕਟਸ ਆ, ਤੁਸੀਂ ਧਿਆਨ 'ਚ ਰੱਖਣੇ ਹੈ। ਹਾਊ ਮੈਨੀ ਮਿਊਨਿਸਿਪਲ ਕਾਰਪੋਰੇਸ਼ਨਸ ਆਰ ਦੇਅਰ ਇਨ ਪੰਜਾਬ? ਇਹ ਵੀ ਥੋੜ੍ਹਾ ਜਿਹਾ ਲਾਈਕ ਫੈਕਚੁਅਲੀ ਡੈਫੀਸਿਟ ਜਿਹਾ ਕੁਐਸਚਨ ਹੈ ਕਿ ਇਹਦਾ ਐਗਜ਼ੈਕਟ ਆਪਾਂ ਨੂੰ ਆਨਸਰ ਅਕਸਰ ਲਾਈਕ ਆਪਾਂ ਲੱਭਦੇ ਹਾਂ, ਵੈਬਸਾਈਟਸ ਡਿਫਰੈਂਟ ਆਨਸਰ ਦਿੰਦੀ ਹੈ, ਸਰਕਾਰੀ ਵੈਬਸਾਈਟ ਵੀ ਸਹੀ ਜਵਾਬ ਨਹੀਂ ਦਿੰਦੀ ਹੈ। ਅਨਫੋਰਚੂਨੇਟਲੀ ਤੁਸੀਂ ਦੇਖ ਲਓ ਆਪਣੇ ਦੇਸ਼ 'ਚ ਇਹ ਹਾਲਤ ਹੈ, ਸਰਕਾਰੀ ਜਾਂ ਲੋਕਲ ਗਵਰਨਮੈਂਟ ਦੀ ਵੈਬਸਾਈਟ 'ਤੇ ਵੀ ਸਹੀ ਆਨਸਰ ਨਹੀਂ ਮਿਲਦਾ। 10 ਪਹਿਲੀਆਂ ਮਿਊਨਿਸਪਲ ਕਾਰਪੋਰੇਸ਼ਨ ਸੀਗੀਆਂ, 3 ਨਵੀਆਂ ਮਿਊਨਿਸਪਲ ਕਾਰਪੋਰੇਸ਼ਨਸ ਬਣੀਆਂ। ਦੈਟ ਇਨਕਰੀਜ਼ਿਜ਼ ਦੀ ਨੰਬਰ ਟੂ 13 ਟੂ ਦੀ ਬੈਸਟ ਆਫ ਮਾਈ ਜਾਣਕਾਰੀ। ਆਨਸਰ ਹੈ ਇਹਦਾ 13। नेक्स्ट है, which of the following sources has the highest contribution to the power sector of Punjab? Maximum energy ਆਪਾਂ ਕਿਹੜੇ ਸੈਕਟਰ ਤੋਂ ਡਰਾਈਵ ਕਰੀ ਦੀ ਹੈ? ਇਹ ਪੰਜਾਬ ਦਾ ਆ ਜੇ, ਇੰਡੀਆ ਦਾ ਆ ਜੇ, ਆਨਸਰ ਹੈ ਇਹਦਾ ਥਰਮਲ ਪਾਵਰ, ਬੀ। ਨੈਕਸਟ ਹੈ, total number of Ramsar sites in Punjab is 7। ਸਹੀ ਹੈ ਜਾਂ ਗਲਤ ਹੈ? ਪਹਿਲਾਂ ਪੰਜਾਬ 'ਚ ਕਿੰਨੀਆਂ ਰਾਮਸਰ ਸਾਈਟਸ ਹੁੰਦੀਆਂ ਸੀਗੀਆਂ? 3। ਰੋਪੜ, ਹਰੀਕੇ, ਕਾਂਜਲੀ। 3 ਨਵੀਆਂ ਸਾਈਟਸ ਅਨਾਊਂਸ ਕੀਤੀਆਂ ਗਈਆਂ ਸੀਗੀਆਂ। ਉਸੇ ਕੰਟੈਕਸਟ 'ਚ ਆਪਣਾ ਅਗਲਾ ਵਾਲੀ ਸਟੇਟਮੈਂਟ ਵੀ ਹੈ। ਕੇਸ਼ਵਪੁਰ, ਬਿਆਸ, ਨੰਗਲ ਇਹ ਤਾਂ ਕੀਤੀਆਂ ਗਈਆਂ ਸੀਗੀਆਂ, ਬਟ ਸਟੇਟਮੈਂਟ ਆਪਾਂ ਨੂੰ ਦਿੱਤੀ ਹੈ ਐਂਡ ਰਣਜੀਤ ਸਾਗਰ ਆਰ ਨਿਊਐਸਟ ਐਡੀਸ਼ਨ ਟੂ ਦੀ ਰਾਮਸਰ ਲਿਸਟ। ਗਲਤ ਸਟੇਟਮੈਂਟ। ਟੋਟਲ ਨੰਬਰ ਆਫ ਰਾਮਸਰ ਸਾਈਟਸ ਹੈ 6। ਕੇਸ਼ਵਪੁਰ, ਬਿਆਸ ਤੇ ਨੰਗਲ ਆਰ ਦੀ ਨਿਊ ਐਡੀਸ਼ਨਸ। 3 + 3 = 6। ਤਾਂ ਆਪਾਂ ਦੱਸਣੀ ਹੈ ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ? ਨਾਈਦਰ। ਡੀ ਇਜ਼ ਦੀ ਆਂਸਰ। Which among the following cities in Punjab is cleanest according to Swachh Sarvekshan 2020?
ਬਠਿੰਡਾ, ਅਬੋਹਰ, ਫਾਜ਼ਿਲਕਾ, ਬਟਾਲਾ ਕਿਹੜਾ ਇਹਨਾਂ ਚੋਂ ਕਲੀਨੈਸਟ ਸਿਟੀ ਅਕੋਰਡਿੰਗ ਟੂ 2020 ਸਰਵੇਖਣ ਸਰਵੇ? ਬਠਿੰਡਾ ਇਜ਼ ਦੀ ਆਂਸਰ। Next, who among the following has been elected as president of SGPC for the 4th time? Recently, कौन 4th time SGPC president elect होया? प्रकाश सिंह बादल, राजिंदर कौर भट्टल, सुरिंदर टोहरा या जगीर कौर? बीबी जगीर कौर has been recently elected as the president of SGPC for the 4th time. रसीदी टिकट इज द ऑटोबायोग्राफी ऑफ विच ऑफ द फॉलोइंग? अमृता प्रीतम, दलीप कौर टवाना, अजमेर सिंह औलख या बलवंत गार्गी? अमृता प्रीतम दी ऑटोबायोग्राफी है रसीदी टिकट। नेक्स्ट, उर्स और रोज़ा शरीफ इज सेलिब्रेटेड विद ग्रेट पंप एंड शो एट विच ऑफ द फॉलोइंग प्लेस? रोज़ा शरीफ कित्थे सेलिब्रेट हुंदा? फरीदकोट, सरहंद, आनंदपुर साहब या लुधियाना? आंसर है इहदा बी सरहंद, शेख अहमद सरहंदी दी दरगाह ते। वेयर इज़ दी गुरुद्वारा बेर साहिब सिचुएटेड? श्री गुरु नानक देव जी का आप 550 साला मनाया है एंड उस कंटैक्ट च कित्थे मनाया? आप सुल्तानपुर लोधी च सैलीब्रेशन हुई स्टेट लैवल ते। गुरुद्वारा बेर साहिब इज सिचुएटेड एट सुल्तानपुर लोधी। नैक्सट क्वेश्चन, हु डिड गुरु तेग बहादुर जी बाय द लैंड फ्रॉम टू पॉपुलेट आनंदपुर साहिब? किहदे तो लैंड खरीदी सी गुरु जी ने टू पॉपुलेट आनंदपुर साहिब? राजा दीप चंद, राजा गोपाल, राजा ईशर या राजा दास? राजा दीप चंद कटोच सी बिलासपुर दे राजा, उन्होंने तो खरीदी सीगी टू पॉपुलेट आनंदपुर एंड पुराना नाम सीगा इहदा चक नानकी। लास्ट क्वेश्चन, कुपरवीरा मेमोरियल नियर मलेरकोटला हैज़ बीन बिल्ट टू कमेमोरेट? छोटा घल्लूघारा, वड्डा घल्लूघारा, बैटल ऑफ नदौन या बैटल ऑफ चमकौर? आंसर है इहदा बी वड्डा घल्लूघारा। तो कुछ 100 MCQs जस्ट आपां प्रैक्टिस कीते, देखे जिहड़ी इन्फॉर्मेशन जे कोई न्यू मिली तो तुसीं वैसे ही अपने जहन च रखनी है, रट्टा नहीं मारना कि हुण सानूं कुछ मटीरियल मिल जाए, आह वाले क्वेश्चन भी याद कर लीए। काफ़ी टाइम हो गया, हुण 8 को बज गए होने आई बिलीव जिन्ने टाइम दा मैं बोल रहा तां तुसीं बच्चे हुण दैट इज़ ऑल एज फार एज लाइक दिस सैशन ऑफ 100 MCQs वॉज कंसर्न। लास्ट च मैं तुहानूं यही कहूँगा, यही मैं मेरे वालों एडवाइस रहूगी कि बहुत ही फ्रैश माइंड दे नाल अच्छी स्लीप लो, बहुत ही फ्रैश माइंड दे नाल तुसीं एग्जामिनेशन हॉल च जाना है, अपने ते कॉन्फिडेंस रखना है, परमात्मा ते भी कॉन्फिडेंस रखना है, अपनी मेहनत ते कॉन्फिडेंस रखना है। अपनी मेहनत दा मुल रब जरूर देऊगा, जरूर तुसीं सक्सैसफुल होके आओगे टू द बेस्ट ऑफ योर एबिलिटी। तुसीं क्वेश्चनस करने हैं, होल्ड योर नर्व्स। 2 घंटे कई बार की हुंदा है आपां घंटा कु तां पहला वधिया परफॉर्म करते हैं, उस तो बाद अपने एनर्जी लैवल डाउन हो जाते हैं। 2 घंटे होल्ड योर नर्व्स, पहले क्वेश्चन तो लैके लास्ट क्वेश्चन तक तुसीं प्रॉपरली पूरे फोकस नाल पूरी अटेंशन दे नाल क्वेश्चनस नूं पढ़ना है, अंडरलाइन जिथे करन दी लोड़ है उत्थे अंडरलाइन करना है एंड OMR च आंसर भरना है। OMR च आंसर भरते हुए पहले क्वेश्चन तो लैके लास्ट क्वेश्चन तक पूरी डिलीजेंटली हर एक गोले नूं हर एक सर्कल नूं तुसीं डार्कन करना है, ठीक है। तुसीं लाइक यही मैं लास्ट च तुहानूं कहना चाहूँगा, साडे स्कूल दी प्रेयर हुंदी सीगी, देह शिवा बर मोहे है शुभ कर्मन ते कबहू ना डरूं, ना डरूं और सो जब जाए लरूं, निश्चय कर अपनी जीत करूं। ना गुरु गोबिंद सिंह जी दे इन्हां वर्ड्स नाल मैं अलविदा लेना तुहाडे तों ते यही तो दुआ करदा है कि तुसी अच्छा परफॉर्म करो, वधिया परफॉर्म करो, जिहड़ी आपां इन्ने टाइम दी इकट्ठे मिल के मेहनत कर रहे हैं वो आपां सार्थक करिए। सो दैट इज़ ऑल फ्रॉम माई साइड, ऑल दी बेस्ट बच्चे, छा जाओ हुण पेपर च एंड पेपर तो बाद असीं फिर तुहानूं मिलांगे। ऑल दी बेस्ट फ्रॉम चेतन भारत लर्निंग।